ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਰੋਬੀ ਬੈਨੀਪਾਲ ਇੱਕ ਵਾਰੀ ਫੇਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ। ਪ੍ਰੋਗਰਾਮ ਉਹੀ ਖੁੰਡ ਚਰਚਾ ਦੇ ਇਸ ਦੌਰ ਦੇ ਵਿੱਚ ਅਸੀਂ ਸਾਡੇ ਸ਼ਹਿਰ ਦੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ, ਜਿਨ੍ਹਾਂ ਦੇ ਨਾਲ ਭਵਿੱਖ ਦੇ ਵਿੱਚ ਜਾ ਕੇ ਅਸੀਂ ਅਲੱਗ-ਅਲੱਗ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਾਡੀ ਕੋਸ਼ਿਸ਼ ਰਹੇਗੀ ਜਿੱਥੇ ਅਸੀਂ ਪੰਜਾਬ ਜਾਂ ਸਾਡੀ ਜਨਮ ਭੂਮੀ ਦੇ ਨਾਲ ਜੁੜੇ ਮੁੱਦਿਆਂ ਦੇ ਉੱਪਰ ਗੱਲ ਕਰੀਏ, ਉੱਥੇ ਅਸੀਂ ਜਿਸ ਕਰਮ ਭੂਮੀ ਦੇ ਵਿੱਚ ਅਸੀਂ ਰਹਿ ਰਹੇ ਹਾਂ, ਵਿਚਰ ਰਹੇ ਹਾਂ, ਉੱਥੋਂ ਦੇ ਮੁੱਦਿਆਂ ਨੂੰ ਵੀ ਅਸੀਂ ਵਿਚਾਰੀਏ। ਸੋ ਮੇਰੀ ਜਿਹੜੀ ਨਜ਼ਰ ਹੁਣ ਅੱਜ ਜਿਸ ਸ਼ਖਸੀਅਤ ਦੇ ਉੱਪਰ ਪਈ ਔਰ ਤੁਹਾਡੀ ਕਚਹਿਰੀ ਦੇ ਵਿੱਚ ਜਾਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਉਹਨਾਂ ਦਾ ਨਾਂ ਰਿਸ਼ੀ ਗੁਲਾਟੀ ਜੀ। ਰਿਸ਼ੀ ਗੁਲਾਟੀ ਜੀ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਮੀਡੀਆ ਦੇ ਨਾਲ ਜੁੜੀ ਹੋਈ ਸ਼ਖਸੀਅਤ ਹਨ। ਉਸ ਤੋਂ ਜ਼ਿਆਦਾ ਵੱਡੀ ਜਿਹੜੀ ਗੱਲ ਆ ਕਿ ਉਹ ਇੱਕ ਸੰਵੇਦਨਸ਼ੀਲ ਇਨਸਾਨ ਨੇ, ਜਿਹੜੇ ਹਰ ਇੱਕ ਛੋਟੀ ਛੋਟੀ ਚੀਜ਼ ਨੂੰ ਬਹੁਤ ਬਰੀਕੀ ਦੇ ਨਾਲ ਮਹਿਸੂਸ ਕਰਦੇ ਨੇ। ਉਸ ਤੋਂ ਅਗਲੀ ਗੱਲ ਕਿ ਉਸ ਨੂੰ ਅੱਖਰਾਂ ਦੀ ਮਾਲਾ ਦੇ ਵਿੱਚ ਪਰੋਣ ਦੀ ਕਲਾ ਵੀ ਰੱਖਦੇ ਨੇ। ਹੁਣ ਤੱਕ 2 ਕਿਤਾਬਾਂ ਦੇ ਸਿਰਜਕ ਰਿਸ਼ੀ ਗੁਲਾਟੀ ਜੀ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਆਪਣੇ ਦਿਮਾਗ ਦੇ ਵਿੱਚ ਰੱਖੀ ਬੈਠੇ ਨੇ। ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਤੇ ਕਿੱਥੋਂ ਤੇ ਕਿੱਥੇ ਪਹੁੰਚੀ, ਆਪਾਂ ਉਹ ਸਾਰੀ ਗੱਲਬਾਤ ਉਹਨਾਂ ਨਾਲ ਸਾਂਝੀ ਕਰਦੇ ਹਾਂ। ਆਓ ਆਪਾਂ ਤੁਹਾਡੇ ਵੱਲੋਂ ਮੇਰੇ ਵੱਲੋਂ ਉਹਨਾਂ ਨੂੰ ਜੀ ਆਇਆਂ ਨੂੰ ਵੈਲਕਮ ਕਹੀਏ। ਜੀ ਰਿਸ਼ੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰੋਬੀ ਜੀ। ਜੀ ਸਾਰੇ ਦਰਸ਼ਕਾਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਤੁਹਾਡਾ ਤੇ ਟੀਵੀ ਚੈਨਲ ਦਾ, ਸਾਰੀ ਟੀਮ ਦਾ, ਕਿ ਉਹਨਾਂ ਨੇ ਇਸ ਯੋਗ ਸਮਝਿਆ ਕਿ ਇਸ ਮੰਚ ਤੇ ਅੱਜ ਆਉਣ ਦਾ ਸੱਦਾ ਦਿੱਤਾ। ਬਹੁਤ ਬਹੁਤ ਧੰਨਵਾਦ। ਰਿਸ਼ੀ ਜੀ, ਮੈਨੂੰ ਪਤਾ ਨਹੀਂ ਕਿਉਂ ਮਹਿਸੂਸ ਹੋ ਰਿਹਾ ਕਿ ਮੈਂ ਤੁਹਾਡੇ ਨਾਲ ਬਹੁਤ ਇਨਫੋਰਮਲ ਜਿਹਾ ਹੋ ਕੇ, ਕੈਜੂਅਲ ਜਿਹਾ ਹੋ ਕੇ ਗੱਲ ਕਰਾਂ, ਉਹਦੇ 'ਚ ਜ਼ਿਆਦਾ ਸਵਾਦ ਹੋਣਾ। ਦਰਸ਼ਕਾਂ ਨੂੰ ਪੁੱਛ ਲਈਏ। ਜੀ ਬਿਲਕੁਲ, ਮੈਨੂੰ ਵੀ ਥੋੜਾ ਜਿਹਾ ਔਖਾ ਜਿਹਾ ਲੱਗ ਰਿਹਾ ਬਿਕੋਜ਼ ਅਸੀਂ ਇੱਕ ਦੂਜੇ ਨੂੰ ਬਹੁਤ ਨੇੜੇ ਤੋਂ ਜਾਣਦੇ ਹਾਂ, ਬਟ ਇਸ ਪ੍ਰੋਗਰਾਮ ਦਾ ਮਕਸਦ ਇਹ ਨਹੀਂ ਹੈ ਕਿ ਅਸੀਂ ਇੱਕ ਦੂਜੇ ਨੂੰ ਕਿੰਨਾ ਕਲੋਜ਼ ਤੋਂ ਜਾਣਦੇ ਹਾਂ। ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਇਹਨਾਂ ਦੀ ਸ਼ਖਸੀਅਤ ਦਾ ਉਹ ਰੰਗ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ, ਤਾਂ ਕੱਲ੍ਹ ਨੂੰ ਜਦੋਂ ਵੀ ਕਿਸੇ ਪ੍ਰੋਗਰਾਮ ਦੇ ਵਿੱਚ ਬੈਠ ਕੇ ਉਹ ਆਪਣੇ ਵਿਚਾਰ ਦੇ ਰਹੇ ਹੋਣ, ਤਾਂ ਉਸ ਦੇ ਪਿੱਛੇ ਦੀ ਜਿਹੜੀ ਉਹਨਾਂ ਦੀ ਘਾਲਣਾ, ਉਸ ਦੇ ਪਿੱਛੇ ਦੀ ਜਿਹੜੀ ਜਰਨੀ ਆ, ਉਹ ਕਿੱਥੋਂ ਤੱਕ ਸ਼ੁਰੂ ਹੁੰਦੀ ਹੈ ਤੇ ਕਿੱਥੇ ਤੱਕ ਜਾਂਦੀ ਆ, ਉਹਦੇ ਤੋਂ ਤੁਸੀਂ ਜਾਣੂ ਹੋਵੋ। ਸੋ ਉਮੀਦ ਕਰਦੇ ਹਾਂ ਸਾਡੇ ਪਹਿਲਾਂ ਵਾਲੇ ਪ੍ਰੋਗਰਾਮਾਂ ਤੋਂ ਜਿਸ ਤਰ੍ਹਾਂ ਤੁਸੀਂ ਲਾਹਾ ਲੈਂਦੇ ਆ ਰਹੇ ਹੋ, ਇਸ ਪ੍ਰੋਗਰਾਮ ਤੋਂ ਵੀ ਲਾਹਾ ਲਓਗੇ। ਚਾਹ ਬਣਾਓ, ਕੌਫੀ ਬਣਾਓ, ਜਾਓ ਲੈ ਕੇ ਆਓ ਔਰ ਇਸ ਟੀਵੀ ਦੇ ਸਾਹਮਣੇ ਬੈਠ ਕੇ ਸਾਡੇ ਇਸ ਪ੍ਰੋਗਰਾਮ ਦਾ ਆਨੰਦ ਮਾਣੋ। ਯਕੀਨ ਮੰਨਿਓ, ਘੰਟਾ ਤੁਹਾਨੂੰ ਐਂਟਰਟੇਨ ਕਰਾਂਗੇ, ਨਾਲ ਦੀ ਨਾਲ ਕੁਝ ਚੱਜ ਦੀਆਂ ਗੱਲਾਂ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਕੀ ਖਿਆਲ ਹੈ ਜੀ? ਜੀ ਬਿਲਕੁਲ ਬਿਲਕੁਲ ਜੀ, ਬਿਲਕੁਲ ਕੋਸ਼ਿਸ਼ ਕਰਾਂਗੇ ਕਿ ਕੋਸ਼ਿਸ਼ ਨਹੀਂ, ਯਕੀਨ ਹੈ ਜੀ। ਐਕਚੁਅਲੀ ਯਕੀਨ ਇਸ ਗੱਲ ਦਾ ਹੈਗਾ ਕਿ ਸਾਡੇ ਜਿਹੜੇ ਦੋਸਤ ਨੇ, ਖਾਸ ਤੌਰ 'ਤੇ ਮੈਂ ਉਹਨਾਂ ਲੋਕਾਂ ਨੂੰ ਵਿੱਚ ਇਨਵੋਲਵ ਕਰਨਾ ਚਾਹਾਂਗਾ ਜਿਹੜੇ ਕਿ ਕਿਸੇ ਨਾ ਕਿਸੇ ਪੱਖ ਤੋਂ ਨਿਰਾਸ਼ਤਾ ਦੇ ਬਾਰੇ ਸੋਚਦੇ ਨੇ, ਜ਼ਿੰਦਗੀ 'ਚ ਨਿਰਾਸ਼ਾ ਹੈ, ਉਹ ਖੁਸ਼ ਨਹੀਂ ਹਨ। ਉਹਨਾਂ ਲੋਕਾਂ ਨੂੰ ਸ਼ਾਇਦ ਕੁਛ ਨਾ ਕੁਛ ਜ਼ਰੂਰ ਮਿਲ ਜਾਏਗਾ। ਯਾਰ, ਕੋਸ਼ਿਸ਼ ਤੋਂ ਯਕੀਨ ਤੱਕ ਦਾ ਸਫ਼ਰ 10 ਸਾਲ ਤੋਂ ਜ਼ਿਆਦਾ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ। ਬਥੇਰੀ। ਹਾਂ, ਉਸ ਤੋਂ ਕਾਫੀ ਜ਼ਿਆਦਾ। ਇੱਕ ਕੋਸ਼ਿਸ਼ ਤੱਕ ਕਿਹੜੇ ਸੰਨ ਤੱਕ ਤੁਸੀਂ ਕੋਸ਼ਿਸ਼ ਵਾਲੇ ਚੱਕਰਵਿਊਹ ਦੇ ਵਿੱਚ ਸੀ, ਤੇ ਕਿਹੜੇ ਸੰਨ ਦੇ ਵਿੱਚ ਤੁਸੀਂ ਐਕਚੁਅਲੀ ਜਦੋਂ ਮੈਂ ਆਪਣੇ ਬੀਤੇ 'ਤੇ ਨਜ਼ਰ ਮਾਰਦਾ ਰੋਬੀ ਜੀ, ਤਾਂ ਮੈਨੂੰ ਲੱਗਦਾ ਕਿ ਸਿਰਫ ਕੋਸ਼ਿਸ਼ ਦੇ ਆਸਰੇ ਮੈਂ ਕਦੇ ਰਿਹਾ ਹੀ ਨਹੀਂ ਹੈਗਾ। ਅੱਛਾ। ਮੈਂ ਹਮੇਸ਼ਾ ਕਿੱਲ ਕੱਢ ਕੇ ਰਿਹਾ। ਬੇਸ਼ੱਕ ਉਹ ਉਮਰ ਦਾ ਕੋਈ ਵੀ ਦੌਰ ਸੀ, ਬੇਸ਼ੱਕ ਮੈਂ ਕੁਛ ਵੀ ਕਰਦਾ ਸੀ। ਤਕਰੀਬਨ ਹੁਣ ਤੱਕ 12-13 ਡਿਫਰੈਂਟ ਮੈਂ ਕੰਮ ਕਰ ਚੁੱਕਿਆ ਹਾਂ, ਜਿਨ੍ਹਾਂ ਦਾ ਇੱਕ ਦੂਜੇ ਨਾਲ ਕੋਈ ਸਰੋਕਾਰ ਹੀ ਨਹੀਂ ਹੈਗਾ। ਈਵਨ ਇੱਥੇ ਕਈ ਗੋਰੇ ਮਿਲਦੇ ਆ, ਜਦੋਂ ਉਹ ਪੁੱਛਣਾ ਸ਼ੁਰੂ ਕਰ ਦਿੰਦੇ, ਭਾਈ ਕੀ ਕਰਦੇ ਹੋ, ਕੀ ਨਹੀਂ ਕਰਦੇ, ਆਪਾਂ ਨੂੰ ਉਹਨਾਂ ਨੂੰ ਕਾਫੀ ਇੰਟਰਸਟ ਹੁੰਦਾ ਹੈ, ਜਿਹੜੇ ਪਰਦੇਸਾਂ ਦੇ ਵਿੱਚੋਂ ਇੱਥੇ ਆਏ ਨੇ, ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨ ਦੇ ਵਿੱਚ। ਅਤੇ ਕਈ ਲੋਕ ਤਾਂ ਮੈਨੂੰ ਇਹ ਕਹਿ ਚੁੱਕੇ ਨੇ, ਫਿਰ ਤੇਰੀ ਉਮਰ 100 ਸਾਲ ਤਾਂ ਹੋਣੀ ਹੈ, ਜਿੰਨੇ ਕਿ ਹੁਣ ਤੱਕ ਪੰਗੇ ਲਏ ਜ਼ਿੰਦਗੀ ਦੇ ਵਿੱਚ। ਸੋ ਕਦੇ ਵੀ ਇੱਦਾਂ ਨਹੀਂ ਮੈਨੂੰ ਲੱਗਿਆ ਕਿ ਯਾਰ ਮੈਂ ਆਹ ਕੋਸ਼ਿਸ਼ ਕਰਕੇ ਵੇਖ ਲਾਂ ਵੀ ਸ਼ਾਇਦ ਮੈਂ ਕਾਮਯਾਬ ਹੋ ਜਾਵਾਂ ਜਾਂ ਨਾ ਹੋ ਜਾਵਾਂ। ਜੋ ਕੁਛ ਕੀਤਾ ਉਹ ਸਮਰਪਿਤ ਹੋ ਕੇ ਕੀਤਾ, ਜੋ ਕੁਛ ਕੀਤਾ ਕਿੱਲ ਕੱਢ ਕੇ ਕੀਤਾ ਅੱਜ ਤੱਕ। ਜੀ, ਤੁਸੀਂ ਕਿੱਲ ਬਹੁਤ ਸਾਰੇ ਅਲੱਗ-ਅਲੱਗ ਥਾਵਾਂ 'ਤੇ ਕੱਢੇ ਨੇ, ਅਲੱਗ-ਅਲੱਗ ਕਿੱਤਿਆਂ ਦੇ ਵਿੱਚ, ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਤੁਸੀਂ ਕੰਮ ਕੀਤਾ। ਜਿਹੜੀ ਕਰੰਟਲੀ ਜਿਹੜਾ ਤੁਸੀਂ ਬਹੁਤ ਵੱਡੀ ਮੇਖ ਜਾਂ ਕਿੱਲ ਕੱਢਿਆ ਹੋਇਆ, ਉਸ ਨੂੰ ਅਸੀਂ ਆਕਰਸ਼ਣ ਦਾ ਸਿਧਾਂਤ, ਲਾਅ ਆਫ ਅਟਰੈਕਸ਼ਨ ਦੇ ਉੱਪਰ ਕੰਮ ਕਰਨਾ, ਉਹ ਕਿਤਾਬ ਲਿਖਣੀ, ਉਸ ਕਿਤਾਬ ਨੂੰ ਲਿਖਣੀ। ਕਹਿੰਦੇ ਨਹੀਂ ਹੁੰਦੇ ਕਿ ਅਸੀਂ ਤੁਰੇ ਜਾਂਦੇ ਹਾਂ, ਪਹੇ ਤੁਰੇ ਜਾਂਦੇ ਹਾਂ, ਜਾਂ ਬਾਟੇ ਤੁਰੇ ਜਾਂਦੇ ਹਾਂ, ਤਾਂ ਵੱਟ ਦੇ ਉੱਪਰ ਇੱਕ ਕੰਜ ਪਈ ਹੁੰਦੀ ਆ,
ਤੇ ਉਹ ਕੰਜ ਸਾਨੂੰ ਦੇਖਣ ਨੂੰ ਵਧੀਆ ਲੱਗਦੀ ਆ, ਲਿਆ ਕੇ ਚੱਕ ਕੇ ਅਸੀਂ ਆਪਣੀ ਕਿਤਾਬ ਦੇ ਵਿੱਚ ਵੀ ਪਾ ਲੈਂਦੇ ਆ ਕਿ ਚਲੋ ਜਿਹੜੀ ਸਾਨੂੰ ਗਿਆਨ ਆ ਜਾਊਗਾ। ਬਥੇਰੀਆਂ ਪਾਈਆਂ ਮੇਰੇ ਵਰਗੇ ਨੇ, ਪਰ ਉਹ ਨਹੀਂ ਗੱਲ ਉਨੀ ਬਣੀ ਜਿੰਨੀ ਬਣਨੀ ਚਾਹੀਦੀ ਸੀਗੀ। ਸ਼ਾਇਦ ਉਹ ਕਿੱਲ ਪ੍ਰੋਪਰਲੀ ਸਾਡੇ ਪੇਰੈਂਟਸ ਨੇ ਸਾਨੂੰ ਉਦਾਂ ਕੱਢਣਾ ਨਹੀਂ ਸਿਖਾਇਆ ਜਿੱਦਾਂ ਦਾ ਤੁਸੀਂ ਸਿੱਖਿਆ ਸੀਗਾ। ਉਹ ਵੀ ਆਪਾਂ ਗੱਲਬਾਤ ਕਰਾਂਗੇ। ਬਟ ਉਸ ਕੰਜ ਨੂੰ ਉਤਾਰਨ ਵਾਸਤੇ ਜਿਹੜੀ ਜੱਦੋ-ਜਹਿਦ ਸੱਪ ਵੱਲੋਂ ਕੀਤੀ ਜਾਂਦੀ ਹੈ, ਇਹਨੂੰ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਲੈ ਰਿਹਾ। ਤੁਸੀਂ ਇਸ ਆਕਰਸ਼ਣ ਦਾ ਸਿਧਾਂਤ ਜਿਹੜੀ ਕਿਤਾਬ ਲਿਖੀ ਆ, ਜਿਹੜੀ ਮੈਨੂੰ ਤਾਂ ਮਤਲਬ ਬੇਇੰਤਹਾ ਚੰਗੀ ਲੱਗਦੀ ਆ, ਔਰ ਮੈਂ ਇਸ ਦੇ ਵਿੱਚ ਬਹੁਤ ਜ਼ਿਆਦਾ ਬਲੀਵ ਵੀ ਕਰਦਾ। ਇਸ ਨੂੰ ਇਹ ਜਿਹੜਾ ਸਬਜੈਕਟ ਸੀਗਾ ਕਦੋਂ ਤੋਂ ਅੰਦਰ ਤੁਹਾਨੂੰ ਤੰਗ ਕਰ ਰਿਹਾ ਸੀਗਾ, ਔਰ ਸ਼ਬਦਾਂ ਦੇ ਰੂਪ ਦੇ ਵਿੱਚ ਕਿਸ ਤਰ੍ਹਾਂ ਆਇਆ, ਕੀ ਕਾਰਨ ਪੈਦਾ ਹੋਇਆ, ਇਹਦੇ ਬਾਰੇ ਦੱਸੋ, ਫਿਰ ਆਪਾਂ ਕੀ ਗੱਲ ਕਰਦੇ ਜੀ। ਆਕਰਸ਼ਣ ਦਾ ਸਿਧਾਂਤ ਕਿਤਾਬ ਆਪਾਂ ਆਪਣੇ ਦੋਸਤਾਂ ਨੂੰ ਦਿਖਾਈ ਦਿੰਦੇ ਹਾਂ। ਇਹ ਰੀਸੈਂਟਲੀ ਆਈ ਹੈ ਕਿਤਾਬ, ਐਂਡ ਸਾਡੇ ਦੋਸਤਾਂ ਨੂੰ ਜਾਣ ਕੇ ਚੰਗਾ ਲੱਗੇਗਾ ਕਿ ਪੰਜਾਬੀ ਦੇ ਵਿੱਚ ਲਾਅ ਆਫ ਅਟਰੈਕਸ਼ਨ ਤੇ ਇਹ ਪਹਿਲੀ ਕਿਤਾਬ ਹੈ ਜਿਹੜੀ ਕਿ ਕਿਸੇ ਪੰਜਾਬੀ ਰਾਈਟਰ ਦੁਆਰਾ ਲਿਖੀ ਗਈ ਹੈ। ਐਂਡ ਮੂਲ ਰੂਪ ਦੇ ਵਿੱਚ ਹੀ ਇਹ ਲਿਖੀ ਗਈ ਹੈ। ਇੱਦਾਂ ਨਹੀਂ ਹੈਗਾ ਕਿ ਕਿਸੇ ਇੱਕ ਕਿਤਾਬ ਦੀ ਟਰਾਂਸਲੇਸ਼ਨ ਹੋਵੇ, ਐਸਾ ਕੁਝ ਨਹੀਂ ਹੈਗਾ। ਕਾਫੀ ਜ਼ਿਆਦਾ ਤਜਰਬਾ ਹੈ ਇਸ ਦੇ ਵਿੱਚ ਮੇਰਾ। ਵੈਸੇ ਜਦੋਂ ਇਸ ਕਿਤਾਬ ਬਾਰੇ ਮੈਂ ਸੋਚਿਆ ਲਿਖਣ ਬਾਰੇ, ਤਾਂ ਉਦੋਂ ਮੈਨੂੰ ਪੁਰਾਣੀਆਂ ਗੱਲਾਂ ਬਹੁਤ ਯਾਦ ਆਈਆਂ ਨੇ ਉਸ ਟਾਈਮ ਦੀਆਂ, ਜਦੋਂ ਕਿ ਅਜੇ ਕੁਝ ਵੀ ਕਰਨ ਜੋਗੇ ਨਹੀਂ ਸੀਗੇ ਜੀ। ਜਦੋਂ ਕਿ ਇਹ ਸਮਝ ਲਓ ਪਈ, ਮੈਂ ਇਹ ਸਮਝਦਾ ਹੁੰਦਾ ਸੀ ਉਸ ਦੌਰ ਦੇ ਵਿੱਚ ਕਿ ਭਾਈ ਅੱਜ ਆਪਾਂ ਸਬਜ਼ੀ ਦੇ ਨਾਲ ਰੋਟੀ ਖਾ ਲਈ ਹੈ, ਬੜਾ ਵੱਡਾ ਭਾਗਾ ਦਿਨ ਹੈ। ਨਹੀਂ ਤਾਂ ਕੈਂਡਲ ਲਾਈਟ ਡਿਨਰ ਹੁੰਦਾ ਸੀ। ਉਹ ਕਿਉਂਕਿ ਘਰ 'ਚ ਬਿਜਲੀ ਨਹੀਂ ਸੀ ਹੁੰਦੀ ਜੀ। ਐਂਡ ਚਟਨੀ ਤੇ ਅਚਾਰ ਦੇ ਨਾਲ, ਉਹ ਵੀ ਮਤਲਬ ਮੈਨੂੰ ਯਾਦ ਆਉਂਦਾ ਕਿ ਉਹ ਵੀ ਨਾ ਉਧਾਰੇ ਲਈਦੇ ਸੀ, ਗੰਢੇ, ਸਬਜ਼ੀ, ਰਾਸ਼ਨ ਵਗੈਰਾ। ਅਤੇ ਜਦੋਂ ਮੇਰੀ ਤਨਖਾਹ ਆਉਂਦੀ ਹੁੰਦੀ ਸੀ, ਉਦੋਂ ਫਿਰ ਮਹੀਨੇ ਬਾਅਦ ਉਹਨਾਂ ਨੂੰ ਪੈਸੇ ਦੇ ਦਿੰਦੇ ਸੀ। ਉਸ ਦੌਰ ਦੀ ਮੈਂ ਗੱਲ ਕਰ ਰਿਹਾ। ਉਦੋਂ ਜਿਹੜਾ ਕੁਛ ਮੈਂ ਆਪਣੇ ਹੱਡਾਂ 'ਤੇ ਹੰਢਾਇਆ, ਉਦੋਂ ਵੀ ਮੈਂ ਫੇਰ ਯਾਦ ਕਰਵਾ ਦੇ। ਮੈਂ ਇੱਕ ਕਿੱਲ ਗੱਡ ਕੇ ਗੱਲ ਕਰਨ ਦਾ ਸ਼ਬਦ ਵਰਤਿਆ ਸੀ ਥੋੜ੍ਹੀ ਦੇਰ ਪਹਿਲਾਂ। ਉਦੋਂ ਵੀ ਜੋ ਮੈਂ ਸੋਚਦਾ ਹੁੰਦਾ ਸੀ ਨਾ, ਤਾਂ ਇੱਦਾਂ ਹੀ ਸੋਚਦਾ ਹੁੰਦਾ ਸੀਗਾ। ਉਸ ਟਾਈਮ ਰੋਬੀ ਜੀ ਜੋ ਕੁਛ ਵਾਪਰਿਆ ਸੀ ਨਾ ਮੇਰੀ ਲਾਈਫ ਵਿੱਚ, ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਆਕਰਸ਼ਣ ਦੇ ਸਿਧਾਂਤ ਦੇ ਨਿਯਮਾਂ ਦੀ ਜਾਣੇ ਅਣਜਾਣ 'ਚ ਪਾਲਣਾ ਹੋ ਰਹੀ ਹੈ। ਕਿਉਂਕਿ ਆਕਰਸ਼ਣ ਦੇ ਸਿਧਾਂਤ ਦਾ ਬਹੁਤ ਵੱਡਾ ਨਿਯਮ ਹੈ ਕਿ ਤੁਸੀਂ ਉਸ ਚੀਜ਼ ਨੂੰ ਮੈਨੀਫੈਸਟ ਕਰਨਾ ਹੈ। ਉਸ ਨੂੰ ਤੁਸੀਂ ਇੱਦਾਂ ਸੋਚਣਾ ਜਿਵੇਂ ਕਿ ਉਹ ਚੀਜ਼ ਤੁਹਾਡੇ ਸਾਹਮਣੇ ਸਾਕਸ਼ਾਤ ਹੋਵੇ। ਜਿੱਦਾਂ ਸਾਡਾ ਇੱਕ ਘਰ ਹੁੰਦਾ ਸੀਗਾ। ਘਰ ਕੀ ਸੀ ਜੀ, ਇੱਕ ਪਲਾਟ ਸੀਗਾ ਸ਼ਹਿਰ ਦੇ ਵਿੱਚ, ਅਤੇ ਉਸ ਪਲਾਟ ਦੇ ਵਿੱਚ ਇੱਕ ਹਾਲ ਕਮਰਾ ਸੀਗਾ। ਕੋਈ ਬਿਜਲੀ ਨਹੀਂ ਸੀ, ਕੋਈ ਪਾਣੀ ਨਹੀਂ ਸੀਗਾ। ਅਤੇ ਉਸ ਕਮਰੇ ਦੇ ਵਿੱਚ ਰਹਿੰਦਿਆਂ ਹੋਇਆਂ, ਜਿੱਥੇ ਕਿ ਬੱਤੀ ਨਹੀਂ ਸੀ ਹੁੰਦੀ, ਸਟੋਵ 'ਤੇ ਮਾਤਾ ਰੋਟੀਆਂ ਬਣਾਉਂਦੇ ਹੁੰਦੇ ਸੀ, ਔਰ ਮੈਂ ਦੱਸ ਚੁੱਕਿਆ ਕਿਵੇਂ ਰੋਟੀਆਂ ਬਣਦੀਆਂ ਸੀ ਚਟਨੀ ਅਚਾਰ ਨਾਲ। ਉਦੋਂ ਮੈਂ ਕਾਗਜ਼ 'ਤੇ ਡਰਾਇੰਗ ਕਰਕੇ ਨਾ, ਵੀ ਇੰਨੇ ਬਾਏ ਇੰਨੇ ਦਾ ਹਾਲ ਹੈ, ਮਾਤਾ ਸਿਲਾਈ ਕਰਦੇ ਸੀ, ਮੈਂ ਮਿਣ ਲਿਆ ਫੀਤੇ ਦੇ ਨਾਲ। ਫਿਰ ਉੱਥੇ ਮੈਂ ਡਰਾਇੰਗ ਕਰਦਾ ਸੀ ਵੀ ਇੱਥੇ ਸਾਡਾ ਦੂਜਾ ਕਮਰਾ ਹੋਊਗਾ, ਇੱਥੇ ਟੋਇਲਟ ਬਾਥਰੂਮ ਹੋਊਗਾ, ਇੱਥੋਂ ਪੌੜੀਆਂ ਚੜ੍ਹਨੀਆਂ, ਇੱਥੇ ਅਸੀਂ ਵਾਸ਼ ਬੇਸਨ। ਕਿੰਨੇ ਸਾਲ ਸੀ ਉਦੋਂ ਮੇਬੀ ਹੋਊਗਾ ਮੈਂ ਕੋਈ ਤਕਰੀਬਨ 20 ਸਾਲ ਦਾ। 20 ਸਾਲ ਦੀ ਉਮਰ ਦੇ ਵਿੱਚ ਸੋਚ ਰਹੇ ਸੀ। ਹਾਂ, ਹਾਲਾਂਕਿ ਅੱਜ ਦੇ ਜਿਹੜੇ 20 ਸਾਲ ਦੇ ਬੱਚੇ ਨੇ ਬਹੁਤ ਮੈਚਿਓਰ ਹੁੰਦੇ ਨੇ, ਪਰ ਥੋੜ੍ਹਾ ਜਿਹਾ ਪਿੱਛੇ ਚੱਲ ਜਾਈਏ ਤਾਂ ਉਸ ਟਾਈਮ। ਹਾਂ, ਔਰ ਖ਼ਾਸ ਤੌਰ 'ਤੇ ਉਹ ਬੱਚਾ ਜਿਹਦੇ 'ਤੇ ਕਿ ਜਵਾਨੀ ਕਦੇ ਆਈ ਹੋ ਨਹੀਂ, ਠੀਕ ਹੈ, ਸਿੱਧੀਆਂ ਜ਼ਿੰਮੇਵਾਰੀਆਂ ਪੈ ਗਈਆਂ ਡੈਡ ਦੇ ਜਾਣ ਕਰਕੇ। ਸੋ ਉਹ ਬੰਦਾ ਅਗਰ ਉਸ ਅਵਸਥਾ ਦੇ ਵਿੱਚ ਵੀ ਇਹੋ ਜਿਹਾ ਕੋਈ ਸੁਪਨਾ ਦੇਖ ਰਿਹਾ ਔਰ ਉਹਨੂੰ ਮੈਨੀਫੈਸਟ ਕਰ ਰਿਹਾ, ਤਾਂ ਉਹ ਲਾਅ ਆਫ ਅਟਰੈਕਸ਼ਨ ਦੇ ਸਿਧਾਂਤ ਦੀ ਮੁੱਢਲੀ ਪਾਲਣਾ ਹੋ ਰਹੀ ਸੀ, ਜਿਹੜੀ ਕਿ ਮੈਨੂੰ ਨਹੀਂ ਸੀ ਪਤਾ। ਇਹਦੇ ਬਾਰੇ ਮੈਨੂੰ ਪਤਾ ਉਦੋਂ ਲੱਗਿਆ ਜਦੋਂ ਕਿ ਇਹਦੇ ਬਾਰੇ ਮੈਂ ਸਟੱਡੀ ਕੀਤੀ ਹੈਗੀ ਹੈ ਕੁਝ ਸਾਲ ਪਹਿਲਾਂ। ਮੈਂ ਕਿਹਾ ਕਮਾਲ ਹੋ ਗਈ ਬਈ, ਇਹ ਕੁਛ ਤਾਂ ਮੈਂ ਖੁਦ ਹੀ ਕਰਦਾ ਹੁੰਦਾ ਸੀ। ਸਭ ਤੋਂ ਪਹਿਲਾਂ ਕੀ ਇਹੋ ਜਿਹਾ ਪੜ੍ਹਿਆ ਜਿੱਥੋਂ ਤੁਹਾਨੂੰ ਲੱਗਿਆ ਕਿ ਮੈਂ ਲਾਅ ਆਫ ਅਟਰੈਕਸ਼ਨ ਦੇ ਬਾਰੇ ਲਿਖਾਂ, ਜਾਂ ਤੁਸੀਂ ਸੋਚਿਆ ਕਿ ਮੇਰੀ ਲਾਈਫ ਦੇ ਵਿੱਚ ਇਹ ਵਾਪਰ ਗਿਆ ਤੇ ਮੈਂ ਹੁਣ ਹੋਰ ਨੂੰ ਵੀ ਅਗਾਹ ਕਰਾਂ, ਹੋਰ ਨੂੰ ਵੀ ਦੱਸਾਂ ਕਿ ਤੁਸੀਂ ਮੈਂ ਹੋ ਸਕਦਾ ਲੇਟ ਹੋ ਗਿਆ ਮੈਂ ਆਈਡੈਂਟੀਫਾਈ ਕਰਨ ਨੂੰ, ਤੇ ਤੁਸੀਂ ਪਹਿਲੀ ਸਟੇਜ ਤੇ ਇਸ ਨੂੰ ਆਈਡੈਂਟੀਫਾਈ ਕਰੋ, ਇਸ ਪ੍ਰੋਜੈਕਟ ਤੇ ਆਪਣਾ ਕੰਮ ਕਰਨਾ ਸ਼ੁਰੂ ਕਰੋ। ਬਿਲਕੁਲ। ਇਹ ਜਦੋਂ ਮੈਂ ਇਸ ਦੀ ਸਟੱਡੀ ਕੀਤੀ ਹੈ ਨਾ ਜੀ, ਉਦੋਂ ਮੈਨੂੰ ਪਤਾ ਲੱਗਿਆ ਇਸ ਬਾਰੇ। ਸਟੱਡੀ ਕਰਨ ਤੋਂ ਪਹਿਲਾਂ ਮੈਨੂੰ ਇਹਦੇ ਬਾਰੇ ਕੁਛ ਨਹੀਂ ਸੀ ਪਤਾ। ਸਟੱਡੀ ਵੀ ਮੈਂ ਮਤਲਬ ਵੱਖਰੀਆਂ ਥਾਵਾਂ 'ਤੇ ਕੀਤੀ ਹੈ। ਵੀ ਇੱਕ ਇੰਟਰਸਟਿੰਗ ਸਬਜੈਕਟ ਹੈਗਾ ਮੇਰੀ ਪੜ੍ਹਾਈ ਦੇ ਮੁਤਲਕ ਵੀ, ਕਿ ਉਮਰ ਦੇ ਇਸ ਦੌਰ 'ਚ ਮੈਂ ਪੜ੍ਹਾਈ ਕੀਤੀ ਹੈ ਕਿ ਜਦੋਂ ਕਿ ਜਵਾਕ ਬਰਾਬਰ ਦੇ ਪੜ੍ਹਾਈਆਂ ਕਰਨ ਵਾਲੇ ਹੋਏ ਪਏ ਆ। ਮੈਂ ਨਾ ਹਿਪਨੋਸਿਸ
ਦੇ ਵਾਸਤੇ ਆਪਣੇ ਆਪ ਨੂੰ ਅਪਡੇਟ ਕਰਨ ਵਾਸਤੇ ਹੈਦਰਾਬਾਦ ਗਿਆ ਸੀਗਾ। ਜੀ ਹੈਦਰਾਬਾਦ ਉੱਥੇ ਜਿਹੜੇ ਸਾਡੇ ਟੀਚਰ ਸੀਗੇ, ਮੈਂ ਕੁਛ ਦਿਨ ਦੀਆਂ ਕਲਾਸਿਸ ਲਗਾ ਕੇ ਆਇਆ ਸੀ। ਉਹਨਾਂ ਨੇ ਗੱਲਾਂ ਗੱਲਾਂ ਦੇ ਵਿੱਚ ਲਾ ਆਫ ਅਟਰੈਕਸ਼ਨ ਸ਼ਬਦ ਵਰਤਿਆ ਤੇ ਦਾ ਸੀਕ੍ਰੇਟ ਮੂਵੀ ਬਾਰੇ ਜ਼ਿਕਰ ਕੀਤਾ। ਜੀ ਉਦੋਂ ਫਿਰ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਉਹ ਸੀ, ਮੈਂ ਨੋਟਿਸ ਤਿਆਰ ਕਰਦਾ ਰਹਿੰਦਾ ਹੁੰਦਾ ਸੀ ਉੱਥੇ ਕਲਾਸ ਵਿੱਚ ਬੈਠਾ। ਜੀ ਔਰ ਉੱਥੇ ਫਿਰ ਮੈਂ ਆਪਣੀ ਬੁੱਕ 'ਚ ਨੋਟ ਕਰ ਲਿਆ। ਇੱਥੇ ਮੈਂ ਆਇਆ, ਥੋੜ੍ਹੀ ਬਹੁਤ ਖੋਜਬੀਨ ਕੀਤੀ ਕਿ ਲਾਅ ਆਫ ਅਟਰੈਕਸ਼ਨ ਕੀ ਹੁੰਦਾ, ਮੈਨੂੰ ਅਟਰੈਕਟ ਕੀਤਾ ਉਸਨੇ। ਫਿਰ ਮੈਂ ਇੱਥੇ ਆ ਕੇ ਪ੍ਰੋਪਰ ਕੋਰਸ ਕੀਤਾ ਲਾਅ ਆਫ ਅਟਰੈਕਸ਼ਨ ਦਾ। ਆਨਲਾਈਨ ਕੋਰਸਿਸ ਚੱਲਦੇ ਆ ਇੱਥੇ ਆਸਟ੍ਰੇਲੀਆ 'ਚ। ਜੀ ਉੱਥੋਂ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਕੁਛ ਤਾਂ ਮੇਰੇ ਬਾਲਪਨ ਤੋਂ ਹੀ ਮੇਰੀ ਲਾਈਫ ਦੇ ਵਿੱਚ ਹੁੰਦਾ ਰਿਹਾ। ਫਿਰ ਮੈਨੂੰ ਲੱਗਿਆ ਵੀ ਇਸ ਸਬਜੈਕਟ 'ਤੇ ਅੱਜ ਤੱਕ ਕੋਈ ਚੀਜ਼ ਲਿਖੀ ਨਹੀਂ ਗਈ ਐਂਡ ਇਟ ਇਜ਼ ਵੈਰੀ ਅਨਫੋਰਚੂਨੇਟ। ਮੂਲ ਹੋਵੇ, ਮੂਲ ਪੰਜਾਬੀ ਦੇ ਵਿੱਚ ਹੋਵੇ। ਮੂਲ ਪੰਜਾਬੀ ਹੈ ਹੀ ਨਹੀਂ ਜੀ। ਇੱਕ ਦਾ ਸੀਕ੍ਰੇਟ ਹੀ ਹੈ ਇਕੱਲੀ, ਜਿੰਨੀ ਕਿ ਮੈਨੂੰ ਨੌਲੇਜ ਹੈਗੀ ਹੈ। ਜੀ ਸਿਰਫ ਦਾ ਸੀਕ੍ਰੇਟ ਫਿਲਮ ਜਾਂ ਉਸ ਦੀ ਜਿਹੜੀ ਕਿਤਾਬ ਆਈ ਸੀ ਰੋਂਡਾ ਬਰਨ ਦੁਆਰਾ ਲਿਖੀ, ਜਿਹੜੀ ਕਿ ਆਸਟ੍ਰੇਲੀਅਨ ਲੇਖਿਕਾ ਹੈਗੇ ਨੇ, ਜੀ ਉਹ ਬਹੁਤ ਪਪੂਲਰ ਕਿਤਾਬ ਹੈ ਔਰ ਉਸ ਦੀ ਟਰਾਂਸਲੇਸ਼ਨ ਮਿਲਦੀ ਹੈ ਪੰਜਾਬੀ ਦੇ ਵਿੱਚ, ਜਿਹੜੀ ਕਿ ਲਾਅ ਆਫ ਅਟਰੈਕਸ਼ਨ 'ਤੇ ਲਿਖੀ ਹੈ। ਫਿਰ ਮੈਨੂੰ ਲੱਗਿਆ ਕਿ ਇਸ 'ਤੇ ਕਿਤਾਬ ਲਿਖਣੀ ਚਾਹੀਦੀ ਹੈ। ਔਰ ਉਸ ਕਿਤਾਬ ਲਿਖਣ ਦੇ ਦੌਰ ਤੋਂ ਪਹਿਲਾਂ ਆਪਣੇ ਸਾਈਕੋਲੋਜੀ ਦੇ ਖੇਤਰ 'ਚ ਜਿਹੜੀ ਮੈਂ ਪ੍ਰੈਕਟਿਸ ਕਰ ਰਿਹਾ, ਉਹਦੇ ਵਿੱਚ ਆਪਣੇ ਕਲਾਇੰਟਸ 'ਤੇ ਵੀ ਇਸ ਨੂੰ ਅਜਮਾਉਣਾ ਸ਼ੁਰੂ ਕਰ ਦਿੱਤਾ। ਜੀ ਉਸ ਤੋਂ ਬੜੇ ਗਜ਼ਬ ਦੇ ਨਤੀਜੇ ਨਿਕਲੇ। ਜੀ ਈਵਨ ਜਿਵੇਂ ਮੈਂ ਹੁਣ ਕਹਿੰਦਾ ਕਿ ਅਗਰ ਕੋਈ ਇਸ ਕਿਤਾਬ ਨੂੰ ਪ੍ਰੋਪਰ ਤਰੀਕੇ ਨਾਲ ਫੋਲੋ ਕਰਦਾ ਹੈ, ਜਿਸ ਤਰੀਕੇ ਨਾਲ ਸਟਾਰਟਿੰਗ 'ਚ ਦੱਸਿਆ, ਉਸ ਬੰਦੇ ਦੀ ਸੋਚ ਜਿਹੜੀ ਪੋਜ਼ਿਟਿਵ ਹੋਵੇਗੀ ਹੀ ਹੋਵੇਗੀ। ਉਹਦੀ ਜ਼ਿੰਦਗੀ ਵਿੱਚ ਬਦਲਾਅ ਆਵੇਗਾ ਹੀ ਆਵੇਗਾ। ਇਹ ਹੋ ਹੀ ਨਹੀਂ ਸਕਦਾ ਕਿ ਉਹਦੀ ਜ਼ਿੰਦਗੀ 'ਚ ਬਦਲਾਅ ਨਾ ਆਵੇ। ਜੀ ਸੋ ਉਹ ਸਾਰਾ ਕੁਝ ਜਿਹੜਾ ਦਾਅਵਾ ਮੈਂ ਕਰ ਰਿਹਾ ਉਹ ਆਪਣੇ ਤਜਰਬੇ ਦੇ ਆਧਾਰ 'ਤੇ ਕਰ ਰਿਹਾ। ਇੱਕ ਤਾਂ ਮੇਰੇ ਪਰਸਨਲ ਲਾਈਫ ਦਾ ਤਜਰਬਾ ਹੋਵੇ, ਦੂਸਰਾ ਮੇਰੇ ਕਲਾਇੰਟਸ 'ਤੇ ਜੀ ਜੋ ਮੈਂ ਪ੍ਰੈਕਟਿਸ ਕੀਤੀ, ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਗਿਆਨ ਦਿੱਤਾ। ਜੀ ਫਿਰ ਰੋਬੀ ਜੀ ਇੱਕ ਬੜਾ ਗਜ਼ਬ ਦਾ ਆਈਡੀਆ ਮੇਰੇ ਮਾਈਂਡ 'ਚ ਆਇਆ। ਇਹ ਆਈਡੀਆ ਮੈਂ ਇਸ ਬ੍ਰੇਕ ਤੋਂ ਬਾਅਦ, ਕਿਉਂਕਿ ਮੈਂ ਆਈਡੀਆ ਤੁਹਾਡਾ ਲੰਬਾ ਹੋਊਗਾ ਤਾਂ ਤੁਹਾਨੂੰ ਹੋਲਡ ਕਰਨਾ ਚਾਹੂੰਗਾ। ਦੋਸਤੋ ਇਸੇ ਤਰੀਕੇ ਬਣਾਈ ਰੱਖੋ ਰਾਬਤਾ ਮੇਰੇ ਨਾਲ। ਹੁਣੇ ਵਾਪਸ ਆਉਣਾ, ਛੋਟੀ ਜਿਹੀ ਬ੍ਰੇਕ ਆ, ਬਸ ਬਹੁਤ ਛੋਟੀ ਜਿਹੀ ਬ੍ਰੇਕ ਆ, ਜਲਦੀ ਹੀ ਤੁਹਾਡੀ ਕਚਹਿਰੀ ਦੇ ਵਿੱਚ ਫਿਰ ਤੋਂ ਹਾਜ਼ਰ ਹੋਣੇ ਆ ਜੀ। ਵਾਪਸ ਆਉਣੇ ਆ ਔਰ ਜਾਣਾਂਗੇ ਇੱਕ ਗਜ਼ਬ ਦਾ ਆਈਡੀਆ ਜੀ। ਵੈਲਕਮ ਬੈਕ ਜੀ। ਹੁਣ ਚਰਚਾ ਦੇ ਇਸ ਅਗਲੇ ਸੈਗਮੈਂਟ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਰਿਸ਼ੀ ਗੁਲਾਟੀ ਜੀ ਨਾਲ ਫਾਰਮਲ ਹੋਣ ਦੀ ਕੋਸ਼ਿਸ਼ ਦੇ ਵਿੱਚ ਜਿਹੜੀਆਂ ਕੈਜੂਅਲ ਜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਜਿਹਦੇ ਵਿੱਚ ਜ਼ਿਆਦਾ ਸਾਡੀ ਆਪਣੀ ਜਿਹੜੀ ਦੋਸਤੀ ਆ ਜਾਂ ਅਸੀਂ ਇੱਕ ਦੂਜੇ ਦੇ ਨਾਲ ਵਿਚਰਦੇ ਆਂਗੇ ਉਹ ਜ਼ਿਆਦਾ ਰਿਫਲੈਕਟ ਕਰ ਰਹੀ ਆ। ਫੀਲ ਹੀ ਨਹੀਂ ਹੋ ਰਿਹਾ ਕਿ ਕਿਸੇ ਦੀ ਇੰਟਰਵਿਊ ਜਾਂ ਕਿਸੇ ਦੀ ਸ਼ਖਸੀਅਤ ਨੂੰ ਖੋਲ੍ਹਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ। ਸੋ ਬੜਾ ਚੰਗਾ ਲੱਗ ਰਿਹਾ ਮੈਨੂੰ ਤਾਂ। ਉਮੀਦ ਆ ਤੁਸੀਂ ਵੀ ਇਸ ਨੂੰ ਸਾਡੀ ਗੱਲਬਾਤ ਨੂੰ ਇੰਜੋਏ ਕਰ ਰਹੇ ਹੋਗੇ। ਗੁਲਾਟੀ ਸਾਹਿਬ, ਜਿਹੜੀ ਆਪਾਂ ਗੱਲਬਾਤ ਕਰ ਰਹੇ ਸਾਂ ਕਿ ਜਿੱਦਾਂ ਆਈਡੀਆ ਦੀ ਗੱਲ ਕਰ ਰਹੇ ਸੀਗੇ, ਇਸ ਬੁੱਕ ਨੂੰ ਲਿਖਣ ਦੀ ਗੱਲ ਹੋ ਰਹੀ ਸੀਗੀ ਕਿ ਇਸ ਨੂੰ ਅੱਗੇ ਕਿਸ ਤਰ੍ਹਾਂ ਐਜ਼ ਏ ਟੂਲ ਯੂਜ਼ ਕੀਤਾ ਜਾ ਸਕਦਾ, ਤਾਂ ਉਸ ਦੇ ਬਾਰੇ ਤੁਸੀਂ ਦੱਸੋ ਜੀ। ਬਿਲਕੁਲ, ਮੇਰੀ ਜਾਣਕਾਰੀ ਦੇ ਮੁਤਾਬਕ ਸਾਡੇ ਭਾਈਚਾਰੇ ਦੇ ਵਿੱਚ ਵੱਧ ਤੋਂ ਵੱਧ ਦਾ ਸੀਕ੍ਰੇਟ ਬਾਰੇ ਪਤਾ ਲੋਕਾਂ ਨੂੰ। ਦਾ ਸੀਕ੍ਰੇਟ ਜਿਹੜੀ ਕਿ ਰੋਂਡਾ ਬਰਨ ਦੁਆਰਾ ਲਿਖੀ ਕਿਤਾਬ ਹੈ, ਉਹਦੀ ਪੰਜਾਬੀ ਟਰਾਂਸਲੇਸ਼ਨ। ਹੁਣ ਜਦੋਂ ਰੋਬੀ ਜੀ ਇਹ ਆਈਡੀਆ ਮੇਰੇ ਮਨ ਦੇ ਵਿੱਚ ਆਇਆ ਕਿਤਾਬ ਲਿਖਣ ਦਾ, ਕਿਵੇਂ ਕਿ ਮੈਂ ਸੋਚਿਆ ਸਾਨੂੰ ਇਸ ਉਮਰ ਦੇ ਦੌਰ ਵਿੱਚ ਪਤਾ ਲੱਗ ਰਿਹਾ ਇਸ ਚੀਜ਼ ਬਾਰੇ। ਅਗਰ ਸਾਨੂੰ ਪਹਿਲਾਂ ਤੋਂ ਪਤਾ ਹੁੰਦਾ ਇਹਨਾਂ ਚੀਜ਼ਾਂ ਬਾਰੇ ਵੀ ਨੈਗੇਟਿਵਿਟੀ ਨਾਲ ਕਿਵੇਂ ਨਜਿੱਠਣਾ ਹੈ, ਸਕਾਰਾਤਮਕ ਤਰੰਗਾਂ ਕੀ ਹੁੰਦੀਆਂ ਨੇ, ਨਕਾਰਾਤਮਕ ਤਰੰਗਾਂ ਕੀ ਹੁੰਦੀਆਂ ਨੇ, ਇਹ ਸਬਕੌਂਸ਼ੀਅਸ 'ਤੇ ਕਿੱਦਾਂ ਪ੍ਰਭਾਵ ਪਾਉਂਦੀਆਂ ਨੇ, ਅਗਰ ਸਾਨੂੰ ਇਹਨਾਂ ਚੀਜ਼ਾਂ ਦਾ ਪਹਿਲਾਂ ਪਤਾ ਹੁੰਦਾ ਤਾਂ ਜੋ ਸੰਘਰਸ਼ ਦੇ ਦੌਰ 'ਚੋਂ ਅਸੀਂ ਗੁਜ਼ਰੇ ਹਾਂ, ਹਾਲਾਤ ਅਸੀਂ ਨਹੀਂ ਬਦਲ ਸਕਦੇ, ਬਟ ਜੋ ਅਸੀਂ ਸੰਘਰਸ਼ ਦੇ ਦੌਰ 'ਚੋਂ ਗੁਜ਼ਰੇ ਹਾਂ ਜਾਂ ਬਹੁਤ ਸਾਰੇ ਹੋਰ ਵੀ ਨੌਜਵਾਨ ਗੁਜ਼ਰ ਰਹੇ ਨੇ, ਉਸ ਨੂੰ ਕਿਸੇ ਹੋਰ ਤਰੀਕੇ ਨਾਲ ਹੈਂਡਲ ਕਰਦੇ ਜੀ। ਠੀਕ ਹੈ। ਹੁਣ ਮੇਰੇ ਮਨ 'ਚ ਇਹ ਸੋਚ ਆਈ ਕਿ ਅਗਰ ਇਹੀ ਜਾਣਕਾਰੀ ਨੂੰ ਮੈਂ ਆਸਾਨ ਭਾਸ਼ਾ ਦੇ ਵਿੱਚ
ਆਪਣੇ ਰੀਡਰਸ ਨੂੰ ਦਿਆਂ, ਤਾਂ ਉਹ ਇਸ ਸੰਘਰਸ਼ ਤੋਂ ਬਚ ਸਕਦੇ ਨੇ ਜਿਹੜਾ ਸੰਘਰਸ਼ ਅਸੀਂ ਕੀਤਾ ਜੀ। ਔਰ ਮਿੱਤਰ ਪਿਆਰੇ, ਉਸ ਤੋਂ ਅਗਲੀ ਕਹਾਣੀ ਦੇ ਵਿੱਚ ਰੋਬੀ ਐਂਟਰ ਕਰ ਜਾਂਦੇ ਨੇ। ਜਦੋਂ ਕਿਤਾਬ ਲਿਖੀ ਜਾ ਰਹੀ ਸੀ ਆਕਰਸ਼ਣ ਦਾ ਸਿਧਾਂਤ, ਇਹ ਅਜੇ ਇਸ ਰੂਪ ਦੇ ਵਿੱਚ ਨਹੀਂ ਸੀ ਆਈ, ਸਿਰਫ ਇੱਥੇ ਸੀਗੀ। ਐਂਡ ਉਸ ਨੂੰ ਮੈਂ ਰਾਈਟ ਅਪ ਕਰ ਰਿਹਾ ਸੀ ਤਾਂ ਇੱਕ ਦਿਨ ਰੋਬੀ ਜੀ ਆਪਣੇ ਘਰ ਆਏ ਅਤੇ ਉਹਨਾਂ ਨੂੰ ਮੈਂ ਦੱਸਿਆ ਕਿ ਆਹ ਕੁਛ ਮੇਰੇ ਮਾਈਂਡ ਦੇ ਵਿੱਚ ਚੱਲ ਰਿਹਾ, ਔਰ ਉਹਨਾਂ ਨੂੰ ਕਿਤਾਬ ਦਿਖਾਈ ਜਿਹੜੀ ਕਿ ਤਕਰੀਬਨ ਮੇਰੇ ਖਿਆਲ 70% ਮੈਕਸੀਮਮ ਕੰਪਲੀਟ ਹੋਈ ਹੋਏਗੀ, ਜਿਹੜੀ ਕਿ ਫਸਟ ਹੈਂਡ ਰਾਈਟ ਸੀਗਾ, ਰਫ ਲਿਖੀ ਜਾ ਰਹੀ ਸੀ। ਉਹ ਰੋਬੀ ਜੀ ਨੂੰ ਆਈਡੀਆ ਪਸੰਦ ਆਇਆ। ਇਹਨਾਂ ਨੂੰ ਮੈਂ ਦੱਸਿਆ ਕਿ ਮੈਂ ਇਸ ਪ੍ਰੋਡਕਟ ਨੂੰ ਇਹੋ ਜਿਹਾ ਬਣਾਉਣਾ ਚਾਹੁੰਦਾ ਜਿਹੜਾ ਕਿ ਲੋਕਾਂ ਦੀ ਸੋਚ ਬਦਲਣ ਦੇ ਸਮਰੱਥ ਹੋਏਗਾ। ਸੋਚ ਬਦਲਣਾ ਕਿਸੇ ਦੀ ਇਹ ਛੋਟਾ ਵਰਡ ਨਹੀਂ ਹੈਗਾ। ਤਾਂ ਫਿਰ ਰੋਬੀ ਜੀ ਨੇ ਅਸੀਂ ਹੁਣ ਥੋੜਾ ਸਵਾਈਪ ਕਰਾਂਗੇ ਜੀ, ਇਹ ਮੇਰੇ ਮੈਂ ਇਹਨਾਂ ਦਾ ਗੈਸਟ ਬਣ ਜਾਊਂਗਾ, ਇਹ ਮੇਰੇ ਹੋਸਟ ਬਣ ਜਾਣਗੇ। ਸੋ ਬਿਕੋਜ਼ ਇਹ ਗੱਲ ਉਹੀ ਆ। ਹਾਂ, ਇਹ ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਬਿਕੋਜ਼ ਇਹ ਸਬਜੈਕਟ ਸਾਡਾ ਜੁਆਇੰਟਲੀ ਕਿਤੇ ਨਾ ਕਿਤੇ ਹੈ, ਬਟ ਓਬਵੀਅਸਲੀ ਅਸੀਂ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਪਰਸਨੈਲਿਟੀ ਨੂੰ ਖੋਜਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਹਾਂ। ਤਾਂ ਉਸ ਦੇ ਵਿੱਚ ਮੇਰਾ ਵੀ ਕਿਤੇ ਰੋਲ ਆ ਗਿਆ, ਪਾਰਟ ਆ ਗਿਆ। ਕਿੱਤੇ ਦੇ ਵਜੋਂ ਕਾਲਜ ਜਿਹੜਾ ਹੈ ਜੋ ਮੀਡੀਆ ਦੇ ਜ਼ਰੀਏ ਤੁਹਾਡੇ ਸਾਹਮਣੇ ਰੂਬਰੂ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਉਹ ਸ਼ੌਕ ਹੈ, ਜ਼ਿਆਦਾ ਕੋਸ਼ਿਸ਼ ਹੈ ਕਿ ਕੋਈ ਚੇਂਜ ਲਿਆਂਦੀ ਜਾਵੇ ਆਪਣੇ ਹਾਲਾਤਾਂ ਤੋਂ ਸਿੱਖਦਿਆਂ ਹੋਇਆਂ। ਸੋ ਉਸ ਜੋ ਕਿੱਤਾ ਜਿਹੜਾ ਸਾਡਾ ਜਿੱਥੋਂ ਰੋਜੀ ਰੋਟੀ ਮਿਲਦੀ ਆ, ਉਹ ਕਾਲਜਸ ਨੇ, ਜਿਸ ਦੇ ਤਹਿਤ ਅਸੀਂ ਇੱਥੋਂ ਦੇ ਵਿਦਿਆਰਥੀਆਂ ਨੂੰ, ਜਾਂ ਇੰਡੀਆ ਤੋਂ ਜਾਂ ਹੋਰ ਜਿਹੜੇ ਮੁਲਕਾਂ ਦੇ ਵਿੱਚੋਂ ਵਿਦਿਆਰਥੀ ਇੱਥੇ ਆਉਂਦੇ ਨੇ, ਉਹਨਾਂ ਨੂੰ ਅਸੀਂ ਐਜੂਕੇਸ਼ਨ ਪ੍ਰੋਵਾਈਡ ਕਰਵਾਉਂਦੇ ਹਾਂ। ਉਸ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਜਿਹੜਾ ਸਬਜੈਕਟ ਦੇ ਨਾਲ ਮੇਰਾ ਬਹੁਤ ਨੇੜੇ ਤੋਂ ਰਾਬਤਾ ਰਹਿੰਦਾ ਰਿਸ਼ੀ ਜੀ, ਉਹ ਹੈਗਾ ਮੈਂਟਲ ਹੈਲਥ ਦੇ ਨਾਲ। ਸੋ ਮੈਂਟਲ ਹੈਲਥ ਦੇ ਨਾਲ ਉੱਥੋਂ ਜਦੋਂ ਸਬਜੈਕਟ ਨੂੰ ਸਟੱਡੀ ਕਰ ਰਿਹਾ ਸਾਂ, ਤਾਂ ਉਦੋਂ ਹੀ ਇਹ ਲਾਅ ਆਫ ਅਟਰੈਕਸ਼ਨ ਬਾਰੇ ਮੇਰੇ ਨਾਲ ਵੀ, ਮੇਰੇ ਦਿਮਾਗ ਦੇ ਵਿੱਚ ਵੀ ਇਹ ਲੰਘੀਆਂ ਗੱਲਾਂ, ਔਰ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਐਦਾਂ ਦਾ ਕੁਝ ਹੋਇਆ ਜਿਹੜਾ ਮੈਂ ਖੁਦ ਉਸ ਦਾ ਸਬੂਤ ਹਾਂ ਆਪਣੇ ਆਪ ਦੇ ਵਿੱਚ। ਛੋਟੀ ਗੱਲ ਜੇ ਅਸੀਂ ਦੇਖ ਲਈਏ, ਦੀਵਾਲੀ ਨੂੰ ਲਿਆਂਦੀ ਹੈਗੀ ਜਿਹੜੀ ਫੋਟੋ ਹੁੰਦੀ ਹੈ ਇੱਕ, ਜਿਸ ਦੇ ਉੱਪਰ ਅਸੀਂ ਬਾਬਿਆਂ ਦੀਆਂ ਫੋਟੋ ਹੁੰਦੀਆਂ, ਦੇਵੀ ਦੇਵਤਿਆਂ ਦੀਆਂ ਫੋਟੋ ਹੁੰਦੀਆਂ, ਅਤੇ ਮੇਰੇ ਯਾਦ ਆ ਉਹ ਦਿਨ, ਮੇਰੇ ਯਾਦ ਆ ਉਹ ਦੁਕਾਨ, ਮੇਰੇ ਯਾਦ ਆ ਉਹ ਜਗ੍ਹਾ, ਅਤੇ ਮੇਰੇ ਯਾਦ ਆ ਉਹ ਫੋਟੋ ਜਦੋਂ ਮੈਂ ਲੈ ਕੇ ਆਇਆ ਸਾਂ। ਔਰ ਜਦੋਂ ਉਸ ਕੰਧ ਦੇ ਉੱਪਰ ਲਿਆ ਕੇ ਉਹ ਰਿਸ਼ੀ ਜੀ ਟੰਗੀ ਸੀ, ਤਾਂ ਮੈਂ ਉਸ ਫੋਟੋ ਨੂੰ ਸਿਰਫ ਫੋਟੋ ਦੇ ਤੌਰ 'ਤੇ ਨਹੀਂ ਦੇਖਿਆ ਸੀ, ਉਹ ਫੋਟੋ ਸੀ ਇੱਕ ਵਿਦੇਸ਼ੀ ਘਰ ਦੀ। ਸੋ ਉਸ ਵਿਦੇਸ਼ੀ ਘਰ ਦੇ ਅੱਗੇ ਜੋ ਲੈਂਡਸਕੇਪਿੰਗ ਕੀਤੀ ਹੋਈ ਸੀ, ਉਹ ਮੈਨੂੰ ਇੰਨੀ ਜ਼ਿਆਦਾ ਟੱਚ ਕੀਤੀ। ਇਹ ਮੇਰੇ ਖਿਆਲ ਦੇ ਵਿੱਚ ਸਕੂਲ ਦੇ ਵਿੱਚ ਹੀ ਸੀ, ਮੈਂ ਬਹੁਤ ਛੋਟਾ ਸੀਗਾ ਉਦੋਂ। ਅਤੇ ਉਸੇ ਸਟੇਜ 'ਤੇ ਮੈਂ ਸੋਚਣ ਲੱਗ ਗਿਆ ਸੀ ਕਿ ਇੱਦਾਂ ਦੀ ਲੈਂਡਸਕੇਪ ਦੇ ਉੱਪਰ ਜੇ ਮੈਂ ਸਾਈਕਲ ਚਲਾਵਾਂ ਤਾਂ ਕਿੰਨਾ ਮਜ਼ਾ ਆਵੇ। ਔਰ ਉਹ ਦਿਮਾਗ ਦੇ ਵਿੱਚ ਉਦੋਂ ਤੋਂ ਵਰਕ ਕਰਨਾ ਸ਼ੁਰੂ ਕੀਤਾ। ਔਰ ਇਹ ਤਾਂ ਜਦੋਂ ਮੇਰੀ ਸੋਚ ਬਹੁਤ ਬਚਪਨੇ 'ਚ ਸੀ, ਉਦੋਂ ਤੋਂ ਵਰਕ ਹੋ ਰਿਹਾ ਸੀ। ਬਟ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਕੰਮ ਹੋਏ ਮੇਰੇ ਨਾਲ, ਇਹੋ ਜਿਹੇ ਛੋਟੇ ਛੋਟੇ ਇਵੈਂਟ ਹੁੰਦੇ ਨੇਗੇ, ਜਿਹਦੇ ਵਿੱਚ ਤੁਹਾਡੇ ਜ਼ਿੰਦਗੀ ਦੇ ਵਿੱਚ ਵੀ ਹੁੰਦੇ ਹੋਣੇ, ਜਿਹਦੇ ਵਿੱਚ ਅਸੀਂ ਕਿਸੇ ਨੂੰ ਯਾਦ ਕਰੀਏ ਤਾਂ ਉਹਦਾ ਕੁਦਰਤੀ ਫੋਨ ਆ ਜਾਂਦਾ। ਸੋ ਜਾਂ ਅਸੀਂ ਕਿਸੇ ਨੂੰ ਆਪਣੇ ਨੂੰ ਯਾਦ ਕਰੀਏ ਤਾਂ ਉਹ ਕਹਿੰਦਾ, ਹਾਂ ਯਾਰ ਕੱਲ੍ਹ ਮੈਂ ਵੀ ਤੇਰੇ ਬਾਰੇ ਸੋਚ ਰਿਹਾ ਸੀਗਾ। ਤਾਂ ਇਹ ਤੁਹਾਨੂੰ ਇੰਡੀਕੇਸ਼ਨਸ ਨੇਗੀਆਂ ਕਿ ਦੇਅਰ ਇਜ਼ ਸਮਥਿੰਗ ਵਿਚ ਕਾਲਡ ਲਾਅ ਆਫ ਅਟਰੈਕਸ਼ਨ, ਕਿ ਤੁਸੀਂ ਇੱਕ ਦੂਜੇ ਨੂੰ, ਤੁਹਾਡੀ ਜਿਹੜੀ ਫਰੀਕੁਐਂਸੀ ਹੈ ਉਹ ਇੱਕ ਦੂਜੇ ਨੂੰ ਅਟਰੈਕਟ ਕਰ ਰਹੀ ਆ। ਮੇਰੀ ਜਿਹੜੀ ਇਸ ਦੇ ਉੱਪਰ ਖੋਜ ਹੈ ਜਾਂ ਕੰਮ ਹੈ, ਉਹ ਮੋਰ ਐਜੂਕੇਸ਼ਨਲ ਬੇਸ ਦੇ ਉੱਪਰ ਹੈ। ਉਸ ਨੂੰ ਮੈਂ ਉਸ ਤਰੀਕੇ ਨਾਲ ਦੇਖਦਾ, ਪਰ ਉਸ ਨੂੰ ਬੜੀ ਇੱਕ ਸੌਖੀ ਤਰੀਕੇ ਦੇ ਨਾਲ, ਸੌਖੀ ਭਾਸ਼ਾ ਦੇ ਵਿੱਚ, ਜਿਸ ਨੂੰ ਯੂਟੀਲਾਈਜ਼ ਕੀਤਾ ਜਾ ਸਕੇ ਪਿੰਡਾਂ ਦੇ ਵਿੱਚ, ਉਹਨਾਂ ਲੋਕਾਂ ਨੂੰ ਜੋ ਇਸ ਸੋਚ ਤੋਂ ਦੂਰ ਨੇ। ਜੇ ਉਹ ਤਰਜਮਾਨਾ ਜਾਂ ਤਰਜਮਾ ਕੀਤੇ ਹੋਏ, ਮਾਫੀ ਚਾਹੁੰਦਾ, ਤਰਜਮਾ ਕੀਤੀ ਹੋਈ ਕਿਤਾਬ ਜੇ ਪੰਜਾਬੀ ਦੇ ਵਿੱਚ ਉਹਨਾਂ ਨੂੰ ਕੋਈ ਮਿਲਦੀ ਹੈ, ਤਾਂ ਉਸ ਦੇ ਵਿੱਚ ਉਹ ਰਸ ਨਹੀਂ ਮਿਲੂਗਾ। ਇਹਦੇ ਵਿੱਚ ਜਿਹੜੀਆਂ ਆਕਰਸ਼ਣ ਦਾ ਸਿਧਾਂਤ ਦੀ ਜਦੋਂ ਗੱਲ ਹੋ ਰਹੀ ਸੀ, ਇਹਦੀਆਂ ਕਹਾਣੀਆਂ ਸਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਹਾਲਾਤਾਂ ਦੇ ਨਾਲ ਜੁੜੀਆਂ ਹੋਈਆਂ ਨੇ, ਜਿੱਥੇ ਇੱਕ ਲੇਖਕ ਆ ਜੋ ਚਟਨੀ ਦੇ ਨਾਲ ਰੋਟੀ ਖਾਂਦਾ, ਜਾਂ ਉਹ ਪਿਆਜ਼ ਜਾਂ ਗੰਢਿਆਂ ਦੇ ਨਾਲ ਹੀ ਰੋਟੀ ਖਾ ਕੇ ਆਪਣਾ ਗੁਜ਼ਾਰਾ ਕਰਦਾ, ਪਰ ਮਨ ਦੇ ਵਿੱਚ ਉਹ ਆਪਣੀ ਸੋਚ ਦਾ ਉਹ ਕਿੱਲ ਗੱਡ ਕੇ ਰੱਖਦਾ। ਔਰ ਉਹ ਉਸ ਸਫ਼ਰ ਦੀ ਜਿਹੜੀ ਕਹਾਣੀ ਹੈ, ਇਹ ਕਿਤਾਬ ਦੇ ਰੂਪ ਦੇ ਵਿੱਚ ਨਾਲ ਸਾਡੇ ਸਾਹਮਣੇ ਬੈਠੇ ਰਿਸ਼ੀ ਗੁਲਾਟੀ ਜੀ ਸਿਰਫ ਲੇਖਕ ਹੀ ਨਹੀਂ, ਆਪਣੇ ਆਪ ਨੂੰ ਕਾਮਯਾਬ ਇਨਸਾਨ ਵੀ ਨੇ ਜ਼ਿੰਦਗੀ ਦੇ ਵਿੱਚ, ਕੰਮ ਦੇ ਮਾਮਲੇ ਦੇ ਵਿੱਚ ਵੀ, ਹਰ ਜਗ੍ਹਾ ਦੇ ਮਾਮਲੇ, ਹਰ ਤਰੀਕੇ ਦੇ ਨਾਲ ਖੁਸ਼, ਇੱਕ ਸੰਤੁਸ਼ਟ ਜਿਹੜੀ ਸ਼ਖਸੀਅਤ ਦੇ ਰੂਪ ਦੇ ਵਿੱਚ ਆਏ ਨੇ। ਜਦੋਂ ਮੈਂ ਇਹਨਾਂ ਕੋਲ ਬੈਠਾ ਸਾਂ, ਮੈਂ ਇਹ ਪੂਰੀ ਗੱਲ ਇਸ ਲਈ ਸਾਂਝੀ ਕਰਨਾ ਚਾਹੁੰਦਾ ਕਿ ਕੀ ਅਸੀਂ ਇਸ ਨੂੰ ਕਿੱਥੇ ਲੈ ਕੇ ਜਾਣਾ ਚਾਹ ਰਹੇ ਸਾਂ ਜਾਂ ਚਾਹ ਰਹੇ ਹਾਂ, ਔਰ ਜਾਵੇਗੀ।
ਉਹ ਇਹੀ ਸੀ ਕਿ ਜਦੋਂ ਇਹਨਾਂ ਨੇ ਇਸ ਸਬਜੈਕਟ ਦਾ ਜਿਹੜਾ ਗੱਲ ਕੀਤੀ ਮੇਰੇ ਕੋਲ ਕਿ ਮੈਂ ਇਸ ਦੇ ਉੱਪਰ ਲਿਖਣਾ ਸ਼ੁਰੂ ਕਰੂੰਗਾ, ਤਾਂ ਉਸੇ ਸਟੇਜ ਤੋਂ ਫਿਰ ਅਸੀਂ ਦੋਨਾਂ ਨੇ ਗੱਲ ਕੀਤੀ। ਮੈਂ ਕਿਹਾ ਕਿ ਯਾਰ ਤੇਰੇ ਕੋਲ ਜਿਹੜਾ ਖਜ਼ਾਨਾ ਗਾ ਸ਼ਬਦਾਂ ਦਾ, ਤੇਰੇ ਅੰਦਰ ਇਹੋ ਜਿਹੀ ਕਲਾ ਕਿ ਤੁਸੀਂ ਆਪਣੇ ਸ਼ਬਦਾਂ ਨੂੰ, ਜਿਹੜਿਆਂ ਨੂੰ, ਆਪਣੇ ਥਾਟਸ ਨੂੰ ਪੈਨ ਦੇ ਰਾਹੀਂ ਤੁਸੀਂ ਪੇਪਰ ਦੇ ਉੱਪਰ ਤੁਸੀਂ ਉਕੇਰ ਸਕਦੇ ਹੋ। ਲੈਟ ਮੀ ਡੂ ਅਦਰ ਪਾਰਟ। ਮੈਂ ਦੂਸਰੇ ਪਾਸਿਓਂ ਇਸ ਨੂੰ ਦੇਖਦਾ, ਇਸ ਨੂੰ ਮਾਰਕੀਟ ਕਿੱਦਾਂ ਕੀਤਾ ਜਾਵੇ, ਲੋਕਾਂ ਤੱਕ ਪਹੁੰਚਾਇਆ ਕਿੱਦਾਂ ਜਾਵੇ। ਉੱਥੋਂ ਫਿਰ ਸਾਡੇ ਦਿਮਾਗ ਦੇ ਵਿੱਚ ਆਈਡੀਆ ਆਇਆ ਕਿ ਕਿਤਾਬ ਜਦੋਂ ਛਪ ਕੇ ਆਵੇ, ਉਸ ਤੋਂ ਬਾਅਦ ਫਿਰ ਅਸੀਂ ਇਸ ਕਿਤਾਬ ਨੂੰ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਪਹੁੰਚਾਈਏ। ਹੁਣ ਜੋ ਸਫ਼ਰ ਹੈ ਪਿੰਡਾਂ ਦੇ ਵਿੱਚ ਪਹੁੰਚਾਉਣ ਦਾ, ਬਿਕੋਜ਼ ਉਹ ਕਾਫੀ ਲੰਬਾ ਲੰਬੇਰਾ ਗਾ ਔਰ ਸਾਲਾਂ ਬੱਧੀ ਉਹ ਚੱਲੂਗਾ, ਔਰ ਉਸ ਦੀ ਸ਼ੁਰੂਆਤ ਹੋ ਚੁੱਕੀ ਆ। ਸ਼ੁਰੂਆਤ ਕਿੱਦਾਂ ਹੋਈ ਆ ਉਹ ਰਿਸ਼ੀ ਜੀ ਤੁਸੀਂ ਦੱਸੋ। ਬਿਲਕੁਲ। ਇਹਦੇ ਪਿੱਛੇ ਜੋ ਕਨਸੈਪਟ ਡਿਵੈਲਪ ਕੀਤਾ ਗਿਆ ਰੋਬੀ ਵੱਲੋਂ, ਉਹ ਇਹ ਸੀਗਾ ਕਿ ਅਸੀਂ ਅਗਰ ਆਪਣੇ ਟੀਚਰਸ ਨੂੰ ਸਿੱਖਿਆ ਦੇ ਦਿੰਦੇ ਹਾਂ ਇਸ ਸਬਜੈਕਟ ਦੇ ਬਾਰੇ, ਲਾਅ ਆਫ ਅਟਰੈਕਸ਼ਨ ਦੇ ਬਾਰੇ, ਤਾਂ ਉਹ ਜਿਵੇਂ ਨੈਤਿਕ ਸਿੱਖਿਆ ਦਿੰਦੇ ਨੇ ਬੱਚਿਆਂ ਨੂੰ ਵੀ ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਨੂੰ ਪਿਆਰ ਕਰੋ, ਅਤੇ ਸਭ ਨੂੰ ਸਤਿ ਸ੍ਰੀ ਅਕਾਲ ਬੁਲਾਓ, ਪੈਰੀਂ ਹੱਥ ਲਾਓ, ਵਗੈਰਾ ਵਗੈਰਾ, ਜੋ ਵੀ ਆਪਾਂ ਬੱਚਿਆਂ ਨੂੰ ਸਿੱਖਿਆ ਦਿੰਦੇ ਹਾਂ। ਅਤੇ ਨਾਲ ਟੀਚਰ ਦਾ ਫਿਰ ਇਹ ਨੈਤਿਕ ਫਰਜ਼ ਬਣ ਜਾਏਗਾ ਕਿ ਇਸ ਨਵੇਂ ਵਿਸ਼ੇ ਬਾਰੇ ਵੀ, ਆਕਰਸ਼ਣ ਦੇ ਸਿਧਾਂਤ ਬਾਰੇ ਵੀ ਉਹ ਆਪਣੇ ਸਟੂਡੈਂਟਸ ਨੂੰ ਜਾਣਕਾਰੀ ਦੇਣਗੇ ਵੀ ਤੁਸੀਂ ਆਪਣੀ ਸੋਚ ਨੂੰ ਕਿੱਦਾਂ ਪੋਜ਼ਿਟਿਵ ਰੱਖਣਾ ਹੈ। ਜਿਹੜਾ ਤੁਹਾਡਾ ਜ਼ਿੰਦਗੀ ਦੇ ਵਿੱਚ ਮਾੜਾ ਦੌਰ ਚੱਲ ਰਿਹਾ, ਕਦੇ ਵੀ ਮਾੜਾ ਦੌਰ ਚੱਲ ਰਿਹਾ, ਕਿਸੇ ਵੀ ਰੂਪ ਦੇ ਵਿੱਚ ਚੱਲ ਰਿਹਾ, ਉਸ ਦੇ ਨਾਲ ਤੁਸੀਂ ਕਿੱਦਾਂ ਸੁਲਝਣਾ ਹੈ। ਤਾਂ ਮੈਂ ਆਸ ਕਰਦਾ ਕਿ ਬੱਚੇ ਜਿਹੜੇ ਨੇ ਉਹ ਇੱਕ ਕਾਮਯਾਬ ਇਨਸਾਨ ਬਣਨਗੇ, ਉਹ ਮਜ਼ਬੂਤ ਇਨਸਾਨ ਬਣਨਗੇ, ਜਿਹੜੇ ਕਿ ਜ਼ਿੰਦਗੀ ਦੇ ਵਿੱਚ ਹਰ ਮੁਸੀਬਤ ਦਾ ਟਾਕਰਾ ਹੱਸ ਕੇ ਕਰ ਸਕਦੇ ਨੇ। ਔਰ ਇੱਥੇ ਦੋਸਤੋ ਇੱਕ ਗੱਲ ਮੈਂ ਹੋਰ ਸ਼ੇਅਰ ਕਰਨੀ ਚਾਹਾਂਗਾ ਕਿ ਕੁਝ ਹਫ਼ਤੇ ਪਹਿਲਾਂ ਮੈਨੂੰ ਇੱਕ ਫੋਨ ਆਇਆ, ਔਰ ਉਹ ਕਿਸੇ ਵਿਅਕਤੀ ਨੇ ਸੁਸਾਈਡ ਅਟੈਂਪਟ ਲੈ ਲਿਆ ਸੀਗਾ, ਐਂਡ ਡਿਊਰਿੰਗ ਦੈਟ ਪੀਰੀਅਡ ਜਦੋਂ ਕਿ ਉਹ ਮੌਤ ਵੱਲ ਵੱਧ ਰਿਹਾ ਸੀ, ਉਸ ਦਾ ਮੈਨੂੰ ਫੋਨ ਕਾਲ ਆਉਂਦਾ। ਹੁਣ ਚਲੋ ਉਹਨੂੰ ਮੈਂ ਕਿਵੇਂ ਵੀ ਹੈਂਡਲ ਕਰ ਲਿਆ, ਪਰਮਾਤਮਾ ਦਾ ਸ਼ੁਕਰ ਹੈ ਕਿ ਉਹ ਇਨਸਾਨ ਅੱਜ ਜ਼ਿੰਦਾ ਹੈ। ਇੱਥੇ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਕਿ ਜੇਕਰ ਉਸ ਇਨਸਾਨ ਨੂੰ ਸਮੇਂ ਸਿਰ ਹਾਲਾਤ ਨਾਲ ਲੋਹਾ ਲੈਣ ਦੀ, ਉਸ ਦਾ ਮੁਕਾਬਲਾ ਕਰਨ ਦੀ ਸਿੱਖਿਆ ਮਿਲੀ ਹੁੰਦੀ ਕਿ ਭਾਈ ਅਗਰ ਤੇਰੇ 'ਤੇ ਕੋਈ ਫਾਈਨੈਂਸ਼ੀਅਲ ਸਰਕਮਸਟਾਂਸਿਸ ਬੁਰੇ ਨੇ ਜਾਂ ਕੁਝ ਹੋਰ ਹੈ, ਪਰੇਸ਼ਾਨ ਹੈ, ਤਾਂ ਤੂੰ ਉਹਨੂੰ ਕਿਵੇਂ ਨਜਿੱਠਣਾ ਹੈ। ਤਾਂ ਕੀ ਉਹ ਸੁਸਾਈਡ ਅਟੈਂਪਟ ਲੈਂਦਾ? ਮੈਨੂੰ ਨਹੀਂ ਲੱਗਦਾ ਕਿ ਉਹ ਲੈਂਦਾ। ਪਰ ਕਿੰਨਾ ਕੁਝ ਚੱਲ ਰਿਹਾ ਸਾਡੇ ਸਮਾਜ ਦੇ ਵਿੱਚ, ਔਰ ਮੈਨੂੰ ਬਹੁਤ ਅਫਸੋਸ ਹੁੰਦਾ ਹੈ ਜਦੋਂ ਕਿ ਮੈਂ ਖਾਸ ਤੌਰ 'ਤੇ ਆਸਟ੍ਰੇਲੀਆ ਦੇ ਵਿੱਚ ਇਹ ਖਬਰ ਸੁਣਦਾ ਕਿ ਕਿਸੇ ਨੇ ਸੁਸਾਈਡ ਅਟੈਂਪਟ ਲੈ ਲਿਆ। ਹੁਣ ਮੈਂ ਇੱਕ ਸਵਾਲ ਕਰਦਾ ਆਪਣੇ ਭਾਈਚਾਰੇ ਨੂੰ, ਕੌਣ ਕਹਿੰਦਾ ਕਿ ਮੈਂ ਅਵੇਲੇਬਲ ਨਹੀਂ ਹੈਗਾ? ਜਾਂ ਕਿਸ ਬੰਦੇ ਨੇ ਕਿਸੇ ਨੂੰ ਰਸਤਾ ਦਿਖਾਇਆ, ਭਾਈ ਅਗਰ ਤੇਰੇ ਮਨ ਦੇ ਵਿੱਚ ਕੋਈ ਇਹੋ ਜਿਹੇ ਵਿਚਾਰ ਆ ਰਹੇ ਨੇ, ਰਿਸ਼ੀ ਨੂੰ ਇੱਕ ਵਾਰ ਸੰਪਰਕ ਕਰ ਲੈ। ਸੈਂਕੜੇ ਕੇਸ ਸੋਲਵ ਕਰ ਚੁੱਕੇ ਹਾਂ। ਔਰ ਜਿਹੜੇ ਲਾਈਨ ਤੋਂ ਗੱਲ ਸ਼ੁਰੂ ਹੁੰਦੀ ਹੈ ਕਿ ਹੁਣ ਜਿਉਣ ਨੂੰ ਜੀ ਨਹੀਂ ਕਰਦਾ, ਆਈ ਸੋਲਵ 21 ਕੇਸਿਸ। ਵਨ ਮੈਨ ਆਰਮੀ ਹੈ, ਮੇਰੀ ਕੋਈ ਸੰਸਥਾ ਨਹੀਂ ਹੈਗੀ, ਕੋਈ ਫੰਡਿੰਗ ਨਹੀਂ ਹੈਗੀ, ਨਾ ਮੈਨੂੰ ਕੋਈ ਲਾਲਚ ਹੈ, ਨਾ ਮੈਂ ਕਿਸੇ ਤੋਂ ਫੀਸ ਲੈਣਾ। ਫੀਸ ਦਾ ਜਿੱਥੋਂ ਤੱਕ ਮਾਮਲਾ ਹੈ, ਉਹ ਜਿਹੜੇ ਬਾਕੀ ਕੇਸ ਆਉਂਦੇ ਨੇ ਉਹਨਾਂ ਨੂੰ ਕਹਿੰਦਾ ਵੀ ਜੇ ਤੁਹਾਡੇ ਕੋਲ ਹੈਗੇ ਤਾਂ ਠੀਕ ਹੈ, ਨਹੀਂ ਮੇਰੀ ਪ੍ਰਾਇਓਰਟੀ ਤੁਹਾਡੀ ਹੈਲਪ ਕਰਨ ਦੀ ਹੈ, ਤੁਹਾਡੇ ਮਸਲਾ ਸੋਲਵ ਹੋਣਾ ਚਾਹੀਦਾ। ਆਮ ਨੋਟ ਸੇਇੰਗ ਕਿ ਤੁਸੀਂ ਮੇਰੇ ਅਕਾਊਂਟ ਵਿੱਚ ਪੈਸੇ ਜਮ੍ਹਾਂ ਕਰਵਾਓ ਅਤੇ ਫਿਰ ਮੈਂ ਤੁਹਾਡੀ ਮਦਦ ਕਰਾਂਗਾ, ਫਿਰ ਤੁਹਾਨੂੰ ਮੈਂ ਕਾਉਂਸਲਿੰਗ ਦਿਆਂਗਾ। ਕਿ ਆਪਾਂ ਇੰਨੀ ਗੱਲ ਵੀ ਨਹੀਂ ਕਹਿ ਸਕਦੇ ਕਿ ਭਾਈ ਜੇ ਤੇਰੇ ਮਨ ਦੇ ਵਿੱਚ ਮਰਨ ਦੇ ਵਿਚਾਰ ਆਉਂਦੇ ਨੇ, ਇੱਕ ਫੋਨ ਕਾਲ ਕਰ ਲੈ ਯਾਰ। ਸੋ ਬਿਲਕੁਲ ਇਹ ਵਾਕਈ ਜਿੱਥੋਂ ਤੱਕ ਮੁੱਦਾ ਜਿਹੜਾ ਜਿਹੜਾ ਤੁਸੀਂ ਡਿਸਕਸ ਕਰ ਰਹੇ ਹੋ, ਜਿਸ ਤਰ੍ਹਾਂ ਲੋਕਾਂ ਦੇ ਵਿੱਚ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਗਾ, ਜਦੋਂ ਇੱਦਾਂ ਦੀ ਕੋਈ ਕਾਲ ਆਉਂਦੀ ਆ ਤਾਂ ਤੁਹਾਨੂੰ ਡਿਸਟਰਬ ਤਾਂ ਕਰਦੀ ਹੋਣੀ ਆ। ਉਹ ਪੂਰਾ ਇਨਸੀਡੈਂਟ ਤੁਹਾਨੂੰ ਡਿਸਟਰਬ ਕਰਦਾ ਹੀ ਹੋਣਾ। ਰੋਬੀ ਜੀ ਜਾਨ ਨਿਕਲ ਜਾਂਦੀ ਹੈਗੀ ਉਸ ਟਾਈਮ। ਉਹ ਇੱਦਾਂ ਲੱਗਦਾ ਜਿੱਦਾਂ ਕੋਈ ਆਪਣਾ ਪਿਆਰਾ ਹੱਥਾਂ ਦੇ ਵਿੱਚੋਂ ਖਿਸਕਦਾ ਜਾ ਰਿਹਾ ਹੋਵੇ। ਮੇਰੀ ਉਸ ਟਾਈਮ ਅਵਸਥਾ ਇਹ ਹੁੰਦੀ ਹੈ ਵੀ ਜਿਹੜਾ ਬੰਦਾ ਮੈਨੂੰ ਇਹ ਕਹਿ ਰਿਹਾ ਕਿ ਮੈਂ ਮਰਨ ਨੂੰ ਜੀ ਕਰਦਾ, ਮੈਂ ਜਿਉਣਾ ਨਹੀਂ ਚਾਹੁੰਦਾ, ਮੇਰੇ ਕੋਲ ਬਚੇ ਕੁਛ ਨਹੀਂ, ਮੇਰਾ ਜੀ ਕਰਦਾ ਮੈਂ ਉਹਨੂੰ ਹੱਗ ਕਰਾਂ, ਉਹਨੂੰ ਮੈਂ ਪਿਆਰ ਕਰਾਂ। ਯਾਰ ਜ਼ਿੰਦਗੀ ਬਹੁਤ ਖੂਬਸੂਰਤ ਹੈ, ਤੂੰ ਮੈਨੂੰ ਟਾਈਮ ਦੇ। ਜਿਹੜੀ ਪ੍ਰੋਬਲਮ ਹੈ ਰੋਬੀ ਜੀ, ਇੱਕ ਦਿਨ 'ਚ ਬਿਲਡ ਨਹੀਂ ਹੁੰਦੀ ਸਮੱਸਿਆ, ਇੱਕ ਦਿਨ 'ਚ ਬਿਲਡ ਨਹੀਂ ਹੁੰਦੀ ਕਦੇ ਵੀ। ਉਹ ਪ੍ਰੈਸ਼ਰ ਕਦੇ ਇੱਕ ਦਿਨ 'ਚ ਬਿਲਡ ਨਹੀਂ ਹੁੰਦਾ, ਉਹਨੂੰ ਟਾਈਮ ਲੱਗਦਾ ਹੈ। ਮੇਰੇ ਕੋਲ ਇਹੋ ਜਿਹੇ ਕੇਸ ਹੁੰਦੇ ਨੇ ਜਿਹੜੇ ਕਿ ਬਚਪਨ ਦੇ ਵਿੱਚ ਉਹਨਾਂ ਦੀ ਜਾ ਕੇ ਜੜ ਜੁੜਦੀ ਹੈ। ਹੁਣ ਜੇਕਰ ਇੱਕ ਇਨਸਾਨ ਅੱਜ 30 ਸਾਲ ਦੀ ਉਮਰ ਦਾ ਹੈ ਜੀ, 30 ਸਾਲ ਦੇ ਵਿੱਚ ਉਹਦੇ ਮਨ 'ਤੇ ਇੰਨਾ ਪ੍ਰੈਸ਼ਰ ਬਿਲਡ ਹੋ ਗਿਆ ਕਿ ਜਾਂ ਤਾਂ ਉਹਦੇ ਹਾਲਾਤ ਖਰਾਬ ਹੋ ਗਏ, ਉਹ ਫੈਮਿਲੀ 'ਚ ਨਹੀਂ ਆਪਣਾ ਐਡਜਸਟ ਕਰ ਪਾ ਰਿਹਾ, ਜਾਂ ਉਹ ਮਰਨ ਦੇ ਰਸਤੇ 'ਤੇ ਚੱਲਣ ਨੂੰ ਤਿਆਰ ਹੋਇਆ। ਇਹ ਕੁਛ ਟਾਈਮ ਤਾਂ ਦਿਓ ਨਾ ਮੈਨੂੰ, ਓਵਰਨਾਈਟ ਥੋੜ੍ਹੀ ਨਾ ਕੁਛ ਹੋ ਜਾਏਗਾ।
ਔਰ ਉਹ ਟਾਈਮ ਤਾਂ ਦੇਵੇਗਾ ਨਾ ਜੇ ਉਸ ਨੂੰ ਜਾਣਕਾਰੀ ਹੋਵੇਗੀ। ਸਾਡੇ ਤਾਂ ਲੋਕਾਂ ਨੇ ਇੰਨਾ ਵੀ ਫਰਜ਼ ਨਹੀਂ ਸਮਝਿਆ ਵੀ ਕਿਸੇ ਨੂੰ ਕੋਈ ਗਾਈਡ ਹੀ ਕਰ ਦੇਣ। ਇਟ ਇਜ਼ ਸੋ ਸੈਡ। ਹਾਂ ਬਿਲਕੁਲ। ਸੁਸਾਇਟੀ ਕਈ ਵਾਰੀ ਕੀ ਹੁੰਦਾ ਗਾ, ਮੇਰੇ ਖਿਆਲ ਦੇ ਵਿੱਚ ਅਸੀਂ ਦੁੱਖ ਨੂੰ ਇੰਨਾ ਹੰਢਾ ਲਏ ਹੁੰਨੇ ਆ ਚੁੱਕੇ ਹੁੰਨੇ ਆ ਕਿ ਸਾਡੇ ਅੰਦਰ ਨਾ ਉਸੇ ਦੇ ਵਿੱਚ ਹੀ ਸਵਾਦ ਆਉਣ ਲੱਗ ਜਾਂਦਾ ਸਾਨੂੰ। ਸੋ ਇਹ ਵੀ ਆ, ਬਹੁਤ ਸਾਰੀਆਂ ਹੋਰ ਤਹਿਾਂ ਨੇ ਜਿਹੜੀਆਂ ਆਪਾਂ ਖੋਲਾਂਗੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਦੋਸਤੋ ਤੁਹਾਨੂੰ ਮਿਲਦੇ ਆਂਗੇ। ਬਹੁਤ ਸਾਰੀਆਂ ਗੱਲਾਂ ਹੋਰ ਨੇ ਜਿਨ੍ਹਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਅਸੀਂ ਇਸ ਸੈਂਸਿਟਿਵ ਸਬਜੈਕਟ ਨੂੰ ਸੈਂਸਿਟਿਵਿਟੀ ਦੇ ਨਾਲ, ਉਸ ਭਾਵੁਕਤਾ ਦੇ ਨਾਲ ਟੱਚ ਕਰਨ ਦੀ, ਜਿਹੜਾ ਹੋ ਸਕਦਾ ਕਿਸੇ ਦੀ ਜਾਂ ਤੁਹਾਡੇ ਜਾਣਨ ਵਾਲੇ ਦੀ ਕਿਸੇ ਦੀ ਲਾਈਫ ਦੇ ਵਿੱਚ ਵੱਡੀ ਚੇਂਜ ਲੈ ਕੇ ਆ ਸਕੇ। ਮਿਲਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ ਵੈਲਕਮ ਬੈਕ। ਕਾਫੀ ਸੰਜੀਦਗੀ ਨਾਲ ਗੱਲਬਾਤ ਚੱਲ ਰਹੀ ਹੈ ਸਾਡੀ ਇਸ ਵਿਸ਼ੇ ਦੇ ਉੱਪਰ, ਔਰ ਗੱਲ ਇਹ ਹੈ ਕਿ ਇਸ ਸਬਜੈਕਟ ਨੂੰ ਜਿਸ ਦੀ ਗੱਲਬਾਤ ਹੋ ਰਹੀ ਆ, ਇਸ ਨੂੰ ਹਰ ਰੋਜ਼ ਹੰਡਾਉਣਾ, ਕਿਸੇ ਦੇ ਦੁੱਖ ਨੂੰ ਖੁਸ਼ੀ ਦੇ ਵਿੱਚ ਬਦਲਣਾ, ਜਾਂ ਉਸ ਚੀਜ਼ ਦਾ ਇੱਕ ਪੂਰਾ ਵਿਸ਼ਾ, ਅਲੱਗ ਤੋਂ ਵਿਸ਼ਾ ਰਿਸ਼ੀ ਜੀ, ਜਿਸ ਦੇ ਉੱਪਰ ਫੁੱਲ ਬੈਠ ਕੇ ਚੰਗੀ ਤਰ੍ਹਾਂ ਇੱਕ ਪੂਰਾ ਲੰਬਾ ਸ਼ੋਅ ਕਰਾਂਗੇ, ਜਿਸ ਦੇ ਵਿੱਚ ਲਾਈਵ ਕਾਲਸ ਵੀ ਲਵਾਂਗੇ ਆਪਾਂ। ਤੇ ਮੈਂ ਤੁਹਾਨੂੰ ਉਸ ਪੂਰੇ এনवायरमेंट ਦੇ ਵਿੱਚੋਂ ਵਾਪਸ ਲੈ ਕੇ ਆਉਣਾ ਚਾਹਣਾ। ਮੈਂ ਤੁਹਾਡੀ ਜ਼ਿੰਦਗੀ ਦੇ ਬਾਰੇ ਜ਼ਿਆਦਾ ਜਾਣਨ ਦੇ ਵਾਸਤੇ ਇੰਟਰਸਟਡ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸ਼ੋਜ਼ ਦੇ ਵਿੱਚ, ਤਾਂ ਜੋ ਅਸੀਂ ਉਸ ਨੂੰ ਵਿਸ਼ੇ ਨੂੰ ਹੋਰ ਗਹਿਰਾਈ ਤੱਕ ਲੈ ਕੇ ਜਾ ਸਕੀਏ, ਪਤਾ ਹੋਵੇ ਸਾਡੇ ਦਰਸ਼ਕਾਂ ਨੂੰ ਕਿ ਰਿਸ਼ੀ ਗੁਲਾਟੀ ਸ਼ਖਸੀਅਤ ਕੀ ਹੈ, ਇਹ ਸ਼ਖਸੀਅਤ ਬਿਲਡ ਕਿੱਦਾਂ ਹੋਈ। ਸੋ ਤੁਸੀਂ ਕਿੱਲ ਲਾਉਣ ਦੀ ਗੱਲ ਕੀਤੀ ਸ਼ੁਰੂ ਦੇ ਵਿੱਚ, ਬਚਪਨ ਦੇ ਵਿੱਚ। ਸੋ ਬਚਪਨ ਦੇ ਵਿੱਚ ਉਹ ਕਿਹੜਾ ਇਨਸੀਡੈਂਟ ਜਾਂ ਪੇਰੈਂਟਸ ਜਾਂ ਫੈਮਿਲੀ ਮੈਂਬਰ ਕਿੰਨਾ ਨੇ ਤੁਹਾਡੀ ਇਹ ਨੇਚਰ ਜਿਹੜੀ, ਜਿਹਦੇ ਵਿੱਚ ਤੁਸੀਂ ਜਿੱਦਾਂ ਕਿਹਾ ਕਿ ਹਾਂ ਮੇ ਵੀ ਤੋਂ ਆਈ ਵਿਲ ਡੂ ਇਟ ਵਾਲੀ ਜਿਹੜੀ ਐਟੀਟਿਊਡ ਹੈਗਾ, ਉਹ ਬਿਲਡ ਹੋਇਆ ਜਿੱਥੇ, ਉਹ ਕਿੱਦਾਂ ਸੀ, ਉਹ ਕੀ ਸਿਨੈਰੀਓ ਸੀ? ਮੇਰੇ ਮਾਤਾ ਨੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਇਹ ਗੱਲ ਕਹੀ ਹੈ ਵੀ ਮੁਸ਼ਕਲਾਂ ਆਉਂਦੀਆਂ ਨੇ, ਘਬਰਾਉਣਾ ਨਹੀਂ ਹੈਗਾ ਜੀ। ਦੋ ਚੀਜ਼ਾਂ ਮੈਨੂੰ ਜਿਹੜੀਆਂ ਮਾਤਾ ਨੇ ਦਿੱਤੀਆਂ ਨੇ, ਔਰ ਉਹ ਤੇ ਮੇਰੀ ਰੂਹ ਦਾ ਗਹਿਣਾ ਬਣ ਚੁੱਕੇ ਨੇ ਰੋਬੀ ਜੀ। ਦਾ ਫਸਟ ਵਨ ਓਨੈਸਟੀ, ਇਮਾਨਦਾਰੀ, ਤੇ ਦੂਜੀ ਮਿਹਨਤ ਜੀ। ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹ ਅਦਿੱਖ ਗਹਿਣਾ ਨੇ ਮੇਰੀ ਰੂਹ ਦਾ। ਕਿਸੇ ਨੂੰ ਨਜ਼ਰ ਆਉਣ ਜਾਂ ਨਾ ਆਉਣ ਉਹ ਮੈਟਰ ਨਹੀਂ ਕਰਦਾ, ਬਟ ਉਹ ਮੈਨੂੰ ਪਤਾ, ਮੇਰੇ ਪਰਿਵਾਰ ਨੂੰ ਪਤਾ, ਜਾਂ ਮੇਰੀ ਮਾਂ ਨੂੰ ਪਤਾ, ਜਾਂ ਨਜ਼ਦੀਕੀ ਦੋਸਤਾਂ ਨੂੰ ਪਤਾ ਕਿ ਮੈਂ ਕਿੰਨਾ ਕੁ ਪੇਨ ਮਹਿਸੂਸ ਕਰਦਾ ਕਿਸੇ ਵਾਸਤੇ। ਹੁਣ ਆਪਾਂ ਅਕਸਰ ਇਹ ਗੱਲ ਕਰਦੇ ਕਿ ਪਰਦੇਸਾਂ 'ਚ ਕਾਹਦੇ ਵਾਸਤੇ ਆਉਂਦੇ ਆ? ਕਮਾਈਆਂ ਕਰਨ ਵਾਸਤੇ ਆਉਂਦੇ ਆ। ਜਦੋਂ ਮੈਂ ਆਪਣੇ ਕੰਮ ਛੱਡ ਕੇ ਇਹੋ ਜਿਹੇ ਕੰਮ ਕਰਦਾ, ਹੁਣ ਜਦੋਂ ਕੋਈ ਇਹੋ ਜਿਹਾ ਕੇਸ ਆ ਜਾਂਦਾ ਹੈ, ਚਲੋ ਰਿਲੇਸ਼ਨਸ਼ਿਪ ਦਾ ਆਇਆ ਜਾਂ ਕੋਈ ਮੋਟੀਵੇਸ਼ਨ ਵਾਸਤੇ ਜਾਂ ਕਿਸੇ ਨੇ, ਉਹ ਆਪਾਂ ਦੇਖ ਲਈਦਾ ਟਾਈਮ ਦੇ ਹਿਸਾਬ ਨਾਲ ਵੀ ਅੱਜ ਮੈਂ ਜੌਬ 'ਤੇ ਹਾਂ ਜਾਂ ਅੱਜ ਮੈਂ ਬਿਜ਼ੀ ਹਾਂ, ਅਤੇ ਆਪਾਂ ਫਲਾਣੇ ਦਿਨ ਗੱਲ ਕਰ ਲਵਾਂਗੇ ਜੀ, ਠੀਕ ਹੈ। ਬਟ ਜਦੋਂ ਕੋਈ ਇਹੋ ਜਿਹਾ ਕੇਸ ਆ ਜਾਂਦਾ ਤੇ ਫਿਰ ਮੈਂ ਆਪਣਾ ਕੰਮ ਸਭ ਛੱਡ ਦਿੰਦਾ ਜੀ, ਠੀਕ ਹੈ। ਹੁਣ ਇੱਥੇ ਮਿੰਟ ਦੇ ਪੈਸੇ ਮਿਲਦੇ ਨੇ। ਸੋ ਉਹੀ ਚੀਜ਼ ਹੈ ਜਿਹੜੀ ਕਿ ਮੈਨੂੰ ਮਾਤਾ ਤੋਂ ਮਿਲੀ ਹੈ, ਇਹ ਕਰੁਣਾ, ਦਇਆ, ਜਾਂ ਜੋ ਵੀ ਤੁਸੀਂ ਕਹਿ ਲਓ। ਉਹਨੂੰ ਇੱਕ ਗਹਿਣੇ ਦੀ ਤਰ੍ਹਾਂ ਤੁਸੀਂ, ਬਸ ਉਹ ਇੱਕ ਕਰਜ਼ਾਦਾਰਨ ਦੀ ਤਰ੍ਹਾਂ ਤੁਸੀਂ ਉਸ ਨੂੰ ਇੰਪਲੀਮੈਂਟ ਕਰਦੇ ਹੋ ਆਪਣੀ ਲਾਈਫ ਦੇ ਵਿੱਚ। ਅੱਛਾ, ਇਹ ਪੂਰਾ ਜਿਹੜਾ ਸਫ਼ਰ ਆ ਉੱਥੋਂ ਚੱਲਿਆ, ਤੁਸੀਂ ਮੀਡੀਆ ਲਾਈਨ ਦੇ ਵਿੱਚ ਵੀ ਰਹੇ ਹੋ। ਮੀਡੀਆ ਦਾ ਜਿਹੜਾ ਸਫ਼ਰ ਆ ਉਹ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ? ਹੁਣ ਵੀ ਤੁਸੀਂ ਮੀਡੀਆ ਦੇ ਵਿੱਚ ਹੋਗੇ, ਆਫ ਕੋਰਸ ਤੁਸੀਂ ਆਪਣੇ ਐਫਰਟਸ ਪਾਉਂਦੇ ਰਹਿੰਦੇ ਹੋ, ਆਪਣੇ ਵੱਲੋਂ ਵੀਡੀਓਜ਼ ਬਣਾਉਂਦੇ ਰਹਿੰਦੇ ਹੋ, ਬਟ ਮੀਡੀਆ ਕਦੋਂ ਸ਼ੁਰੂ ਕੀਤਾ? ਉਹ ਪੂਰੀ ਜਰਨੀ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਇਨਕਲੂਡਡ ਪਬਲਿਕ, ਕਿੰਨਾ ਪਿਆਰ ਮਿਲਿਆ, ਉਹ ਸਾਰਾ ਸਾਂਝਾ ਕਰੋ ਸਾਡੇ ਦਰਸ਼ਕਾਂ ਦੇ ਨਾਲ। ਥੋੜਾ ਹੋਰ ਪਿੱਛੇ ਜਾਣਾ ਪਏਗਾ, ਮੀਡੀਆ ਤੋਂ ਪਿੱਛੇ। ਹਾਂ, ਮੀਡੀਆ ਤੋਂ ਪਿੱਛੇ ਜੀ। ਕਾਫੀ ਕੰਮ ਕੀਤੇ, ਜਿੱਦਾਂ ਪਹਿਲਾਂ ਜ਼ਿਕਰ ਕੀਤਾ, ਫੋਟੋਗ੍ਰਾਫੀ ਕੀਤੀ ਹੈ, ਵੀਡੀਓਗ੍ਰਾਫੀ ਕੀਤੀ ਹੈ, ਡਾਰਕ ਰੂਮ ਦਾ ਸਾਰਾ ਕੰਮ ਆਉਂਦਾ ਮੈਨੂੰ ਜੀ। ਡਾਰਕ ਰੂਮ ਸ਼ਾਇਦ ਨਵੇਂ ਮੁੰਡਿਆਂ ਕੁੜੀਆਂ ਨੂੰ ਨਾ ਪਤਾ ਹੋਵੇ, ਪਹਿਲਾਂ ਬਲੈਕ ਐਂਡ ਵਾਈਟ ਫੋਟੋ ਬਣਦੀਆਂ ਹੁੰਦੀਆਂ ਸੀ, ਉਹਨਾਂ ਨੂੰ ਹੱਥਾਂ ਨਾਲ ਇੱਕ ਫੋਟੋ ਬਣਾਈ ਜਾਂਦੀ ਸੀ। ਅੱਜ ਕੱਲ੍ਹ ਤਾਂ ਸਾਰਾ ਕੰਪਿਊਟਰ ਦਾ ਯੁੱਗ ਹੈ, ਉਹ ਸਾਰਾ ਕੰਮ ਮੈਨੂੰ ਆਉਂਦਾ ਆ। ਉਸ ਤੋਂ ਬਾਅਦ ਮੈਂ
ਮੰਡੀ ਦੇ ਵਿੱਚ ਵੀ ਕੰਮ ਕੀਤਾ, ਜਿਹੜੇ ਉਹ ਢੇਰੀਆਂ ਜਿਹੀਆਂ ਤਰਾਉਂਦੇ ਹੁੰਦੇ ਵਗੈਰਾ ਵਗੈਰਾ ਜੀ। ਇੱਕ ਫਿਰ ਤਾਂ ਮਨੀਮ ਗੱਤਾ- ਤੇ ਮਨੀਮ ਤੋਂ ਗੱਤਾ ਲੈ ਕੇ- ਫੈਕਟਰੀ 'ਚ। ਅੱਛਾ ਅੱਛਾ ਗੱਤਾ ਠੀਕ ਹੈ। ਫੈਕਟਰੀ। ਫਿਰ ਮੈਨੂੰ ਅਕਾਊਂਟਿੰਗ ਬਾਰੇ ਪਤਾ ਲੱਗਿਆ, ਤੇ ਉੱਥੇ ਸਾਡੇ ਨਾ ਇੱਕ ਹੁੰਦਾ ਸੀਗਾ ਮੰਡੀ ਵਾਲਾ ਮਨੀਮ, ਮੈਨੂੰ ਕਹਿੰਦਾ अरे तू क्या जाने है जो अकाउंटिंग सीख के 3 महीने में तू के मनी बन जाएगा। ठीक है। और ਤੁਹਾਨੂੰ ਵਧੀਆ ਲੱਗੂਗਾ ਜਾਣ ਕੇ ਵੀ ਉਸ ਤੋਂ ਤਕਰੀਬਨ 3 ਜਾਂ 4 ਸਾਲ ਬਾਅਦ ਉਹ ਆਇਆ ਮੇਰੇ ਕੋਲੇ ਘਰ, अरे गुलाटी जो तारा भतीजो है इसने मनी भी सिखा दे। सो मैं अकाउंटिंग की थी, अकाउंटिंग पढ़ाई है, एंड आफ्टर दैट मैं सॉफ्टवेयर प्रोग्रामर भी बन गया। अब मेरा अपना सॉफ्टवेयर ਹੁੰਦਾ ਸੀ बॉस बिजनेस ऑपरेटिव सॉफ्टवेयर सिस्टम, दैट वाज ਡਾਟਾਬੇਸ ਸੌਫਟਵੇਅਰ। ਉਹਦੇ ਵਿੱਚ ਅਕਾਊਂਟਿੰਗ ਸੀਗੀ ਕਿਉਂਕਿ ਮੈਂ ਫਰੀਦਕੋਟ ਰਹਿੰਦਾ ਸੀ, ਤੇ ਉੱਥੇ ਉਸ ਇਲਾਕੇ ਦੇ ਵਿੱਚ ਫਿਰ ਤਕਰੀਬਨ ਮੇਨ ਸੌਫਟਵੇਅਰ ਤਿਆਰ ਸੀ, ਸੇਲ ਪਰਚੇਜ਼ ਵਗੈਰਾ ਥੋੜ੍ਹਾ ਬਹੁਤ ਜਿਹਾ ਰਿਪੋਰਟਾਂ ਉਹ ਮੋਡੀਫਾਈ ਕਰਕੇ ਤੇ ਅੱਗੇ ਸੇਲ ਕਰ ਦਿੰਦੇ ਸੀ ਸੌਫਟਵੇਅਰ ਨੂੰ। ਉਹ ਆਪਣਾ ਸੌਫਟਵੇਅਰ ਬਣਾਇਆ ਸੀ, ਡੀਲਰਸ਼ਿਪਾਂ ਲਈਆਂ ਸੀਗੀਆਂ। ਤੇ ਹੋਰ ਮੈਂ ਕੀ ਕੀਤਾ, ਹਾਂ ਮੈਂ ਜਿਮ ਟ੍ਰੇਨਰ ਵੀ ਰਿਹਾ, ਆਪਣਾ ਹੈਲਥ ਕਲੱਬ ਹੁੰਦਾ ਸੀ ਆਰਨੋਟਸ ਪੁਆਇੰਟ ਜੀ। ਜਦੋਂ ਮੈਂ ਅੱਛਾ ਉੱਥੇ ਮੇਰੇ ਨਾਲ ਧੋਖਾ ਹੋ ਗਿਆ ਜਿਮ ਦੇ ਵਿੱਚ ਹੀ। ਉੱਥੇ ਕਮਿਟਮੈਂਟ ਇਹ ਹੋਈ ਸੀ ਕਿ ਮੈਂ ਪੈਸਾ ਲਗਾਊਂਗਾ, ਪੈਸਾ ਮੇਰੇ ਕੋਲ ਕਿਹੜਾ ਸੀ ਵਿਰਾਸਤ 'ਚ ਮਿਲਿਆ ਕੀ ਸੀ, ਮੈਂ ਬੈਂਕ ਤੋਂ ਕਰਜ਼ਾ ਲੈ ਕੇ ਤੇ ਲਾ ਦਿੱਤਾ ਸੀਗਾ ਜੀ। ਔਰ ਇੱਕ ਟ੍ਰੇਨਰ ਬਣ ਗਿਆ ਮੇਰਾ ਦੋਸਤ ਫਰੀਦਕੋਟ ਦਾ ਭਲਵਾਨ ਜੀ, ਉਸਨੇ ਕੰਮ ਕਰਨਾ ਸੀ। ਸਾਡਾ ਜਿਹੜਾ ਪ੍ਰੋਫਿਟ ਸੀ ਉਹ 50% ਈਚ ਸੀਗਾ ਜੀ। ਮੇਰਾ ਐਕਸੀਡੈਂਟ ਹੋ ਗਿਆ ਤਕਰੀਬਨ 15 ਦਿਨ ਬਾਅਦ ਜਿਮ ਖੋਲ੍ਹਣ ਤੋਂ, ਤੇ ਉਹ ਫਿਰ ਫੀਸਾਂ ਘਰੇ ਜਾਣ ਲੱਗ ਪਈਆਂ ਸੀ ਸਿੱਧੀਆਂ। ਉਦੋਂ ਫਿਰ ਉਹਨੂੰ ਮੈਂ ਬਹੁਤ ਔਖਾ ਕੱਢਿਆ ਜਿਮ ਦੇ ਵਿੱਚੋਂ, ਮੇਰੀਆਂ ਘੀਸੀਆਂ ਕਰਵਾਤੀਆਂ। ਹਾਲਾਂਕਿ ਪੈਸਾ ਵੀ ਮੇਰਾ ਲੱਗਿਆ ਸੀਗਾ ਜੀ, ਘਰ ਵੀ ਮੇਰਾ ਗਿਰਵੀ ਪਿਆ ਹੋਇਆ ਸੀ ਬੈਂਕ ਕੋਲੇ ਜੀ, ਬਟ ਫਿਰ ਵੀ ਮੈਂ ਹੱਥੋਂ ਪੈਸੇ ਦੇ ਕੇ ਉਹਨੂੰ ਹੱਥ ਜੁੜੇ। ਚਲੋ ਉਸ ਤੋਂ ਬਾਅਦ ਫਿਰ ਹੁਣ ਜਿਮ ਕੌਣ ਚਲਾਵੇ, ਕਿਉਂਕਿ ਉਹ ਮੋਟੀ ਇਨਵੈਸਟਮੈਂਟ ਸੀਗੀ ਜੀ। ਮੇਰਾ ਛੋਟਾ ਭਾਈ ਸੀਗਾ, ਉਹਨੇ ਮੈਨੂੰ ਦੱਸਿਆ ਬੈੱਡ ਤੇ ਪਏ ਨੂੰ, ਭਾਈ ਵੀਰੇ ਆਹ ਕੰਮ ਹੋਈ ਜਾਂਦਾ ਵੀ ਫੀਸਾਂ ਬਾਹਰ ਜਾ ਰਹੀਆਂ। ਫਿਰ ਮੈਨੂੰ ਉੱਥੇ ਟ੍ਰੇਨਰ ਦੀ ਟ੍ਰੇਨਿੰਗ ਲੈਣੀ ਪਈ। ਡਾਕਟਰ ਰਣਧੀਰ ਹਸਤੀਰ ਜੀ ਤਾਰਾਸ ਹੈਲਥ ਕਲੱਬ ਵਾਲੇ ਹੁੰਦੇ ਸਨ, ਹੁਣ ਉਹ ਚਲੇ ਗਏ ਨੇ ਇਸ ਦੁਨੀਆ ਤੋਂ, ਤੇ ਉਹ ਮੇਰੇ ਉਸਤਾਦ ਸਨ, ਉਹਨਾਂ ਤੋਂ ਮੈਂ ਟ੍ਰੇਨਿੰਗ ਲਈ ਸੀ। ਵਾਪਸ ਆ ਕੇ ਮੈਂ ਟ੍ਰੇਨਿੰਗ ਪੂਰੀ ਕਰਕੇ ਮੈਂ ਡਾਕਟਰ ਸਾਹਿਬ ਨੂੰ ਇੱਕ ਲੈਟਰ ਲਿਖੀ ਸੀ ਜੀ, ਥੈਂਕਸ ਦੀ ਲੈਟਰ, ਕਿ ਮੈਂ ਇੱਥੇ ਰਿਹਾ ਇੰਨੇ ਦਿਨ ਤੇ ਮੈਨੂੰ ਵਧੀਆ ਲੱਗਿਆ, ਬਲਾ ਬਲਾ ਜੋ ਕੁਛ ਮੈਂ ਸਿੱਖਿਆ ਸੀ ਮੈਂ ਆਪਣਾ ਕਲੱਬ ਸਾਂਭ ਲਿਆ। ਡਾਕਟਰ ਸਾਹਿਬ ਦਾ ਇੱਕ ਮੈਗਜ਼ੀਨ ਚੱਲਦਾ ਸੀ ਉਹਨਾਂ ਦੇ ਅਦਾਰੇ ਦਾ, ਤਾਰਾਸ ਬੋਡੀ ਬਿਲਡਿੰਗ ਵਰਲਡ। ਫਿਰ ਡਾਕਟਰ ਸਾਹਿਬ ਨੇ ਮੈਨੂੰ ਫੋਨ ਆਇਆ, ਕਹਿੰਦੇ ਭਾਈ ਤੂੰ ਆਹ ਲੈਟਰ ਲਿਖਿਆ, ਤੂੰ ਸਾਡੇ ਮੈਗਜ਼ੀਨ ਵਾਸਤੇ ਕਿਉਂ ਨਹੀਂ ਲਿਖਦਾ ਗਾ ਜੀ। ਫਿਰ ਮੈਂ ਕਿਹਾ ਮੈਂ ਕੀ ਲਿਖ ਸਕਦਾ ਵੀ ਮੇਰੇ ਕੋਲ ਬੈਕਗਰਾਊਂਡ ਨਹੀਂ ਹੈਗੀ। ਉਹ ਕਹਿੰਦੇ ਤੂੰ ਇੱਦਾਂ ਕਰਿਆ ਕਰ ਵੀ ਪ੍ਰੋਗਰਾਮਾਂ 'ਤੇ ਤਾਂ ਤੂੰ ਆਉਣਾ ਹੁੰਦਾ ਜਿੱਥੇ ਬੋਡੀ ਬਿਲਡਿੰਗ ਦੀ ਕੰਪੀਟੀਸ਼ਨ ਹੁੰਦੇ ਨੇ, ਤੇ ਤੂੰ ਆ ਕੇ ਇੰਟਰਵਿਊ ਕਰਿਆ ਕਰ ਆਪਣੇ ਪਲੇਅਰਸ ਦੀ ਜੀ, ਐਥਲੀਟਸ ਦੀ, ਤੇ ਉਸ 'ਤੇ ਬੇਸਡ ਆਰਟੀਕਲ ਲਿਖਿਆ ਕਰ। ਉਹ ਫਿਰ ਉੱਥੋਂ ਸ਼ੁਰੂ ਕੀਤਾ ਸੀ ਮੈਂ ਲਿਖਣਾ। ਉਦੋਂ ਮੈਂ ਹਿੰਦੀ ਵਿੱਚ ਸ਼ੁਰੂ ਕੀਤਾ ਸੀ। ਕਿ ਵੈਬਸਾਈਟ ਵੀ ਚਲਾਇਆ ਨਾ, ਹਾਂ ਕੀ ਨਾਮ ਉਹਦਾ, ਉਹ ਸ਼ਬਦ ਸਾਂਝ ਸੀਗੀ। ਫਿਰ ਸਮਝ ਲਓ ਕਿ ਰੋਜ਼ਾਨਾ ਸਪੋਕਸਮੈਨ ਦੇ ਵਿੱਚ ਤਾਂ ਮੀਟਰ ਦੇ ਆਰਟੀਕਲ ਲੱਗਦੇ ਰਹੇ ਮੇਰੇ, ਅੱਧੇ ਪੇਜ ਦਾ ਇੱਕ ਆਰਟੀਕਲ ਹੁੰਦਾ ਸੀ। ਜਗਬਾਣੀ 'ਚ ਬਹੁਤ ਛਪਿਆ ਮੈਂ, ਦੇਸ਼ ਸੇਵਕ 'ਚ ਕਾਫੀ ਛਪਿਆ। ਫਿਰ ਇੱਥੇ ਆ ਕੇ ਜਦੋਂ ਆਸਟ੍ਰੇਲੀਆ ਆ ਗਏ, ਫਿਰ ਇੱਥੇ ਵੈਬਸਾਈਟ ਚਲਾਈ ਸ਼ਬਦ ਸਾਂਝ, ਜਿਹੜੀ ਕਿ ਆਸਟ੍ਰੇਲੀਆ ਦੀ ਪਹਿਲੀ ਗੈਰ ਵਪਾਰਿਕ ਗੈਰ ਧਾਰਮਿਕ ਨਹੀਂ ਕਹਿੰਦੇ, ਕੁਛ ਹੋਰ ਕਹਿੰਦੇ ਹੁੰਦੇ ਆ, ਠੀਕ ਹੈ, ਯਾਨੀ ਕਿ ਧਾਰਮਿਕ ਵੀ ਨਹੀਂ ਸੀ ਤੇ ਰਾਜਨੀਤੀ ਨਾਲ ਵੀ ਕੋਈ ਸੰਬੰਧ ਨਹੀਂ ਸੀ ਉਸ ਵੈਬਸਾਈਟ ਦਾ, ਸਿਰਫ ਸਾਹਿਤ ਨੂੰ ਸਮਰਪਿਤ ਸੀ। ਉਹ ਵੀ ਕਿਉਂ ਚਲਾਈ, ਦੈਟ ਇਜ਼ ਆਲਸੋ ਇੰਟਰਸਟਿੰਗ। ਜਦੋਂ ਰੋਬੀ ਜੀ ਮੈਂ ਉੱਥੇ ਛਪਦਾ ਹੁੰਦਾ ਸੀ ਨਾ ਪੰਜਾਬ 'ਚ, ਤੇ ਚਲੋ ਅਖਬਾਰਾਂ 'ਚ ਤਾਂ ਬਹੁਤ ਸਾਰੇ ਰਾਈਟਰ ਛਪਦੇ ਸੀਗੇ, ਪਰ ਮੈਂ ਵਿਦੇਸ਼ਾਂ ਦੇ ਵਿੱਚ ਵੈਬਸਾਈਟਾਂ 'ਤੇ ਛਪਦਾ ਸੀ ਕਿਉਂਕਿ ਮੈਨੂੰ ਇੰਟਰਨੈਟ ਜਾਂ ਕੰਪਿਊਟਰ ਬਾਰੇ ਜਾਣਕਾਰੀ ਸੀ, ਮੇਰਾ ਫੀਲਡ ਸੀਗਾ IT ਦਾ। ਮੈਨੂੰ ਨਾ ਆਪਣੇ ਆਪ 'ਤੇ ਸ਼ਰਮ ਆਇਆ ਕਰੇ, ਯਾਰ ਤੇਰੀ ਤਾਂ ਔਕਾਤ ਹੀ ਕੁਛ ਨਹੀਂ, ਐਡੇ ਐਡੇ ਵੱਡੇ ਰਾਈਟਰ ਪਏ ਹੈਗੇ ਆ, ਉਹ ਸਿਰਫ ਪੰਜਾਬ ਦੇ ਅਖਬਾਰਾਂ ਤੱਕ ਸੀਮਤ ਹੈ, ਤੇ ਉਹਨਾਂ ਦਾ ਹੱਕ ਬਣਦਾ ਅਸਲ ਦੇ ਵਿੱਚ ਵਿਦੇਸ਼ਾਂ 'ਚ ਛਪਣ ਦਾ, ਉਹਨਾਂ ਨੂੰ ਪਹਿਚਾਣ ਮਿਲਣ ਦਾ ਹੱਕ ਬਣਦਾ ਹੈ। ਸੋ ਮੇਰੇ ਦੋਸਤ ਨੇ ਸੁਨੀਲ ਚੰਦਿਆਣਵੀ ਜੀ ਫਰੀਦਕੋਟ ਤੋਂ, ਬਹੁਤ ਉਮਦਾ ਸ਼ਾਇਰ ਨੇ, ਬਹੁਤ ਵਧੀਆ ਸ਼ਾਇਰ ਨੇ, ਲਵ ਯੂ ਸੁਨੀਲ ਜੀ, ਜਦੋਂ ਵੀ ਤੁਸੀਂ ਪ੍ਰੋਗਰਾਮ ਦੇਖੋਗੇ। ਤੇ ਉਹ ਭਾਜੀ ਨੂੰ ਫਿਰ ਮੈਂ ਆਖਿਆ, ਮੈਂ ਕਿਹਾ ਸੁਨੀਲ ਭਾਜੀ ਵੀ ਮੇਰੇ ਮਨ ਦੀ ਇਹ ਇੱਛਾ ਹੈ ਵੀ ਮੈਂ ਨਾ ਸ਼ਰਮਿੰਦਗੀ ਮਹਿਸੂਸ ਕਰਦਾ ਤੇ ਵੈਬਸਾਈਟ ਮੈਂ ਡਿਜ਼ਾਈਨ ਕਰ ਸਕਦਾ। ਫਿਰ ਉਹ ਸੁਨੀਲ ਜੀ ਡਾਟਾ ਕਲੈਕਟ ਕਰਿਆ ਕਰਦੇ ਸੀਗੇ, ਤੇ ਮੈਂ ਉਹਨੂੰ ਟਾਈਪ ਕਰਨਾ, ਇਹ ਉਹ ਕਰਨਾ, ਸਾਰਾ ਵੈਬਸਾਈਟ ਇੱਦਾਂ ਫਿਰ ਉਹ ਚਲਾਈ ਸੀਗੀ। ਉਹ ਬੜੇ ਸਾਲ ਚੱਲੀ ਜੀ। ਉਹਦਾ ਮੇਨ ਕਾਰਜ ਇਹੀ ਸੀ ਕਿ ਜਿਹੜੇ ਨਵੇਂ ਰਾਈਟਰ ਨੇ, ਜਿਨ੍ਹਾਂ ਨੂੰ ਕੋਈ ਵੀ ਮੌਕਾ ਨਹੀਂ ਦਿੰਦਾ, ਉਹਨਾਂ ਨੇ ਹੌਸਲਾ ਅਫਜ਼ਾਈ ਕਰਨਾ।
ਉਹਨਾਂ ਨੂੰ ਹੋਰ ਮੌਕਾ ਦਿਓ। ਇੰਟਰਸਟਿੰਗ ਗੱਲ ਜਿਹੜੀ ਇਸ ਵੈਬਸਾਈਟ ਦੇ ਨਾਲ ਉਹ ਮੈਂ ਸਾਂਝੀ ਕਰਨੀ ਚਾਹੂੰਗਾ ਤੁਹਾਡੇ ਨਾਲ, ਬਿਕੋਜ਼ ਮੈਂ ਇਹਨਾਂ ਦੀ ਜ਼ਿੰਦਗੀ ਨੂੰ ਸ਼ੁਰੂ ਤੋਂ ਜਾਣਦਾ ਆ ਰਿਹਾ, ਸ਼ੁਰੂ ਤੋਂ ਅਸੀਂ ਇਕੱਠੇ ਇਕੱਠੇ ਚੱਲੇ ਆ ਰਹੇ ਹਾਂ। ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਤੁਸੀਂ ਆਏ ਸੋ ਤਾਂ ਮੈਕਡੋਨਲਡ ਦੀ ਪਾਰਕਿੰਗ ਦੇ ਵਿੱਚ ਜਾ ਕੇ ਉਹ ਲਾਇਬ੍ਰੇਰੀ ਸੀ, ਰਿਵਰਲੈਂਡ ਦੀ ਲਾਇਬ੍ਰੇਰੀ। ਹਾਂ, ਉੱਥੋਂ ਦੀ ਡਾਟਾ ਯੂਜ਼ ਕਰਕੇ ਉੱਥੋਂ ਅਪਲੋਡ ਕਰਦੇ ਸਨ। ਸੋ ਇਹ ਇੱਕ ਸਾਈਨ ਹੈਗਾ ਕਿ ਜੇ ਤੁਸੀਂ ਕੁਝ ਕਰਨਾ ਚਾਹੋ ਜ਼ਿੰਦਗੀ ਦੇ ਵਿੱਚ, ਜੇ ਤੁਸੀਂ ਕਿੱਲ ਗੱਡਣਾ ਹੀ ਹੈ, ਤਾਂ ਤੁਹਾਨੂੰ ਕੋਈ ਵੀ ਸ਼ਕਤੀ ਨਹੀਂ ਰੋਕ ਸਕਦੀ, ਬਲਕਿ ਉਹ ਸ਼ਕਤੀ ਤੁਹਾਡਾ ਹੱਥ ਫੜ ਕੇ ਇੱਕ ਰੌਸ਼ਨੀ ਦੀ ਤਰ੍ਹਾਂ, ਇੱਕ ਬੈਟਰੀ ਦੀ ਤਰ੍ਹਾਂ, ਟਾਰਚ ਦੀ ਤਰ੍ਹਾਂ ਤੁਹਾਡੇ ਅੱਗੇ ਅੱਗੇ ਤੁਹਾਨੂੰ ਰਸਤਾ ਦਿਖਾਊਗੀ। ਉਹ ਸਰਦੀਆਂ ਦੀਆਂ ਰਾਤਾਂ ਹੁੰਦੀਆਂ ਸੀ ਰੋਬੀ ਜੀ। ਜੀ, ਸਰਦੀਆਂ, ਪੂਰੀ ਸਰਦੀ ਪੈਣੀ ਤੇ ਮੇਰੀ ਕਾਰ 'ਚ ਹੀਟਰ ਵੀ ਨਹੀਂ ਸੀਗੇ। ਕਾਰ ਕਾਹਦੀ, ਉਹ ਹਾਹਾਕਾਰ ਸੀ 1400 ਵਾਲੀ। ਤੇ ਉਹ ਮੈਂ ਕਾਰ ਲਾ ਲੈਣੀ ਪਾਰਕਿੰਗ ਦੇ ਵਿੱਚ ਲਾਇਬ੍ਰੇਰੀ 'ਚ, ਉੱਥੇ ਨੈਟ ਵਾਈਫਾਈ ਦਾ ਹੁੰਦਾ ਹੀ ਸੀਗਾ। ਤੇ ਉੱਥੇ ਫਿਰ ਨਾਲੇ ਤਾਂ ਮੈਂ 2-3 ਜੈਕਟਾਂ ਜਿਹੀਆਂ ਪਾਈਆਂ ਹੋਣੀਆਂ, ਕੰਬਲ ਠੁਰ ਵੀ ਕਰੀ ਜਾਣਾ। 2011-12 ਦੀ ਗੱਲ ਹੋਣੀ ਹੈ। ਨਹੀਂ, ਇਹ 9 ਦੀ ਗੱਲ ਹੈ। 9 ਦੀ ਗੱਲ ਹੈ। ਹਾਂ, ਉਦੋਂ ਕਿਉਂਕਿ ਮੇਰੇ ਇੰਨੀ ਪਹੁੰਚ ਨਹੀਂ ਸੀ ਕਿ ਮੈਂ ਇੰਟਰਨੈਟ ਬਾਏ ਕਰ ਸਕਾਂ। ਫਿਰ ਉਹ ਰਾਤ ਨੂੰ ਬਿਨਾਂ ਹੀਟਰ ਤੋਂ ਕਾਰ ਦੇ ਵਿੱਚ ਠਰਦਿਆਂ ਸੋ ਕੀ ਉੱਥੇ ਤੁਸੀਂ ਕੁਝ ਪੈਸਾ ਵੀ ਨਹੀਂ ਕਮਾ ਰਹੇ ਸੀ, ਕੀ ਫੀਲਿੰਗ, ਕੀ ਸੈਟੀਸਫੈਕਸ਼ਨ ਹੁੰਦੀ ਹੈ ਜਦੋਂ ਇਦਾਂ ਦਾ ਕੁਝ ਕਰਦਾ ਕੋਈ ਇਨਸਾਨ? ਪੈਸਾ ਤਾਂ ਰੋਬੀ ਜੀ ਮੈਂ ਅੱਜ ਵੀ ਨਹੀਂ ਕਮਾ ਰਿਹਾ। ਹਾਂ, ਮਤਲਬ ਕੀ ਫੀਲਿੰਗ ਲੈਂਦੇ ਹੋ ਤੁਸੀਂ? ਮਤਲਬ ਕੀ ਕੋਈ ਫੀਲ ਹੁੰਦਾ, ਕਿੱਦਾਂ ਦੇ ਅਹਿਸਾਸ ਕੀ ਆ ਉਹ ਜਦੋਂ ਤੁਸੀਂ ਹੁਣ ਜਿੱਦਾਂ ਇੱਕ ਕੇਸ ਦੀ ਪਹਿਲਾਂ ਆਪਾਂ ਗੱਲ ਕੀਤੀ ਕਿ ਕਿਸੇ ਦੀ ਜਾਨ ਬਚਾ ਦਿੱਤੀ ਤੁਸੀਂ, ਠੀਕ ਹੈ ਨਾ, ਤਾਂ ਉਸ ਤੋਂ ਬਾਅਦ ਕਿਸ ਰੂਪ ਦੇ ਵਿੱਚ ਉਹ ਰਿਵਾਰਡ ਕਿੱਦਾਂ ਫੀਲ ਕਰਦੇ ਹੋ ਤੁਸੀਂ? ਸ਼ੁਕਰ ਦਾਤਿਆ ਜੀ, ਬਸ ਬਸ ਵੀ ਉਹਨੇ ਮੌਕਾ ਦਿੱਤਾ, ਉਹਨੇ ਇਸ ਕਾਬਲ ਸਮਝਿਆ। ਪੂਰੀ ਦੁਨੀਆ ਦੇ ਵਿੱਚ ਅਗਰ ਉਸਨੇ ਇੱਕ ਇਹੋ ਜਿਹੇ ਬੰਦੇ ਨੂੰ, ਜਿਹੜੇ ਕਿ ਚਲੋ ਉਹ ਤਾਂ ਆਪਾਂ ਗੱਲ ਕੀਤੀ ਸੀ ਬਚਪਨ ਦੀ ਚਟਨੀ, ਮਤਲਬ 20 ਸਾਲ ਦੀ ਉਮਰ, ਠੀਕ ਹੈ। ਮੈਂ 20 ਸਾਲ ਪਹਿਲਾਂ, ਮੈਂ ਤੇ ਪੂਜਾ ਮੇਰੀ ਵਾਈਫ, ਅਸੀਂ ਦੋਨੇ ਭੁੱਖੇ ਰਾਤਾਂ ਕੱਟੀਆਂ ਨੇ, ਲਿਟਰਲੀ ਭੁੱਖੇ, ਜਿਹਨੂੰ ਭੁੱਖੇ ਕਹਿੰਦੇ ਨਾ, ਸੱਚੀ ਮੁੱਚੀ ਉਸ ਤਰ੍ਹਾਂ ਰਾਤਾਂ ਕੱਟੀਆਂ। ਘੱਟੋ ਘੱਟ ਉਸ ਨੇ ਅੱਜ ਬਹੁਤ ਸੋਹਣੇ ਮੁਕਾਮ ਤੇ ਰੱਖਿਆ। ਔਰ ਜੇਕਰ ਫਿਰ ਵੀ ਉਹਨੇ ਬਦਨਸੀਬੀ ਦੇ ਵਿੱਚ ਪਲੇ ਇੱਕ ਨੌਜਵਾਨ ਨੂੰ ਕਹਿ ਲਓ, ਬੱਚੇ ਨੂੰ ਕਹਿ ਲਓ, ਇਸ ਕਾਰਜ ਲਈ ਚੁਣਿਆ, ਤੇ ਉਹਦਾ ਸ਼ੁਕਰਾਨਾ ਤੇ ਕਰਨਾ ਬਣਦਾ ਹੀ ਹੈ। ਤੇ ਉਹਨੇ ਚੁਣ ਲਿਆ ਕਿ ਇੰਨਾ ਥੋੜਾ, ਇਹ ਤੋਂ ਬਾਅਦ ਸੈਟੀਸਫੈਕਸ਼ਨ ਕੀ ਹੋ ਸਕਦਾ? ਤੁਹਾਡੀ ਵਾਰੀ ਲਾਈ ਹੈ ਇਸ ਕੰਮ ਵਾਸਤੇ, ਜੋ ਮਰਜ਼ੀ ਕਹਿ ਲਓ। ਬਹੁਤ ਵੱਡੀ ਗੱਲ ਹੈ ਜੀ ਇਹਨਾਂ ਨੇ ਕਹੀ। ਔਰ ਇਸ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਕੋਈ ਐਦਾਂ ਦਾ ਕਾਰਜ ਕਰਦੇ ਹੋ ਜਿਹੜੀ ਉਹ ਸੈਟੀਸਫੈਕਸ਼ਨ ਮਿਲਦੀ ਆ, ਇਹ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਕਿ ਜਿਹੜਾ ਐਦਾਂ ਦੇ ਕਾਰਜ ਵਾਸਤੇ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ ਕਿ ਹਾਂ ਐਦਾਂ ਦਾ ਕਰਕੇ ਸੈਟੀਸਫੈਕਸ਼ਨ ਮਿਲਦੀ ਆ, ਪਰ ਉਹਦੇ ਪਿੱਛੇ ਕਿਸੇ ਹੱਦ ਤੱਕ ਇਹ ਵੀ ਹੈ ਕਿ ਤੁਹਾਡਾ ਜਿਹੜਾ ਆਪਣੀ ਲਾਈਫ ਸੀ ਉਹ ਬੜੇ ਹਾਰਡਸ਼ਿਪ ਵਿੱਚ ਦੀ ਲੰਘੀ ਆ, ਕਿ ਤਾਂ ਕਰਕੇ ਤੁਸੀਂ ਉਹ ਮਹਿਸੂਸ ਕਰਦੇ ਹੋ, ਉਸ ਨੂੰ ਰਿਵਾਰਡਡ ਮਹਿਸੂਸ ਕਰਦੇ ਹੋ ਜਦੋਂ ਸਪੋਰਟ ਕਰਦੇ ਹੋ। ਜੇ ਰਿਸ਼ੀ ਕਲਾਟੀ ਸਿਲਵਰ ਸਪੂਨ, 골ਡ ਸਪੂਨ ਦੇ ਨਾਲ ਫੀਡਿੰਗ ਦੇ ਰੂਪ ਦੇ ਵਿੱਚ ਪੈਦਾ ਹੋਇਆ ਹੁੰਦਾ, ਉਸ ਉੱਦਾਂ ਦੇ ਪਰਿਵਾਰਕ ਬੈਕਗ੍ਰਾਉਂਡ ਦੇ ਵਿੱਚ, ਜਾਂ ਤਾਂ ਵੀ ਤੁਸੀਂ ਉੱਦਾਂ ਦੇ ਹੁੰਦੇ, ਜਾਂ ਇਹ ਇੱਕ ਕੀ ਮਤਲਬ ਹੁਣ ਤੱਕ ਜਿੰਨਾ ਕਿ ਜ਼ਿੰਦਗੀ ਦਾ ਤਜਰਬਾ, ਮੇਰੇ ਖਿਆਲ 'ਚ ਤੁਸੀਂ ਇਸ ਨੂੰ ਆਨਸਰ ਕਰ ਸਕਦੇ ਹੋ ਕਿ ਵੀ ਇਟਸ ਬਿਕੋਜ਼ ਇਟਸ ਪਾਰਟ ਆਫ ਯੂਰ ਪਰਸਨੈਲਿਟੀ, ਇਟਸ ਬਿਕੋਜ਼ ਆਫ ਯੂਰ ਗਰੋਥ, ਦ ਵੇ ਯੂ ਗਰੋਨ ਅਪ। ਮੈਨੂੰ ਉਹ ਰਿਸ਼ੀ ਬਹੁਤ ਤੰਗ ਕਰਦਾ ਹੈ, ਜਿਹੜਾ ਕਿ ਮੇਰੇ ਖਿਆਲ 5ਵੀਂ 6ਵੀਂ 'ਚ ਪੜ੍ਹਦਾ ਹੁੰਦਾ ਸੀ। ਉਹਦੀ ਪੈਂਟ ਦੇ ਪਿੱਛੇ ਟਾਕੀਆਂ ਲੱਗੀਆਂ ਹੁੰਦੀਆਂ ਸੀਗੀਆਂ। ਕਿਉਂ? ਕਿਉਂਕਿ ਬੈਠ ਕੇ ਘਰ ਜਾਂਦੀ ਸੀ, ਨਵੀਂ ਮਿਲਦੀ ਸੀ ਸਕੂਲ ਦੀ ਵਰਦੀ ਦੀ, ਠੀਕ ਹੈ। ਸ਼ਰਟ ਬਾਹਰ ਕੱਢੀ ਹੁੰਦੀ ਸੀ, ਹਾਲਾਂਕਿ ਯੂਨੀਫਾਰਮ ਦੇ ਤੁਹਾਨੂੰ ਪਤਾ ਵੀ ਸ਼ਰਟ ਪੈਂਟ ਦੇ ਅੰਦਰ ਦੇਈਦੀ ਹੈ। ਤੇ ਜੇ ਕਿਤੇ ਕਰਨੀ ਪੈ ਜਾਂਦੀ ਸੀ ਸ਼ਰਟ ਅੰਦਰ, ਤੇ ਨਾਲ ਦੇ ਹਾਣੀ ਝੇਡਾਂ ਕਰਦੇ ਹੁੰਦੇ ਸੀ। ਜਦੋਂ ਵੀ ਮੈਂ ਕੋਈ ਇਹੋ ਜਿਹਾ ਕਾਰਜ ਕਰਦਾ, ਉਹ ਸਾਹਮਣੇ ਆ ਕੇ ਨਾ ਉਹ ਖੁਸ਼ ਹੋ ਜਾਂਦਾ। ਸ਼ਾਇਦ ਮੈਂ ਉਹਨੂੰ ਖੁਸ਼ ਕਰਨ ਵਾਸਤੇ ਕਰਾਂ, ਸੈਲਫਿਸ਼ ਹਾਂ ਮੈਂ ਸ਼ਾਇਦ ਉਸ 5ਵੀਂ 6ਵੀਂ 'ਚ ਪੜ੍ਹਦੇ ਰਿਸ਼ੀ ਨੂੰ ਖੁਸ਼ ਕਰਨ ਦੇ ਵਾਸਤੇ ਇੰਨਾ ਕੁਛ ਕਰਦਾ। ਆਈ ਡੋਂਟ ਨੋ। ਬਹੁਤ ਵੱਡੀ ਗੱਲ ਹੈ ਜੀ, ਬਿਲਕੁਲ ਜੀ, ਹਾਰਟ ਟੱਚਿੰਗ ਗੱਲਾਂ ਨੇ। ਇੱਕ ਚੀਜ਼ ਹੋਰ ਹੈ ਜੀ, ਬਹੁਤ ਸਾਰੇ ਲੋਕ ਚੁਸਤੀ ਵੀ ਖੇਡਦੇ ਨੇ ਮੇਰੇ ਨਾਲ, ਕਿ ਜਿਹੜਾ ਬੰਦਾ ਇੰਨੇ ਔਖੇ ਹਾਲਾਤਾਂ ਦੇ ਵਿੱਚੋਂ ਆ ਕੇ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਆ ਕੇ ਕਾਮਯਾਬ ਹੋ ਸਕਦਾ, ਠੀਕ ਹੈ, ਤਾਂ ਕੀ ਉਹਨੂੰ ਪਤਾ ਨਾ ਲੱਗਦਾ ਹੋਊਗਾ ਵੀ ਕੋਈ ਚੁਸਤੀ ਖੇਡੀ ਜਾਂਦਾ? ਬਿਲਕੁਲ ਪਤਾ ਲੱਗਦਾ ਇਸ ਨੇ ਉਹਨਾਂ ਵਾਸਤੇ। ਪਰ ਉਹ ਜਿਹੜਾ ਰਿਸ਼ੀ ਆ ਸਾਹਮਣੇ ਆ ਕੇ ਖੜ ਜਾਂਦਾ ਨਾ, ਉਹ ਕਹਿੰਦਾ ਛੱਡ ਯਾਰ, ਲੈਟ ਇਟ ਗੋ, ਜਾਣ ਕਰਦੇ ਮੋਚਾਂ।
ਇਹ ਸੁਨੇਹਾ ਉਹਨਾਂ ਵਾਸਤੇ ਵੀ ਹੈ ਜਿਹੜੇ ਆਪਣੇ ਆਪ ਨੂੰ ਇਹ ਸਮਝਦੇ ਨੇ ਕਿ ਅਸੀਂ ਦੁਨੀਆ ਦੇ ਵਿੱਚ ਬਹੁਤ ਚਤੁਰ ਹਾਂ, ਬਹੁਤ ਸਮਾਰਟ ਹਾਂ। ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਜੋ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਆਪਣੀ ਲਾਈਫ ਨੂੰ ਸੈਟਲ ਡਾਊਨ ਕਰਦਾ ਗਾ ਤਾਂ ਉਹ ਵੀ ਸਮਾਰਟ ਹੈ ਔਰ ਅੰਡਰਸਟੈਂਡ ਕਰਦਾ। ਪਰ ਉਹੀ ਰਿਸ਼ੀ ਦੀ ਤਰ੍ਹਾਂ ਕਿਸੇ ਦੇ ਅੱਗੇ ਕੋਈ ਬੱਚਾ ਖੜਾ, ਕਿਸੇ ਦੇ ਅੱਗੇ ਕੋਈ ਮਾਂ ਖੜੀ ਹੈ, ਕਿਸੇ ਦੇ ਅੱਗੇ ਕੋਈ ਗੁਰੂ ਖੜਾ, ਕਿਸੇ ਦੇ ਅੱਗੇ ਹਾਲਾਤ ਖੜੇ ਨੇ, ਉਹ ਲੈਟ ਇਟ ਗੋ ਕਰ ਦਿੰਦੇ ਨੇ। ਸੋ ਡੋਂਟ ਬੀ ਟੂ ਸਮਾਰਟ। ਇਹ ਲੈਸਨ ਮਿਲਦਾ ਇਸ ਐਪੀਸੋਡ ਦੇ ਇਸ ਹਿੱਸੇ ਦੇ ਵਿੱਚੋਂ। ਸੋ ਆਪਾਂ ਮਿਲਦੇ ਹਾਂ ਜੀ ਅਗਲੇ ਸੈਗਮੈਂਟ ਦੇ ਵਿੱਚ। ਤਦ ਤੱਕ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣਾਈ ਰੱਖੋ ਰਾਬਤਾ। ਗੱਲਬਾਤ ਜਾਰੀ ਰਹੇਗੀ। ਜੀ ਵੈਲਕਮ ਬੈਕ। ਉਮੀਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਹੋਵੋਗੇ ਔਰ ਪ੍ਰੋਗਰਾਮ ਦੇ ਇਸ ਆਖਰੀ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਨੂੰ ਜਾਰੀ ਰੱਖਾਂਗੇ। ਰਿਸ਼ੀ ਗੁਲਾਟੀ ਜੀ ਮੇਰੇ ਮਹਿਮਾਨ ਨਾਲੋਂ ਜ਼ਿਆਦਾ ਦੋਸਤ ਨੇ ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ। ਬੜਾ ਗੁੱਡ ਫੀਲ ਹੋ ਰਿਹਾ ਕੈਮਰੇ ਦੇ ਅੱਗੇ ਬੈਠ ਕੇ ਗੱਲਾਂ ਕਰ ਰਹੇ ਹਾਂ, ਜਿਸ ਤਰ੍ਹਾਂ ਲੱਗ ਹੀ ਨਹੀਂ ਰਿਹਾ ਕਿ ਕੈਮਰੇ ਅੱਗੇ ਬੈਠੇ ਹਾਂ, ਬਿਕੋਜ਼ ਤੁਸੀਂ ਵੀ ਸਾਡੇ ਨਾਲ ਉਨੇ ਮਰਜ਼ ਹੋ ਚੁੱਕੇ ਹੋ ਸਾਡੀ ਗੱਲਬਾਤ ਦੇ ਵਿੱਚ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਰਾਬਤਾ ਬਣਾਇਆ ਹੋਇਆ ਹੁਣ ਤੱਕ। ਸੋ ਰਿਸ਼ੀ ਜੀ, ਇਸ ਕਿਤਾਬ ਦੇ ਬਾਰੇ 'ਚ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਜ਼ਰੂਰ ਜਾਣਨਾ ਚਾਹੂੰਗਾ ਕਿ ਤੁਸੀਂ ਜਿਹੜਾ ਪੂਰਾ ਪਰਿਵਾਰਕ ਜਿਹੜੀ ਇੱਕ ਫੈਮਿਲੀ ਟਰੀ ਹੁੰਦਾ ਗਾ, ਉਹਦੇ ਬਾਰੇ ਸਾਨੂੰ ਦੱਸੋ। ਪਰਿਵਾਰ ਦੇ ਵਿੱਚ ਕੌਣ ਕੌਣ ਨੇ, ਇੱਥੇ ਕੌਣ ਕੌਣ ਆ, ਸਾਡੇ ਦਰਸ਼ਕ ਜ਼ਰੂਰ ਜਾਣਨਾ ਚਾਹਣਗੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁਣ ਤੱਕ ਦਰਸ਼ਕਾਂ ਨੂੰ ਕਲੀਅਰ ਵੀ ਹੋ ਗਈਆਂ ਕਿ ਇਹ ਸ਼ਖਸੀਅਤ ਹੈ ਕੀ ਤੇ ਇਹ ਬਿਲਡ ਕਿੱਦਾਂ ਹੋਈ, ਪਰਿਵਾਰ ਦੇ ਵਿੱਚ ਕੌਣ ਕੌਣ ਇੱਥੇ ਆ ਤੇ ਇੰਡੀਆ ਦੇ ਵਿੱਚ ਕੀ ਚੱਲ ਰਿਹਾ, ਸਾਰਾ ਕੁਝ ਥੋੜਾ ਦਿਓ ਸਾਨੂੰ ਵੀ। ਜੀ ਮੇਰੇ ਮਾਤਾ ਜੀ ਨੇ ਇੰਡੀਆ ਦਾ ਹੁਣ, ਉਹ ਵੀ ਜੋ ਆਸਟ੍ਰੇਲੀਅਨ ਲਾਅ ਹੈਗਾ ਉਹ ਸਖਤ ਹੈ, ਉਹ ਪਰਮਾਨੈਂਟ ਨਹੀਂ ਆ ਸਕਦੇ ਜੀ। ਤੇ ਸਿਸਟਰਸ ਹੈਗੀਆਂ ਨੇ, ਇਹ ਛੋਟਾ ਵੀਰ ਸੀਗਾ, ਉਹ ਹੁਣ ਸਿਰਫ ਮੇਰੇ ਦਿਲ 'ਚ ਹੀ ਰਹਿੰਦਾ ਹੈਗਾ ਜੀ। ਤੇ ਇੱਥੇ ਪੂਜਾ ਮੇਰੀ ਵਾਈਫ ਤੇ 2 ਬੇਟੀਆਂ ਨੇ, ਤਨੀਸ਼ਾ ਐਂਡ ਗਰਿਮਾ ਜੀ। ਤੇ ਬਸ ਐਡਾ ਕੀ ਪਰਿਵਾਰ ਹੈ ਛੋਟਾ ਜਿਹਾ ਜੀ। ਸੋ ਤੁਸੀਂ ਜਦੋਂ ਇੱਥੇ ਆਏ 2008 ਦੇ ਵਿੱਚ ਆਏ? 2008 ਦੇ ਵਿੱਚ ਆਏ। ਉਸ ਅਗਲੇਰੇ ਸਮੇਂ ਦੇ ਵਿੱਚ ਮੈਨੂੰ ਕੋਈ ਉਦਾਂ ਦੀ ਕਹਾਣੀ, ਜਿਹੜੀ ਤੁਸੀਂ ਬਹੁਤ ਸਾਰੀਆਂ ਸਟੋਰੀਆਂ ਜਿਹੜੀਆਂ ਤੁਸੀਂ ਆਪਣੀ ਕਿਤਾਬ ਦੇ ਵਿੱਚ ਵੀ ਲਿਖੀਆਂ ਹੋਈਆਂ, ਜਿਹੜੀ ਕਿਤਾਬ ਦੇ ਵਿੱਚ ਕੋਈ ਸਟੋਰੀ ਇਦਾਂ ਦੀ ਨਹੀਂ ਤੁਸੀਂ ਛਾਪੀ ਜਾਂ ਗੱਲ ਨਹੀਂ ਕੀਤੀ, ਜਿਹੜੀ ਸਾਡੇ ਦੇਖਣ ਵਾਲਿਆਂ ਨੂੰ ਮਹਿਸੂਸ ਕਰਾ ਸਕੇ ਕਿ ਵਾਕਈ ਜੇ ਤੁਸੀਂ ਵਾਕਈ ਜ਼ਿੰਦਗੀ ਦੇ ਵਿੱਚ ਕਿੱਲ ਕੱਢਣ ਦੀ ਗੱਲ ਉਹ ਮਾਈਂਡ ਦੇ ਵਿੱਚ ਬਣਾ ਲਿਆ ਤਾਂ ਇਹ ਜਿਹੜੀਆਂ ਤਕਲੀਫਾਂ ਨੇ ਜਾਂ ਔਖਿਆਈ ਹੈਗੀ ਉਹ ਬਹੁਤ ਛੋਟੀ ਲੱਗਦੀ ਹੈ। ਇੰਡੀਆ ਦੇ ਵਿੱਚ ਤੁਸੀਂ ਭੁੱਖੇ ਰਹਿ ਕੇ ਸਮਾਂ ਗੁਜ਼ਾਰਿਆ, ਇੰਡੀਆ ਵਾਲੀਆਂ ਕਹਾਣੀਆਂ ਅਸੀਂ ਸੁਣੀਆਂ। ਇੱਥੇ ਆ ਕੇ ਵੀ ਕੁਛ ਇੱਦਾਂ ਦਾ ਵਾਪਰਿਆ ਜਿਹੜਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਜ਼ਰੂਰ ਫੀਲ ਕਰਾਉਂਦਾ ਰਹਿੰਦਾ ਕਿਤੇ ਨਾ ਕਿਤੇ, ਹਾਂ ਯਾਰ ਉਹ ਵੀ ਵਕਤ ਸੀਗਾ ਤੇ ਆ ਵੀ ਵਕਤ ਸੀਗਾ ਤੇ ਸ਼ੁਕਰ ਅਦਾ ਤੇ ਆ। ਹਾਂ ਬਿਲਕੁਲ, ਜਿਸ ਦਿਨ ਲੈਂਡ ਹੋਏ ਸੀ ਉਸ ਦਿਨ ਹੀ ਕੰਮ ਸ਼ੁਰੂ ਹੋ ਗਿਆ ਸੀਗਾ। ਜੀ ਜੀ। ਮੈਨੂੰ ਐਕਚੁਅਲੀ ਸਾਡੇ ਏਜੰਟ ਨੇ ਆਖਿਆ ਸੀਗਾ ਕਿ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਜਿਹੜਾ ਹੋਰ ਬੰਦਾ ਭੇਜਿਆ ਹੋਇਆ ਵੀ ਉਹ ਅਕੋਮੋਡੇਸ਼ਨ ਦਾ ਵੀ ਇੰਤਜ਼ਾਮ ਕਰ ਦੇਗਾ ਤੇ ਜੌਬ ਦਾ ਵੀ। ਸੋ ਇਹ 2 ਚੀਜ਼ਾਂ ਜਿਹੜੀਆਂ ਨੇ ਉਹੀ ਔਖੀਆਂ ਨੇ। ਹੁਣ ਆਪਾਂ ਨੂੰ ਵੀ ਇਹਨਾਂ ਹੀ ਸਵਾਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ। ਸੋ ਉਸ ਚੀਜ਼ ਦੀ ਸ਼ੋਰਟੇਜ ਮਿਲ ਗਈ ਸੀ। ਜਦੋਂ ਮੈਂ ਲੈਂਡ ਕੀਤਾ ਮੈਨੂੰ ਦਿੱਤਾ ਸੀ ਕੋਈ ਰਿਸ਼ੀ ਗੁਲਾਟੀ ਲਿਖ ਕੇ ਕੋਈ ਬੋਰਡ ਹੱਥ 'ਚ ਫੜੀ ਕਰਾਉਣਾ, ਉੱਥੇ ਕਿਵੇਂ ਹੋਣਾ ਸੀਗਾ। ਮੈਂ ਏਅਰਪੋਰਟ ਤੋਂ ਬਾਹਰ ਆਇਆ, ਪਹਿਲੀ ਗੱਲ ਤਾਂ ਜਹਾਜ਼ 'ਚ ਹੀ ਪਹਿਲੀ ਵਾਰੀ ਚੜ੍ਹੇ ਸੀ ਤੇ ਆਪਣੇ ਪਹਿਲੀ ਵਾਰੀ ਬਾਹਰ ਆਏ ਸੀਗੇ ਜੀ। ਸੋ ਨਹੀਂ ਸੀ ਪਤਾ ਇਹਨਾਂ ਚੀਜ਼ਾਂ ਦੇ ਬਾਰੇ ਤੇ ਉੱਥੇ ਕੋਈ ਨਜ਼ਰ ਨਹੀਂ ਆਇਆ। ਤੇ ਉੱਥੇ ਕੁਦਰਤੀ 2-3 ਪੰਜਾਬੀ ਮੁੰਡੇ, ਮੈਂ ਮੈਲਬਰਨ ਲੈਂਡ ਕੀਤਾ ਸੀਗਾ ਜੀ, 2-3 ਪੰਜਾਬੀ ਮੁੰਡੇ ਆਪਣੇ ਕਿਸੇ ਪਿਆਰੇ ਨੂੰ ਲੈਣ ਆਏ ਹੋਏ ਸੀ। ਉਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਯਾਰ ਇੱਦਾਂ ਕਰਕੇ ਵੀ ਕਿਸੇ ਨੇ ਆਉਣਾ ਸੀ ਲੈਣ ਤੇ ਉਹ ਆਇਆ ਨਹੀਂ ਹੈਗਾ ਤੇ ਮੇਰੇ ਕੋਲ ਕਹਿੰਦੇ ਜਾਣਾ ਕਿੱਥੇ। ਮੈਂ ਕਿਹਾ ਮੈਨੂੰ ਤਾਂ ਇਹ ਵੀ ਨਹੀਂ ਪਤਾ। ਤੇ ਮੇਰੇ ਕੋਲ ਕੇਵਲ ਇੱਕ ਕੰਟੈਕਟ ਨੰਬਰ ਹੀ ਸੀਗਾ ਉਸ ਸੱਜਣ ਦਾ ਤੇ ਉਹਨਾਂ ਨੂੰ ਫਿਰ ਮੈਂ ਆਖਿਆ, ਮੈਂ ਕਿਹਾ ਯਾਰ ਵੀ ਫੋਨ ਮੈਂ ਕਿਹਾ ਮੈਨੂੰ ਕੋਈ ਪੀਸੀ ਵਗੈਰਾ ਦੱਸੋ, ਮੈਂ ਕਿਵੇਂ ਫੋਨ ਕਰਾਂ, ਕਿਹੜੇ ਪੀਸੀ ਹੋ ਇੱਥੇ। ਤੇ ਉਹਨਾਂ ਨੇ ਚਲੋ ਆਪਣੇ ਮੋਬਾਈਲ ਤੋਂ ਡਾਇਲ ਕੀਤਾ ਤੇ ਗੱਲ ਕਰਵਾਈ। ਉਹ ਕਹਿੰਦਾ ਤੂੰ ਅੱਜ ਹੀ ਆ ਗਿਆ। ਮੈਂ ਕਿਹਾ ਹਾਂ ਕਦੋਂ ਆਉਣਾ ਸੀ, 1 ਮਹੀਨਾ ਹੋ ਗਿਆ ਟਿਕਟ ਭੇਜੀ ਨੂੰ। ਚਲੋ ਉਹਨੂੰ ਭੁਲੇਖਾ ਲੱਗਿਆ ਹੋਣਾ ਕੋਈ,
ਔਰ ਓਵਰਆਲ ਕੀ ਹੋਇਆ ਕਿ ਉਹ ਕਹਿੰਦੇ ਕਿ ਵੀ ਅਸੀਂ ਹੁਣ ਨਹੀਂ ਆ ਸਕਦੇ ਕਿਉਂਕਿ CBD ਹਾਂ ਅਸੀਂ, ਔਰ ਮੈਲਬਰਨ ਜਿਹੜਾ ਉਹ 에ਅਰਪੋਰਟ CBD ਤੋਂ ਬਹੁਤ ਜ਼ਿਆਦਾ ਦੂਰ ਹੈ। ਜੀ ਸੋ ਉਹ ਕਹਿੰਦੇ ਐਡਰੈਸ ਨੋਟ ਕਰ ਲਓ। ਹੁਣ ਮੈਨੂੰ ਇਹ ਨਾ ਪਤਾ ਲੱਗੇ, ਉਹ ਕਹੇ ਸਬਰਬ ਫਲਾਣਾ, ਮੈਂ ਕਿਹਾ ਸਬਰਬ ਕੀ ਹੁੰਦਾ, ਮੈਨੂੰ ਉਹ ਨਾ ਸਮਝ ਲੱਗੇ। ਜੀ ਉਹਨਾਂ ਮੁੰਡਿਆਂ ਨੂੰ ਰਿਕੁਐਸਟ ਕੀਤੀ ਵੀ ਭਰਾ ਐਡਰੈਸ ਲਿਖ ਲਓ ਅਤੇ ਮੈਨੂੰ ਤੁਸੀਂ ਕਿਸੇ ਹਿਸਾਬ ਨਾਲ ਉੱਥੇ ਅਪੜਦਾ ਕਰੋ। ਸੋ ਉਹਨਾਂ ਨੇ ਇੱਕ ਟੈਕਸੀ ਕਰਕੇ ਦਿੱਤੀ, ਉਹਨੇ $60 ਲਏ ਸੀ, ਮੈਨੂੰ ਅੱਜ ਵੀ ਯਾਦ ਹੈ। ਜੀ ਅਤੇ ਉਹਨੂੰ ਵੀ ਬਾਈ ਨੂੰ ਪਤਾ ਲੱਗਿਆ ਵੀ ਨਵੇਂ ਪੰਛੀ ਹੈਗੇ ਆ, ਅਤੇ ਉਹਨੇ ਮਤਲਬ ਕਮਾਈ ਇੱਧਰ ਉੱਧਰ। ਹਾਂ ਉਹਨੇ ਮਤਲਬ ਵਧੀਆ ਵਿਵਹਾਰ ਨਹੀਂ ਕੀਤਾ ਜਿਵੇਂ ਅੱਜ ਆਪਾਂ ਵੇਖਦੇ ਹਾਂ ਵੀ ਕਿੱਦਾਂ ਦਾ ਜੀ। ਵਿਵਹਾਰ ਹੋ ਰਿਹਾ। ਜੀ। ਸੋ ਘਰੇ ਪਹੁੰਚੇ ਅਤੇ ਜਾਂਦੇ ਨੂੰ ਬੂੰਦਾਬਾਂਦੀ ਸ਼ੁਰੂ ਹੋ ਗਈ। 2.5 ਘੰਟੇ ਅਸੀਂ ਬਾਹਰ 'ਚ ਬੈਠੇ ਰਹੇ ਉੱਥੇ, ਘਰੇ ਕੋਈ ਹੈ ਹੀ ਨਹੀਂ ਸੀਗਾ। ਚਲੋ ਜੀ ਉਹ ਆਏ ਅਤੇ ਰੋਟੀ ਪਾਣੀ ਖਾਧਾ। ਪੂਰੇ ਪਰਿਵਾਰ ਨਾਲ ਸੀ ਤੁਸੀਂ? ਮੈਂ ਤੇ ਪੂਜਾ ਦੋਨੋਂ ਸੀ, ਬੱਚਿਆਂ ਨੂੰ ਅਸੀਂ ਛੱਡਿਆ ਸੀ। ਜੀ। ਔਰ ਪਹਿਲੀ ਰਾਤ ਜਦੋਂ ਇੱਥੇ ਆ 2.5 ਘੰਟੇ ਬੈਠੇ ਰਹੇ ਅਤੇ ਅਹਿਸਾਸ ਹੋਇਆ ਯਾਰ ਕੀ ਕਰ ਲਿਆ ਸੀ। ਫਿਰ ਉਸ ਰਾਤ ਮੈਂ ਤੇ ਪੂਜਾ ਗੱਲ ਲੱਗ ਕੇ ਬਹੁਤ ਰੋਏ, ਬਹੁਤ ਲਿਟਰਲੀ ਪ੍ਰੈਕਟੀਕਲੀ। ਜਿਹਨੂੰ ਇੱਕ ਤਾਂ ਗੱਲੀ ਬਾਤੀ ਰੋਣਾ ਹੁੰਦਾ ਨਾ, ਇੱਕ ਪ੍ਰੈਕਟੀਕਲੀ ਅਸੀਂ ਗੱਲ ਲੱਗ ਕੇ ਬਹੁਤ ਰੋਏ ਵੀ ਆ ਕੀ ਕਰ ਬੈਠੇ। ਨਿਆਣੇ ਉੱਥੇ ਕਿਰਾਏ ਦੇ ਮਕਾਨ 'ਚ ਨੇ ਅਤੇ ਆਪਾਂ ਇੱਥੇ। ਔਰ ਉੱਤੋਂ ਗਜ਼ਬ ਦੀ ਕੀ ਗੱਲ ਹੋਈ ਵੀ ਅਗਲਾ ਦਿਨ ਹੋਇਆ, ਅਸੀਂ ਦੁਪਹਿਰੇ 'ਚ ਉੱਠੇ ਅਤੇ ਸ਼ਾਮ ਦੀ ਰੋਟੀ ਖਾਧੀ ਅਤੇ ਅਗਲੇ ਦਿਨ ਉਹਨਾਂ ਸੱਜਣਾ ਨੇ ਸਾਨੂੰ ਇਹ ਕਿਹਾ ਕਿ ਭਾਈ ਘਰ ਦਾ ਇੰਤਜ਼ਾਮ ਨਹੀਂ ਹੋ ਸਕਿਆ ਅਤੇ ਇੱਥੇ ਤੁਸੀਂ 1-2 ਦਿਨ ਰਹਿ ਸਕਦੇ ਹੋ ਅਤੇ ਤੁਹਾਨੂੰ ਇੱਥੋਂ ਮੂਵ ਕਰਨਾ ਪੈਣਾ। ਕਿੱਥੋਂ ਮੂਵ ਕਰਨਾ, ਕਿੱਥੇ ਮੂਵ ਕਰਨਾ, ਸਾਨੂੰ ਕੀ ਪਤਾ ਇੱਥੇ ਕੀ ਹੁੰਦਾ, ਜੀ ਘਰ ਕਿਵੇਂ ਲੱਭੀ ਦਾ ਜਾਂ ਸਿਟੀ ਕੀ ਹੈ, ਸਬਰਬ ਕੀ ਹੈ, ਕੁਛ ਵੀ ਨਹੀਂ ਸੀ ਪਤਾ। ਫਿਰ ਜੀ ਅਸੀਂ ਪਰੇਸ਼ਾਨ ਹੋ ਕੇ ਅਤੇ CBD ਚੱਲ ਗਏ ਵੀ ਹੁਣ ਬੈਠ ਕੇ ਕੁਝ ਸੋਚੀਏ। ਵਾਪਸੀ 'ਤੇ ਅਸੀਂ ਆਉਂਦੇ ਰਸਤਾ ਭੁੱਲ ਗਏ। ਮੈਂ ਉਦੋਂ ਲੈਵਰਟਨ ਵਾਲੇ ਟ੍ਰੇਨ ਸਟੇਸ਼ਨ 'ਤੇ ਉਤਰਿਆ। ਹੁਣ ਮੈਨੂੰ ਉਹ ਤਾਂ ਯਾਦ ਨਹੀਂ ਸਬਰਬ ਕਿਹੜਾ ਸੀਗਾ ਜਿੱਥੇ ਉਹਨਾਂ ਦਾ ਘਰ ਸੀਗਾ। ਅਤੇ ਲੈਵਰਟਨ ਅਸੀਂ ਵਾਪਸ ਆ ਕੇ ਉਤਰੇ ਅਤੇ ਉੱਥੇ ਰਸਤਾ ਭੁੱਲ ਗਏ ਕਿ ਜਾਣਾ ਕਿਵੇਂ ਹੈ, ਕਿਉਂਕਿ ਸਾਨੂੰ ਇਹ ਨਹੀਂ ਸੀ ਪਤਾ ਕਿ ਜੇ ਆਪਾਂ ਟ੍ਰੇਨ ਤੋਂ ਉਤਰ ਗਏ ਅਤੇ ਘਰੇ ਜਾਣ ਵਾਸਤੇ ਆਪਾਂ ਬੱਸ ਲੈ ਸਕਦੇ ਹਾਂ। ਸਾਨੂੰ ਇਹ ਵੀ ਨਹੀਂ ਸੀ ਪਤਾ। ਅਸੀਂ ਉੱਥੇ ਭਟਕਦੇ ਇੱਕ ਇੰਡੀਅਨ ਗਰੋਸਰੀ ਸ਼ਾਪ 'ਤੇ ਜਾ ਪਹੁੰਚੇ। ਉਹਨੇ ਵੀ ਆਖਿਆ ਵੀ ਨਵੇਂ ਪੰਛੀ ਲੱਗਦੇ ਹੋ। ਉਹਨੂੰ ਆਖਿਆ ਹਾਂ ਵੀ ਹਜੇ ਹੁਣੀ ਆਏ ਆ। ਅਤੇ ਉੱਥੇ ਇੱਕ ਕੁੜੀ ਸਾਡੀ ਗੱਲ ਸੁਣ ਰਹੀ ਸੀ ਅਤੇ ਉਸ ਨੇ ਆਖਿਆ ਵੀ ਜੇ ਤੁਸੀਂ ਹੁਣੇ ਆਏ ਤਾਂ ਤੁਹਾਨੂੰ ਘਰ ਚਾਹੀਦਾ ਹੋਣਾ। ਹਾਂ ਚਾਹੀਦਾ ਜੀ। ਓ ਮਾਈ ਗੋਡ। ਉਹ ਕਹਿੰਦੀ ਕਿ ਸਾਡੇ ਘਰ 'ਚ ਕਮਰਾ ਵਿਹਲਾ ਪਿਆ। ਅੰਨਾ ਕੀ ਭਾਲੇ 2 ਅੱਖਾਂ। ਕਹਿੰਦੀ ਬੈਠੋ ਕਾਰ 'ਚ। ਉਹ ਮਾਰ ਕੇ ਸੈਲਫ ਸਾਨੂੰ ਆਪਣੇ ਘਰੇ ਲੈ ਗਈ। ਕਿੰਨੇ ਪੈਸੇ? ਕਹਿੰਦੇ ਸ਼ਾਇਦ $500 ਉਹਨਾਂ ਨੇ ਮੰਗਿਆ ਸੀ ਅਤੇ $100 ਕਹਿੰਦੇ ਵੀ ਵਿੱਚੇ ਬਿਜਲੀ ਪਾਣੀ ਸਾਰਾ ਕੁਛ $600। ਠੀਕ ਹੈ ਜੀ। ਮੈਂ ਕਿਹਾ ਭਾਈ ਕਦੋਂ? ਕਹਿੰਦੀ ਕੱਲ੍ਹ ਨੂੰ ਆ ਜਾਓ। ਬਸ ਫਿਰ ਉਦੋਂ ਹੀ ਲੁੱਡੀਆਂ ਪਾਉਂਦੇ ਗਏ ਘਰ ਨੂੰ। ਸੋ ਮਤਲਬ ਇਸ ਤਰੀਕੇ ਨਾਲ ਸ਼ੁਰੂਆਤ ਹੋਈ ਸੀ ਸਾਡੀ। ਜੀ। ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਸ਼ੁਰੂਆਤ ਇਸ ਤਰ੍ਹਾਂ ਹੀ ਹੁੰਦੀ ਹੈ। ਔਰ ਜੇ ਤੁਸੀਂ ਇਸ ਵੀਡੀਓ ਨੂੰ ਵਾਚ ਕਰ ਰਹੇ ਹੋ ਜਾਂ ਅਫਕੋਰਸ ਕੋਈ ਸਕਾ ਸੰਬੰਧੀ ਆਉਂਦਾ ਗਾ ਜਾਂ ਤੁਸੀਂ ਉਹਨਾਂ ਦੇ ਵਿੱਚ ਹੋਗੇ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਹੀ ਸਟੋਰੀ ਵਾਪਰੀ ਹੈ ਤਾਂ ਮੈਨੂੰ ਲੱਗਦਾ ਬਹੁਤ ਜ਼ਿਆਦਾ ਉਦਾਸ ਜਾਂ ਉੱਦਾਂ ਦਾ ਫੀਲ ਕਰਨ ਦੀ ਜ਼ਰੂਰਤ ਨਹੀਂ ਹੈ। ਹੁਣ ਤਾਂ ਬਿਲਕੁਲ ਨਹੀਂ ਹੈ। ਹਾਂ ਹੁਣ ਤਾਂ ਜਿਹੜੇ ਆਪਣੇ ਦੋਸਤ ਆਪਾਂ ਨੂੰ ਆਸਟ੍ਰੇਲੀਆ ਤੋਂ ਖਾਸ ਤੌਰ 'ਤੇ ਦੇਖ ਰਹੇ ਨੇ ਔਰ ਨਵੇਂ ਆਏ ਨੇ, ਮਿੱਤਰ ਪਿਆਰੋ, ਤੁਸੀਂ ਬਹੁਤ ਲੱਕੀ ਹੋ ਕਿ ਤੁਸੀਂ ਅੱਜ ਦੇ ਦੌਰ 'ਚ ਆਏ ਜਦੋਂ ਕਿ ਸੋਸ਼ਲ ਮੀਡੀਆ ਦਾ ਯੁੱਗ ਹੈਗਾ। ਤੁਸੀਂ ਇੰਟਰਨੈਟ 'ਤੇ ਇੱਕ ਪੋਸਟ ਪਾਓ ਤਾਂ ਥੱਲੇ ਸੈਂਕੜੇ ਜਵਾਬ ਮਿਲ ਜਾਂਦੇ ਨੇ। ਹਾਂਜੀ ਅਸੀਂ ਇਹ ਬਹੁਤ ਵੱਡਾ ਇਹ ਪਾਵਰ ਆਫ ਸੋਸ਼ਲ ਮੀਡੀਆ ਜਿਹੜੀ ਪੋਜ਼ਿਟਿਵਲੀ ਅਸੀਂ ਯੂਜ਼ ਕਰਦੇ। ਹੁਣ ਪਿੱਛੇ ਜੇ ਪੈਂਡੈਮਿਕ ਦੇ ਪੀਰੀਅਡ ਦੇ ਵਿੱਚ ਲੰਗਰ ਦੀ ਕਿੰਨੀ ਲੋਕਾਂ ਨੇ ਸੇਵਾ ਕੀਤੀ ਹੈ। ਜੀ ਕੋਈ ਇੱਕ ਵੀ ਮੇਰੇ ਖਿਆਲ ਸਟੂਡੈਂਟ ਨਹੀਂ ਹੋਣਾ ਜਿਹੜਾ ਕਿ ਉਸ ਰਾਤ ਕੋਈ ਵੀ ਭੁੱਖਾ ਸੁੱਤਾ ਹੋਵੇ। ਠੀਕ ਹੈ। ਜਦੋਂ ਕਿ ਅੱਜ ਤੋਂ 10 ਸਾਲ 12 ਸਾਲ ਪਹਿਲਾਂ ਜਦੋਂ ਅਸੀਂ ਆਏ ਸੀਗੇ, ਆਪਾਂ ਮਤਲਬ ਆਏ ਸੀ, ਉਦੋਂ ਹਾਲਾਤ ਕੁਝ ਹੋਰ ਸੀਗੇ। ਉਹਨਾਂ ਹਾਲਾਤਾਂ 'ਚ ਤਸੱਵਰ ਨਹੀਂ ਕਰ ਸਕਦੇ। ਈਵਨ ਤੁਸੀਂ ਕੀ ਕਹੋਗੇ, ਮੈਂ ਸ਼ੈਪਟਨ ਰਹਿ ਕੇ ਆਇਆ ਵਿਕਟੋਰੀਆ 'ਚ। ਠੀਕ ਹੈ। ਮੈਨੂੰ ਇਹੀ ਨਹੀਂ ਸੀ ਪਤਾ ਕਿ ਸ਼ੈਪਟਨ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਔਰ ਉੱਥੇ ਪੰਜਾਬੀ ਭਾਈਚਾਰਾ ਇੰਨੀ ਵੱਡੀ ਤਾਦਾਦ ਦੇ ਵਿੱਚ ਮੌਜੂਦ ਹੈ। ਬਟ ਅੱਜ ਸਾਨੂੰ ਚੱਪੇ ਦਾ ਪਤਾ ਹੁੰਦਾ ਕਿ ਕਿੱਥੇ ਕੀ ਚੀਜ਼ ਅਵੇਲੇਬਲ। ਸੋ ਇੰਨਾ ਕੋਈ ਘਬਰਾਉਣ ਵਾਲੀ ਗੱਲ ਹੈ ਨਹੀਂ। ਬਸ ਇੱਦਾਂ ਹੀ ਜ਼ਿੰਦਾਬਾਦ ਰੱਖੋ, ਬਸ ਹੌਸਲਾ ਰੱਖੋ। ਜ਼ਿੰਦਗੀ ਨੂੰ ਜ਼ਿੰਦਾਬਾਦ ਰੱਖਣ ਦੀ ਗੱਲ ਤੋਂ ਤੁਹਾਡੀ ਜ਼ਿੰਦਗੀ ਅਜੇ ਬਾਕੀ ਹੈ। ਪਹਿਲੀ ਕਿਤਾਬ ਸੀ ਜਿਹੜੀ ਤੁਹਾਡੇ ਕੋਲ, ਤਾਂ ਇਹ ਕਿਤਾਬ ਦੇ ਵਿੱਚ ਤੁਸੀਂ ਕੀ ਲੈ ਕੇ ਆਏ ਸੀ? ਕੀ ਤੁਸੀਂ ਸੁਨੇਹਾ ਕੀ ਦੇਣਾ ਚਾਹ ਰਹੇ ਸੀ? ਇਹਦੇ ਵਿੱਚ 3 ਸਬਜੈਕਟ ਸੀਗੇ ਜੀ। ਦਾ ਫਸਟ ਵਨ ਵਾਜ਼ ਹਿਪਨੋਸਿਸ, ਜਿਹੜਾ ਕਿ ਮੇਰੇ ਕੰਮ ਕਰਨ ਦਾ ਤਰੀਕਾ ਹੈਗਾ, ਜਿਹੜੀ ਟੈਕਨੀਕ ਮੈਂ ਯੂਜ਼ ਕਰਦਾ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰਨ ਵਾਸਤੇ। ਸੈਕਿੰਡ ਵਾਜ਼ ਡੋਮੈਸਟਿਕ ਵਾਇਲੈਂਸ। ਡੋਮੈਸਟਿਕ ਵਾਇਲੈਂਸ 'ਤੇ ਬਹੁਤ ਰਿਸਰਚ ਕੀਤੀ ਹੈ ਜੀ ਔਰ ਸੈਂਕੜੇ ਕੇਸ ਸੋਲਵ ਕਰਤੇ।
ਤੇ ਜਿਹੜਾ ਤੀਸਰਾ ਟੌਪਿਕ ਆ ਉਹ ਸੁਸਾਈਡ ਸੀਗਾ। ਜੀ, ਇਹ ਸਾਰੇ ਵਿਸ਼ੇ ਨੇ ਜਿਨ੍ਹਾਂ ਦੇ ਉੱਪਰ ਰਿਸ਼ੀ ਜੀ ਤੁਹਾਡੇ ਨਾਲ ਸਮਾਂ ਕੱਢ ਕੇ ਇਕੱਲੇ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ। ਤੁਸੀਂ ਵੀ ਸਟੇ ਇਨ ਟੱਚ, ਔਰ ਜੇ ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਜੇ ਬਾਅਦ ਦੇ ਵਿੱਚ YouTube ਦੇ ਉੱਪਰ ਤੁਸੀਂ ਦੇਖ ਰਹੇ ਹੋਗੇ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ, ਔਰ ਇਹਨਾਂ ਦੀ ਵੀਡੀਓ ਜਾਂ ਸਾਡੇ ਇਸ ਵਿਸ਼ੇ ਦੇ ਉੱਪਰ ਜਿਹੜੀ ਟਾਕ ਆ ਡੈਫੀਨਿਟਲੀ ਤੁਹਾਨੂੰ ਇਸ ਚੀਜ਼ ਦਾ ਲਾਹਾ ਹੋਊਗਾ, ਤੁਹਾਨੂੰ ਬੈਨੀਫਿਟਸ ਹੋਣਗੇ ਉਸ ਤੋਂ ਜਿਹੜੀ ਗੱਲਬਾਤ ਦੇ ਵਿੱਚ ਇਹਨਾਂ ਦੇ ਨਾਲ, ਬਿਕੋਜ਼ ਮੇਰੀ ਪਰਸਨਲੀ ਇਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਉਹਨਾਂ ਸਾਰੇ ਵਿਸ਼ਿਆਂ ਦੇ ਉੱਪਰ। ਸੋ ਆਕਰਸ਼ਣ ਦਾ ਸਿਧਾਂਤ ਆ, ਜ਼ਿੰਦਗੀ ਅਜੇ ਬਾਕੀ ਹੈ, ਪਹਿਲੀ ਕਿਤਾਬ ਆਈ, ਉਸ ਤੋਂ ਕਿੰਨੇ ਚਿਰ ਬਾਅਦ ਤੁਸੀਂ ਇਹ ਕਿਤਾਬ ਆਕਰਸ਼ਣ ਦਾ ਸਿਧਾਂਤ ਜਿਹੜੀ ਤੁਸੀਂ ਇਹ ਜੀ ਕੁਝ ਦਿਨਾਂ ਦਾ ਹੀ ਫਰਕ ਸੀਗਾ, ਕੁਝ ਦਿਨਾਂ ਦੀ ਹੇਰ-ਫੇਰ ਸੀ ਆਲਮੋਸਟ ਸਾਲ ਦਾ। ਜਾਂ 1 ਅਕਤੂਬਰ ਪਹਿਲੇ ਹਫਤੇ 'ਚ ਉਹ ਕਿਤਾਬ ਛਪੀ ਸੀ ਤੇ ਅਕਤੂਬਰ ਦੇ ਪਹਿਲੇ ਹਫਤੇ 'ਚ ਇਹ ਕਿਤਾਬ ਛਪੀ ਹੈ, 1 ਸਾਲ ਦੇ ਗੈਪ 'ਚ ਜੀ। ਤੇ ਇਸ ਆਕਰਸ਼ਣ ਦਾ ਸਿਧਾਂਤ ਜਾਂ ਇਹ ਦੋਨੋਂ ਕਿਤਾਬਾਂ ਨੇ ਜਿਹੜੀਆਂ ਜ਼ਿੰਦਗੀ ਦੇ ਉਸ ਪੱਖ ਨੂੰ ਟੱਚ ਕਰ ਰਹੀਆਂ ਜਿੱਥੇ ਪੋਜ਼ਿਟਿਵਿਟੀ ਦੀ ਗੱਲ ਕਰਦੇ ਹੋ, ਜਿੱਥੇ ਤੁਸੀਂ ਜ਼ਿੰਦਗੀ ਨੂੰ ਜ਼ਿੰਦਾਬਾਦ ਕਰਨ ਦੀ ਗੱਲ ਕਰਦੇ ਹੋ। ਕੀ ਇਹੋ ਜਿਹਾ ਤੁਹਾਡੇ ਅੰਦਰ ਚੱਲ ਰਿਹਾ ਹੈਗਾ ਜੋ ਤੁਸੀਂ ਚੇਂਜ ਦੇਖਣਾ ਚਾਹ ਰਹੇ ਹੋ ਵਰਲਡ ਦੇ ਵਿੱਚ, ਜਾਂ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ, ਜਾਂ ਆਲੇ ਦੁਆਲੇ ਆਪਣੀ ਲੇਖਣੀ ਦੇ ਰਾਹੀਂ ਜਿਹੜਾ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਅੰਦਰਲਾ ਜਿਹੜਾ ਮਨ ਆ ਤੁਹਾਡਾ, ਉਹ ਜਿਹੜਾ ਛੋਟਾ ਰਿਸ਼ੀ ਜਿਹੜਾ ਤੁਹਾਨੂੰ ਦੇਖਦਾ ਰਹਿੰਦਾ, ਘੂਰਦਾ ਰਹਿੰਦਾ, ਉਹ ਕੀ ਤੁਹਾਨੂੰ ਸੁਨੇਹਾ ਦਿੰਦਾ ਰਹਿੰਦਾ ਹਮੇਸ਼ਾ ਕਿ ਵੀ ਇਹ ਇੱਥੇ ਤੱਕ ਲੈ ਕੇ ਜਾਣਾ ਮੰਜ਼ਿਲ ਨੂੰ, ਜਾਂ ਮੰਜ਼ਿਲ ਇਹ ਹੈ ਕਿ ਤੁਹਾਡੀ ਇੱਥੇ ਤੱਕ ਪਹੁੰਚਣਾ ਗਾ, ਸਫ਼ਰ ਜਾਰੀ ਰੱਖ ਮਿੱਤਰ। ਬਸ ਸਫ਼ਰ ਜਾਰੀ ਰੱਖੋ ਜੀ, ਮੰਜ਼ਿਲ ਤਾਂ ਨਾ ਪਤਾ ਹੀ ਨਹੀਂ ਕਿੱਥੇ ਹੈਗੀ ਹੈ। ਜੀ। ਬਹੁਤ ਸਾਰੇ ਲੋਕ ਇਸ ਨੂੰ ਮੰਜ਼ਿਲ ਕਹਿ ਰਹਿਣਗੇ ਕਿ ਮੈਂ ਹੁਣੇ ਜ਼ਿਕਰ ਕੀਤਾ ਸੀਗਾ ਥੋੜੀ ਦੇਰ ਪਹਿਲਾਂ ਕਿ ਟਾਕੀਆਂ ਲੱਗੀ ਪੈਂਟ ਦਾ ਜਾਂ ਭੁੱਖੇ ਰਹਿਣ ਦਾ, ਤੇ ਅੱਜ ਟਾਈ ਸ਼ਾਈ ਵੇਖ ਕੇ ਅਗਲਾ ਕਹਿ ਦੂਗਾ ਭਾਈ ਇਦੋਂ ਵੱਧ ਤੈਨੂੰ ਕੀ ਬੜੇਵੇਂ ਚਾਹੀਦੇ ਨੇ, ਹੋਰ ਕੀ ਚਾਹੀਦਾ ਜ਼ਿੰਦਗੀ ਦੇ ਵਿੱਚ, ਵੀ ਇੰਨਾ ਕੁਛ ਤਾਂ ਹੈਗਾ ਨਾ, ਵੀ ਚਲੋ ਪ੍ਰਮਾਤਮਾ ਨੇ ਘਰ ਵੀ ਬਖਸ਼ਿਆ, ਗੱਡੀਆਂ ਵੀ, ਸਾਰਾ ਕੁਛ ਹੀ ਹੈ ਨਾ। ਇੱਕ ਟਾਈਮ ਉਹ ਵੀ ਸੀਗਾ ਰੋਪੀ ਜੀ ਜਦੋਂ ਮੈਂ ਸ਼ਾਇਦ 7ਵੀਂ ਕਲਾਸ ਦੇ ਵਿੱਚ ਸੀਗਾ ਜੀ। ਮੈਂ ਪਹਿਲਾਂ ਪਿੰਡ 'ਚ ਬਚਪਨ ਗੁਜ਼ਰਿਆ ਹੈਗਾ। ਸਾਡੇ ਸ਼ਹਿਰ ਤੋਂ ਜਿੱਥੇ ਮੈਂ ਪੜ੍ਹਦਾ ਸੀ, ਪਿੰਡ ਨੂੰ ਜਾਣ ਵਾਲੀ ਸੜਕ ਨਵੀਂ ਬਣ ਰਹੀ ਸੀ ਜੀ। ਔਰ ਉੱਥੇ ਮਿੱਟੀ ਪਾਉਂਦੇ ਹੁੰਦੇ ਆ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਦੋਂ ਸੜਕ ਬਣਾਉਣੀ ਹੁੰਦੀ ਹੈ, ਔਰ ਗੱਡੇ ਵਰਗਾ ਸਾਈਕਲ ਤਾਂ ਪਹਿਲਾਂ ਹੀ ਸੀਗਾ, ਮੈਂ ਕੁਝ ਸਾਈਕਲ ਤੇ ਗਿਆ, ਔਰ ਮੀਂਹ ਦੇ ਦਿਨ ਸੀਗੇ ਤੇ ਸਾਈਕਲ ਜਿਹੜਾ ਉਹ ਚਿੱਕੜ ਦੇ ਵਿੱਚ ਫਸ ਗਿਆ। ਮੈਂ ਜਿੰਨੀ ਕੋਸ਼ਿਸ਼ ਕਰਾਂ, ਕਿਉਂਕਿ ਛੋਟੀ ਉਮਰ ਸੀਗੀ, ਜਿੰਨੀ ਕੋਸ਼ਿਸ਼ ਕਰਾਂ ਸਾਈਕਲ ਹੋਰ ਖੁੱਬਦਾ ਜਾਵੇ, ਉੱਥੇ ਫਿਰ ਕੋਈ ਝੰਗਿਆੜਾਂ ਪਈਆਂ ਤੇ ਉਹ ਮੀਂਹ ਤੋਂ ਬਾਅਦ ਜਿਹੜੇ ਆਸ-ਪਾਸ ਦੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀ, ਕਿਸਾਨ ਸਨ ਜਾਂ ਮਜ਼ਦੂਰ ਸਨ, ਜੋ ਵੀ ਸਨ, ਮੇਰੀਆਂ ਝੰਗਿਆੜਾਂ ਸੁਣ ਕੇ ਆ ਗਿਆ, ਉਹਨਾਂ ਨੇ ਮੇਰਾ ਸਾਈਕਲ ਬਾਹਰ ਕੱਢਿਆ ਜੀ। ਠੀਕ ਹੈ, ਇੱਕ ਉਹ ਦੌਰ ਸੀਗਾ ਤੇ ਇੱਕ ਆਹ ਦੌਰ ਹੈਗਾ। ਬਹੁਤ ਸਾਰੇ ਦੋਸਤਾਂ ਇਹਨੂੰ ਵੀ ਕਹਿ ਸਕਦੇ ਆ ਵੀ ਬਹੁਤ ਤਰੱਕੀ ਹੋ ਗਈ, ਪਰ ਨਹੀਂ ਯਾਰ, ਕਿੱਥੇ ਤੱਕ ਸਫ਼ਰ ਹਜੇ ਸਿਰ 'ਚ ਪੁਣੀ ਵੀ ਨਹੀਂ ਕੱਤੀ ਜਿੰਨੇ ਕੁ ਪ੍ਰੋਜੈਕਟ ਮੇਰੇ ਦਿਮਾਗ 'ਚ ਹੈਗੇ ਨੇ, ਜਾਂ ਉਮਰ ਦਾ ਜੋ ਦੌਰ ਚੱਲ ਰਿਹਾ, ਮੈਨੂੰ ਲੱਗਦਾ ਯਾਰ ਮੇਰੀ ਇਹ ਉਮਰ ਤਾਂ ਘੱਟ ਗਈ ਜਿੰਨਾ ਕਿ ਮੈਂ ਕੁਝ ਕਰਨਾ ਚਾਹੁੰਦਾ। ਇਸ ਕਿਤਾਬ ਦੇ ਬਾਰੇ, ਆਕਰਸ਼ਣ ਦਾ ਸਿਧਾਂਤ ਦੇ ਬਾਰੇ 'ਚ ਸਮਾਂ ਬਹੁਤ ਘੱਟ ਰਹਿ ਗਿਆ ਆਪਣੇ ਕੋਲੇ, ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਆਪਣੇ ਸਾਰੇ ਦਰਸ਼ਕਾਂ ਨੂੰ? ਇਸ ਦੇ ਵਾਸਤੇ ਜਿੱਦਾਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਅਗਰ ਆਪਣੇ ਅਧਿਆਪਕਾਂ ਦੀ ਸੋਚ ਬਦਲ ਦਈਏ, ਮਾਫ ਕਰਨਾ, ਅਧਿਆਪਕ ਸਾਹਿਬਾਨ ਸੋਚ ਬਦਲਦੇ ਨਹੀਂ, ਨਵੇਂ ਵਿਸ਼ੇ ਬਾਰੇ ਜਾਣਕਾਰੀ ਦੇ ਦਈਏ ਤੇ ਉਹ ਅੱਗੇ ਡਿਲੀਵਰੀ ਕਰਨ ਬੱਚਿਆਂ ਨੂੰ, ਤੇ ਆਉਣ ਵਾਲੀ ਪੂਰੀ ਨਸਲ ਦੀ ਹੀ ਸੋਚ ਬਦਲੀ ਜਾ ਸਕਦੀ, ਕਿਉਂਕਿ ਬੱਚੇ ਟੀਚਰ ਦੇ ਨਾਲ ਬਹੁਤ ਸਾਰਾ ਸਮਾਂ ਬਿਤਾਉਂਦੇ ਨੇ ਤੇ ਉਹਨਾਂ ਦੀ ਮੰਨਦੇ ਵੀ ਨੇ। ਹੁਣ ਜਿਹੜਾ ਪ੍ਰੋਜੈਕਟ ਚੱਲ ਰਿਹਾ ਉਹ ਇੱਕ ਸਕੂਲ ਦੇ ਵਿੱਚ ਇੱਕ ਕਿਤਾਬ ਭੇਜਣ ਦਾ ਚੱਲ ਰਿਹਾ। ਹੁਣ ਜਿੱਦਾਂ ਕਿ ਰੋਬੀ ਜੀ ਰਾਬਤਾ ਆਸਟ੍ਰੇਲੀਆ ਦੇ ਵੱਲੋਂ ਕਿਤਾਬਾਂ ਬਹੁਤ ਸਾਰੀਆਂ ਸਪਾਂਸਰ ਕੀਤੀਆਂ ਗਈਆਂ ਨੇ, ਔਰ ਉਹਨਾਂ ਕਿਤਾਬਾਂ ਦੇ ਵਿੱਚੋਂ 500 ਕਿਤਾਬਾਂ ਦੀ ਪਹਿਲੀ ਖੇਪ ਜਿਹੜੀ ਉਹ ਰਵਾਨਾ ਕਰ ਦਿੱਤੀ ਗਈ ਹੈ ਡਿਲੀਵਰੀ ਵਾਸਤੇ। ਹੁਣ ਪੈਂਡੈਮਿਕ ਦਾ ਟਾਈਮ ਹੈ, ਸਕੂਲ ਪੂਰੇ ਖੁੱਲ੍ਹੇ ਨਹੀਂ ਹਨ, ਸੋ ਜਿੱਦਾਂ ਵੀ ਸਮਾਂ ਮਿਲਦਾ ਹੈ ਸਾਡੇ ਮਿੱਤਰ ਪਿਆਰੇ ਨੂੰ ਜਿਹੜਾ ਕਿ ਸਾਡਾ ਪੰਜਾਬ 'ਚ ਮਦਦ ਕਰ ਰਿਹਾ, ਉਹ ਸਕੂਲਾਂ ਦੇ ਵਿੱਚ ਇੱਕ ਕਿਤਾਬ ਡਿਲੀਵਰ ਕਰ ਰਿਹਾ ਹੈ। ਐਂਡ ਇਸ ਦੇ ਨਾਲ ਅਸੀਂ ਸਿਰਫ ਅਧਿਆਪਕਾਂ ਤੱਕ ਹੀ ਇਹ ਕਿਤਾਬ ਪਹੁੰਚਾਉਣੇ ਚਾਹੁੰਦੇ ਹਾਂ। ਬੱਚਿਆਂ ਦੇ ਪੱਧਰ ਤੋਂ ਇਸ ਦਾ ਵਿਸ਼ਾ ਬਹੁਤ ਉੱਚਾ ਹੈ, ਅਗਰ ਉਹ ਪੜ੍ਹਨਗੇ ਹੋ ਸਕਦਾ ਸਮਝ ਆ ਜਾਵੇ, ਆਮ ਨੋਟ ਸੇਇੰਗ ਕਿ ਬਿਲਕੁਲ ਹੀ ਨਹੀਂ ਆਏਗੀ, ਬਟ ਕਿਤੇ ਨਾ ਕਿਤੇ ਅਗਰ ਅਧਿਆਪਕ ਸਾਹਿਬਾਨ ਬੱਚਿਆਂ ਨੂੰ ਦੱਸਣਗੇ ਤੇ ਉਹਨਾਂ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਪਤਾ ਲੱਗੇਗਾ। ਇਹਦੇ ਵਿੱਚੋਂ ਬਹੁਤ ਸਾਰੀਆਂ ਐਕਸਰਸਾਈਜ਼ਾਂ ਨੇ, ਬਹੁਤ ਸਾਰੇ ਕੁਐਸਚਨ ਪੁੱਛੇ ਗਏ ਨੇ। ਕੋਈ ਵੀ ਬੰਦਾ ਅਗਰ ਉਹਨਾਂ ਕੁਐਸਚਨਸ ਦਾ ਆਨਸਰ ਦਿੰਦਾ ਹੈ, ਰਾਈਟ ਅਪ ਕਰਦਾ, ਉਹ ਆਪਣੇ ਵਾਸਤੇ ਮੇਰੇ ਕੋਲ ਭੇਜਣ ਦੀ ਲੋੜ ਨਹੀਂ ਹੈ, ਵਰਕਸ਼ੀਟਾਂ 'ਤੇ ਕੰਮ ਕਰਦਾ ਹੈ, ਤੇ ਉਹਦੀ ਸੋਚ ਵਿੱਚ ਫਰਕ ਪਏਗਾ ਹੀ ਪਏਗਾ, ਉਹਦੀ ਜ਼ਿੰਦਗੀ 'ਚ ਬਦਲਾਅ ਆਵੇਗਾ ਹੀ ਆਵੇਗਾ। ਅਗਰ ਅਸੀਂ ਇਸ ਤਰੀਕੇ ਨਾਲ ਪੂਰੇ ਬੱਚਿਆਂ ਨੂੰ ਸਿੱਖਿਆ ਦੇਣ 'ਚ ਕਾਮਯਾਬ ਹੋ ਜਾਂਦੇ, ਅਸੀਂ ਮਿੱਤਰ ਪਿਆਰੇ ਯਕੀਨ ਮੰਨ ਕੇ ਜਾਣਿਓ ਆਉਣ ਵਾਲੀ ਪੂਰੀ ਨਸਲ ਦੀ ਸੋਚ ਨੂੰ ਸਕਾਰਾਤਮਕ ਕਰ ਸਕਦੇ ਹਾਂ। ਪਰ ਇਹ ਇਕੱਲਾ ਰਿਸ਼ੀ ਜਾਂ ਇਕੱਲਾ ਰੋਪੀ ਕੁਛ ਨਹੀਂ ਕਰ ਸਕਦਾ, ਇਹਦੇ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।
ਜੀ। ਹੁਣ ਸਾਡੀ ਇੱਕ ਲਿਮਟ ਹੈ ਇਨਵੈਸਟਮੈਂਟ ਕਰਨ ਦੀ, ਪੂੰਜੀ ਖਰਚ ਕਰਨ ਦੀ। ਅਸੀਂ ਟਾਈਮ ਲਗਾ ਦਿੱਤਾ, ਬਟ ਉਹਦੇ 'ਚ ਤੁਹਾਡੇ ਸਹਿਯੋਗ ਦੀ ਲੋੜ ਹੈ। ਅਗਰ ਤੁਸੀਂ ਆਪਣੇ ਏਰੀਏ ਦੇ ਸਕੂਲਾਂ ਨੂੰ ਅਡਾਪਟ ਕਰ ਲੈਂਦੇ ਹੋ, ਉਹਨਾਂ ਦੇ ਵਿੱਚ ਇੱਕ ਸਕੂਲ 'ਚ ਇੱਕ ਕਿਤਾਬ ਭੇਜ ਦਿੰਦੇ ਹੋ ਸਾਡੇ ਤੋਂ ਕਿਤਾਬ ਬਾਏ ਕਰਕੇ, ਤੇ ਕੀ ਨਹੀਂ ਹੋ ਸਕਦਾ, ਸਭ ਕੁਝ ਹੋ ਸਕਦਾ। ਸੋ ਇਸ ਸਹਿਯੋਗ ਦੀ ਬਹੁਤ ਲੋੜ ਹੈ, ਔਰ ਇਹਦੀ ਮੈਂ ਅਪੀਲ ਕਰਦਾ। ਇਸ ਦੀ ਕਾਸਟ ਕੀ ਰਹੂਗੀ ਰਿਸ਼ੀ ਜੀ ਪੰਜਾਬ ਦੇ ਵਿੱਚ? ਰੋਬੀ ਜੀ, ਇਹ ਮੈਂ ਨਹੀਂ ਕਹਿ ਰਿਹਾ ਕਿ ਅਸੀਂ ਜੋ ਖਰੀਦ ਮੁੱਲ ਹੈ ਸਾਡਾ ਉਸ ਤੇ ਅਸੀਂ ਦੇ ਰਹੇ ਹਾਂ। ਜੋ ਪ੍ਰਕਾਸ਼ਕ ਦੇ ਰਿਹਾ ਹੈ ਅਸੀਂ ਉਸੇ ਰੇਟ ਤੇ ਕਿਤਾਬ ਦੇਵਾਂਗੇ, ਪਰ ਕਿਉਂਕਿ ਸਾਡੀ ਖੁਦ ਦੀ ਪੂੰਜੀ ਇਸ ਤੇ ਇਨਵੈਸਟ ਹੋਈ ਵੀ ਹੈ, ਸਾਡੀ ਇੱਛਾ ਪ੍ਰੋਫਿਟ ਕਮਾਉਣ ਦੀ ਨਹੀਂ ਹੈ, ਕਿਉਂਕਿ ਖਰਚੇ ਹੋਰ ਵੀ ਬਹੁਤ ਹੋ ਰਹੇ ਨੇ, ਜਿੱਦਾਂ ਕਿ ਐਡ ਕਰਨੀ ਪੈਂਦੀ ਹੈ ਜਾਂ ਟਰਾਂਸਪੋਰਟੇਸ਼ਨ ਦੇ ਚਾਰजेस ਲੱਗੇ ਨੇ ਜੀ। ਸੋ ਅਸੀਂ ਜਿਹੜੇ ਬੰਦੇ ਨੂੰ ਅਪੁਆਇੰਟ ਕੀਤਾ ਹੈ ਮਦਦ ਵਾਸਤੇ ਉਹਨੂੰ ਵੀ ਪੇ ਕਰ ਰਹੇ ਹਾਂ। ਸੋ ਜਿੰਨੇ ਦੀ ਦੇ ਰਿਹਾ ਹੈ ਪ੍ਰਕਾਸ਼ਕ, ਉਹਨੇ ਦੀ ਹੀ ਕਿਤਾਬ ਅਸੀਂ ਦੇਵਾਂਗੇ ਜੀ। ਠੀਕ ਹੈ, ਬਟ ਉਹ ਸਾਡੀ ਰਿਕਵਰੀ ਹੋ ਜਾਏਗੀ ਸਾਡੀ ਇਨਵੈਸਟਮੈਂਟ ਦੀ, ਤੇ ਪ੍ਰੋਫਿਟ ਕਮਾਉਣ ਦਾ ਕੋਈ ਇੱਛਾ ਨਹੀਂ ਹੈ। ਇੰਨੀ ਇੱਛਾ ਜ਼ਰੂਰ ਹੈ ਕਿ ਜੋ ਸਾਡੇ ਪੱਲੇ ਲੱਗਿਆ ਹੈ ਘੱਟੋ ਘੱਟ ਹੋਰ ਕਵਰ ਹੋ ਜਾਏ। ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਸਾਡੀ ਇਹੀ ਹੈ ਕਿ 14,000 ਪਿੰਡ ਨੂੰ ਜੇ ਅਸੀਂ ਕਿਸੇ ਤਰੀਕੇ ਨਾਲ ਕਵਰ ਕਰ ਲੈਂਦੇ ਹਾਂ। ਅਸੀਂ 1500 ਪਿੰਡ ਦੀ ਜ਼ਿੰਮੇਵਾਰੀ ਲੈਤੀ ਹੈ, ਜਿਸ ਦੇ ਵਿੱਚ 1500 ਪਿੰਡਾਂ ਦੇ ਵਿੱਚ ਇਹ ਕਿਤਾਬ ਜਾਊਗੀ, ਔਰ ਕਿਤਾਬ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਜਾ ਕੇ ਦਿੱਤੀ ਜਾਊਗੀ। ਕਿਤਾਬ ਦੇਣ ਤੋਂ ਪਹਿਲਾਂ, ਜਿੱਦਾਂ ਨਹੀਂ ਕਿ ਡਾਕਟਰ ਗੋਲੀ ਦੇਣ ਤੋਂ ਪਹਿਲਾਂ ਦੱਸਦਾ ਹੁੰਦਾ ਕਿ ਭਾਈ ਰੋਟੀ ਖਾਣ ਤੋਂ ਬਾਅਦ ਗੋਲੀ ਲੈਣੀ ਆ, ਜਾਂ ਰੋਟੀ ਇੰਨੇ ਚਿਰ ਬਾਅਦ ਖਾਣੀ ਆ, ਉਸੇ ਤਰੀਕੇ ਇਸ ਕਿਤਾਬ ਨੂੰ ਪੜ੍ਹਨ ਦਾ ਵੀ ਇੱਕ ਤਰੀਕਾ ਹੈ। ਇਸ ਕਿਤਾਬ ਨੂੰ ਕਿਸ ਤਰੀਕੇ ਨਾਲ ਪੜ੍ਹਿਆ ਜਾਵੇ ਔਰ ਕੌਣ ਪੜ੍ਹੇ, ਕਿਸ ਤਰੀਕੇ ਦੇ ਨਾਲ ਇਸ ਨੂੰ ਅੱਗੇ ਡਿਲੀਵਰ ਕੀਤਾ ਜਾਵੇ ਇਸ ਕੰਟੈਂਟ ਨੂੰ, ਉਹ ਬਹੁਤ ਜ਼ਰੂਰੀ ਹੈ। ਇੱਕ ਗੱਲ ਮੈਂ ਹੋਰ ਰਿਸ਼ੀ ਜੀ ਇੱਥੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਦਿਮਾਗ ਜੇ ਹੁਣ ਇਸ ਗੱਲ ਬਾਤ ਨੂੰ ਸੁਣਦਿਆਂ ਕੋਈ ਇਹ ਵੀ ਸੋਚਦਾ ਹੋਵੇ ਕਿ ਯਾਰ ਸਾਨੂੰ ਤਾਂ ਹੁਣ ਅੰਗਰੇਜ਼ੀ ਆਉਂਦੀ ਆ, ਵੀ 9 ਬੈਂਡ ਆਇਆ, ਸਾਡੇ ਤਾਂ 7 ਬੈਂਡ ਆਇਆ ਜਾਂ 6 ਬੈਂਡ ਆਇਆ, ਕਿ ਅਸੀਂ ਤਾਂ ਅੰਗਰੇਜ਼ੀ 'ਚ ਪੜ੍ਹ ਲੈਂਦੇ ਹੈਗੇ, ਅੰਗਰੇਜ਼ੀ 'ਚ ਬੜੀਆਂ ਕਿਤਾਬਾਂ ਪਈਆਂ ਨੇ ਜੀ ਲਾਅ ਆਫ ਅਟਰੈਕਸ਼ਨ ਤੇ। ਤਾਂ ਇੱਥੇ ਇਹ ਚੀਜ਼ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ। ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜਾ ਸਾਡਾ ਦਿਮਾਗ ਆ, ਉਹ ਉਸ ਦੇ ਹਿੱਸੇ ਨੇ ਜਿਹੜੇ ਅਲੱਗ-ਅਲੱਗ। ਜਦੋਂ ਤੁਸੀਂ ਇੰਗਲਿਸ਼ ਜਿਹੜੀ ਕਿ ਤੁਹਾਡੀ ਮਦਰ ਟੰਗ ਨਹੀਂ ਹੈ, ਉਸ ਨੂੰ ਤੁਸੀਂ ਜੇ ਤੁਸੀਂ ਪੰਜਾਬੀ ਇਸ ਮੇਰੀ ਗੱਲ ਨੂੰ ਸਮਝ ਰਹੇ ਹੋ ਔਰ ਤੁਹਾਡੀ ਮਦਰ ਟੰਗ ਪੰਜਾਬੀ ਹੈ, ਤੁਹਾਡੀ ਭਾਸ਼ਾ ਪੰਜਾਬੀ ਹੈ, ਤਾਂ ਤੁਸੀਂ ਉਸ ਨੂੰ ਇੱਕ ਬਹੁਤ ਵੱਡੇ ਹਿੱਸੇ ਨੂੰ, ਦਿਮਾਗ ਦੇ ਨੂੰ, ਉਸ ਟਰਾਂਸਲੇਸ਼ਨ ਦੇ ਪਾਰਟ ਦੇ ਵਿੱਚ ਬਿਜ਼ੀ ਕਰ ਲੈਂਦੇ ਹੋ, ਅੰਗੇਜ਼ ਕਰ ਲੈਂਦੇ ਹੋ, ਤੇ ਫਿਰ ਤੁਹਾਡੇ ਕੋਲ ਇੱਕ ਹਿੱਸਾ ਦਿਮਾਗ ਦਾ ਰਹਿ ਜਾਂਦਾ, ਉਹ ਜੋ ਜ਼ਿਆਦਾ ਵੀ ਹੋ ਸਕਦਾ, ਘੱਟ ਵੀ ਹੋ ਸਕਦਾ, ਇਸ ਪੂਰੇ ਸਬਜੈਕਟ ਨੂੰ ਸਮਝਣ ਵਾਸਤੇ। ਜਦੋਂ ਤੁਸੀਂ ਅੰਗਰੇਜ਼ੀ ਦੇ ਵਿੱਚ ਸਮਝਦੇ ਹੋ, ਸਮਝਣ ਦੀ ਕੋਸ਼ਿਸ਼ ਕਰਦੇ ਹੋ, ਜਦੋਂ ਕੰਟੈਂਟ ਤੁਸੀਂ ਆਪਣੇ ਦਿਮਾਗ 'ਚ ਲੈ ਕੇ ਜਾਂਦੇ ਹੋ, ਫਿਰ ਉਸ ਨੂੰ ਟਰਾਂਸਲੇਟ ਕਰਦੇ ਹੋ। ਇਸ ਪੂਰੇ ਪ੍ਰੋਸੈਸ ਦੇ ਵਿੱਚ ਤੁਹਾਡਾ ਦਿਮਾਗ ਆ ਜਿਹੜਾ ਉਹ ਬਿਜੀ ਹੋਇਆ ਹੁੰਦਾ। ਤਾਂ ਇਸੇ ਤਰ੍ਹਾਂ ਹੀ ਜਦੋਂ ਤੁਸੀਂ ਉਸ ਨੂੰ ਉਸ ਭਾਸ਼ਾ ਦੇ ਵਿੱਚ ਪੜ੍ਹਦੇ ਹੋ, ਭਾਵੇਂ ਤੁਹਾਨੂੰ ਅੰਗਰੇਜ਼ੀ ਬਹੁਤ ਪਿਆਰੀ ਆਉਂਦੀ ਆ, ਪੰਜਾਬੀ ਦੇ ਵਿੱਚ ਜਿਹੜੀ ਤੁਹਾਡੀ ਆਪਣੀ ਮਦਰ ਟੰਗ ਹੈ, ਜਿਹੜੀ ਕਿ ਤੁਹਾਡੇ ਉਸ ਸਬਕੌਂਸ਼ੀਅਸ ਦੇ ਵਿੱਚ ਲਿਖੀ ਹੋਈ ਹੈ, ਉਗੇੜੀ ਹੋਈ ਹੈ ਬਚਪਨ ਦੇ ਵਿੱਚੋਂ, ਜਦੋਂ ਤੁਸੀਂ ਅਜੇ ਜਨਮ ਵੀ ਨਹੀਂ ਲਿਆ ਸੀਗਾ, ਉਸ ਭਾਸ਼ਾ ਦੇ ਵਿੱਚ ਪੜ੍ਹੋਗੇ ਤਾਂ ਉਹ ਸਹਿਜੇ ਹੀ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਜੂਗੀ। ਜਦੋਂ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਜੂਗੀ ਤਾਂ ਸਹਿਜੇ ਹੀ ਤੁਸੀਂ ਉਸ ਨੂੰ ਅੱਗੇ ਇੰਪਲੀਮੈਂਟ ਕਰੋਗੇ। ਬਿਕੋਜ਼ ਜਦੋਂ ਅੰਦਰ ਜਾ ਕੇ ਬੈਠ ਜਾਓਗੇ ਉਹ ਭਾਸ਼ਾ, ਉਹ ਸਾਰੀ ਇੱਕ ਗਿਆਨ, ਉਹ ਗਿਆਨ ਤੁਸੀਂ ਜਿੱਥੇ ਵੀ ਕਿਤੇ ਕਲਾਸ 'ਚ ਹੋ, ਜਿੱਥੇ ਵੀ ਤੁਸੀਂ ਵਿਚਰ ਰਹੇ ਹੋ ਸਮਾਜ ਦੇ ਵਿੱਚ, ਤਾਂ ਤੁਸੀਂ ਉਸ ਨੂੰ ਅੱਗੇ ਡਿਲੀਵਰ ਕਰੋਗੇ। ਔਰ ਉਹਨਾਂ ਲੋਕਾਂ ਦੇ ਵਿੱਚੋਂ ਹੀ ਰਿਸ਼ੀ ਜੀ, ਜਿਹੜੀ ਮੇਰੀ ਗੱਲ ਹੁੰਦੀ ਆ ਕਿ ਉਹਨਾਂ ਦੇ ਵਿੱਚੋਂ ਹੀ ਤੁਹਾਡੇ ਨੇਤਾ ਪੈਦਾ ਹੋਣਗੇ। ਬਿਲਕੁਲ। ਤਾਂ ਉਹ ਨੇਤਾ ਬਣਾਉਣ ਵਾਸਤੇ ਤੁਹਾਨੂੰ ਆਪਣੀ ਸੋਚ ਬਦਲਣੀ ਪੈਣੀ। ਹਾਂ, ਅੰਗਰੇਜ਼ੀ ਦੇ ਵਿੱਚ ਹੌਟ ਕੱਪ ਆਫ ਮਸਾਲਾ ਟੀ ਤਾਂ ਬਣਾਈ ਜਾ ਸਕਦੀ ਹੈ, ਪਰ ਦੁੱਖ ਤੋੜ ਤੇ ਮੁੱਛ ਮਰੋੜ ਤੇ ਕੰਡੇ ਵਾਲੀ ਚਾਹ ਦਾ ਜਿਹੜਾ ਕੱਪ ਹੈ ਉਹ ਪੰਜਾਬੀ 'ਚ ਹੀ ਬਣਦਾ। ਬਿਲਕੁਲ ਜੀ। ਪ੍ਰੋਗਰਾਮ ਨੂੰ ਪੋਜ਼ਿਟਿਵਿਟੀ ਔਰ ਕੱਪ ਦੇ ਚਾਹ ਦੇ ਕੱਪ ਦੇ ਨਾਲ, ਉਹ ਵੀ ਮੁੱਛ ਤੋੜ ਚਾਹ ਦੇ ਕੱਪ ਦੇ ਨਾਲ ਅਸੀਂ ਇੱਥੇ ਸਮੇਟਦੇ ਹਾਂ। ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਮੈਂ ਤੇ ਰਿਸ਼ੀ ਗੁਲਾਟੀ ਜੀ ਫਿਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ, ਬਹੁਤ ਸਾਰੀਆਂ ਯਾਦਾਂ ਨੇ ਜਿਹੜੀਆਂ ਸਾਡੀਆਂ ਗੱਲਾਂ ਦੇ ਨਾਲ ਤੁਹਾਡੀਆਂ ਵੀ ਮਿਲਦੀਆਂ ਹੋਣਗੀਆਂ। ਤਾਂ ਤੁਸੀਂ ਯਕੀਨ ਮੰਨਿਓ, ਜਦੋਂ ਵੀ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੱਲਬਾਤ, ਜਦ ਤੁਸੀਂ ਰਾਬਤਾ ਬਣਾਓਗੇ, ਸੁਣੋਗੇ, ਸਾਨੂੰ ਦੇਖੋਗੇ, ਤਾਂ ਤੁਸੀਂ ਮਹਿਸੂਸ ਕਰੋਗੇ ਤੁਸੀਂ ਸਾਡੇ ਨਾਲ ਬੈਠ ਕੇ ਹੀ ਆਪਣੀ ਗੱਲ ਜਾਂ ਆਪਣੀ ਕਹਾਣੀ ਸਾਂਝੀ ਕਰ ਰਹੇ ਹੋ। ਇਹੀ ਸਾਡੀ ਕੋਸ਼ਿਸ਼ ਰਹੇਗੀ ਇਸ ਕੁੰਡ ਚਰਚਾ ਦੇ ਮੰਚ ਦੇ ਉੱਪਰ। ਐਮ ਆਈ ਰਾਈਟ ਜੀ? ਬਿਲਕੁਲ ਜੀ। ਲਈਏ ਇਜਾਜ਼ਤ ਫਿਰ ਆਪਾਂ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਹੱਸਦੇ ਵਸਦੇ ਰਹੋ ਜੀ, ਜ਼ਿੰਦਗੀ ਨੂੰ ਜ਼ਿੰਦਾਬਾਦ ਰੱਖੋ।